ਹੈਲੋ ਫਰੈਂਡਸ, ਮੈਂ ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਮਾਡਰਨ ਹਿਸਟਰੀ ਆਫ ਇੰਡੀਆ, ਯਾਨੀ ਕਿ ਹੁਣ ਆਪਾਂ ਆਧੁਨਿਕ ਇਤਿਹਾਸ ਪੜ੍ਹਾਂਗੇ ਜੀ ਭਾਰਤ ਦੇਸ਼ ਦਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਭਾਰਤ ਦੇ ਵਿੱਚ ਯੂਰਪੀਅਨ ਕੰਪਨੀਆਂ ਦਾ ਆਗਮਨ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਜੋ ਬਾਹਰ ਦੇ ਵਿਦੇਸ਼ੀ ਨੇ ਉਹ ਭਾਰਤ ਦੇ ਵਿੱਚ ਵਪਾਰੀ ਦੇ ਰੂਪ ਵਿੱਚ ਐਂਟਰ ਕਰਦੇ ਨੇ ਅਤੇ ਕਿਸ ਤਰ੍ਹਾਂ ਉਹ ਭਾਰਤ ਨੂੰ ਬਾਅਦ ਦੇ ਵਿੱਚ ਹੜੱਪ ਲੈਂਦੇ ਨੇ, ਜਿਸ ਦੇ ਵਿੱਚ ਸਭ ਤੋਂ ਜੋ ਫੇਮਸ ਜਾਂ ਸਭ ਤੋਂ ਸ਼ਕਤੀਸ਼ਾਲੀ ਜੋ ਯੂਰਪੀਅਨ ਸ਼ਕਤੀ ਆ ਜਾਂਦੀ ਹੈ ਉਹ ਹੁੰਦੀ ਹੈ ਜੀ ਅੰਗਰੇਜ਼। ਪਰ ਅੰਗਰੇਜ਼ਾਂ ਤੋਂ ਪਹਿਲਾਂ ਵੀ ਕਈ ਬਹੁਤ ਸਾਰੀਆਂ ਜੋ ਯੂਰਪੀਅਨ ਸ਼ਕਤੀਆਂ ਸੀ ਉਹ ਭਾਰਤ ਦੇ ਵਿੱਚ ਆ ਚੁੱਕੀਆਂ ਸੀ, ਬਹੁਤ ਸਾਰੀਆਂ ਕੰਪਨੀਆਂ ਜੋ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਉਸ ਸਮੇਂ ਤੱਕ ਕਰ ਰਹੀਆਂ ਸੀ। ਇਹਨਾਂ ਸਭ ਨੂੰ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਡਿਟੇਲ ਦੇ ਨਾਲ ਪੜ੍ਹਨ ਜਾ ਰਹੇ ਹਾਂ, ਅਤੇ ਜੋ ਅੱਜ ਦੀ ਆਪਣੀ ਵੀਡੀਓ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਸ ਇੱਕ ਵੀਡੀਓ ਦੇ ਨਾਲ ਜੀ ਤੁਸੀਂ ਸਾਰੀਆਂ ਜੋ ਯੂਰਪੀਅਨ ਕੰਪਨੀਆਂ ਭਾਰਤ ਦੇ ਵਿੱਚ ਆਈਆਂ ਉਹਨਾਂ ਨੇ ਕੀ ਕੰਮ ਕੀਤੇ ਉਹਨਾਂ ਨੂੰ ਤੁਸੀਂ ਜੀ ਮੋਟਾ ਸਾਰਾ ਸਮਝ ਆਓਗੇ। ਉਹ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਇਸ ਲਈ ਵੀਡੀਓ ਨੂੰ ਜੀ ਤੁਸੀਂ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਹੈ। ਆਪਣੇ ਚੈਨਲ ਦੇ ਉੱਪਰ ਜੀ ਆਪਾਂ ਏਂਸ਼ੀਅੰਟ ਹਿਸਟਰੀ ਆਫ ਇੰਡੀਆ ਅਤੇ ਮਿਡੇਵਲ ਹਿਸਟਰੀ ਆਫ ਇੰਡੀਆ ਨੂੰ ਆਲਰੇਡੀ ਪੜ੍ਹ ਚੁੱਕੇ ਹਾਂ ਜੀ, ਜਿਹਨਾਂ ਦੀ ਇਹ ਸਾਰੀ ਜੋ ਪਲੇ ਲਿਸਟ ਆ ਉਹ ਤੁਹਾਨੂੰ ਚੈਨਲ ਦੇ ਉੱਪਰ ਮਿਲ ਜਾਏਗੀ। ਉੱਪਰ ਆਈ ਬਟਨ ਦੇ ਵਿੱਚ ਵੀ ਤੁਸੀਂ ਕਲਿੱਕ ਕਰਕੇ ਜੀ ਸਾਰੀਆਂ ਜੋ ਮਿਡੇਵਲ ਹਿਸਟਰੀ ਅਤੇ ਏਂਸ਼ੀਅੰਟ ਹਿਸਟਰੀ ਦੀਆਂ ਵੀਡੀਓਜ਼ ਆ ਉਹ ਦੇਖ ਸਕਦੇ ਹੋ, ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ। ਅੱਜ ਤੋਂ ਆਪਾਂ ਮਾਡਰਨ ਹਿਸਟਰੀ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਆਪਾਂ ਮਿਡੇਵਲ ਹਿਸਟਰੀ ਅਤੇ ਏਂਸ਼ੀਅੰਟ ਹਿਸਟਰੀ ਨੂੰ ਬਹੁਤ ਡਿਟੇਲ ਦੇ ਨਾਲ ਪੜ੍ਹ ਚੁੱਕੇ ਹਾਂ। ਹੌਲੀ ਹੌਲੀ ਉਹਨਾਂ ਦੀਆਂ ਵੀ ਜੋ ਆਬਜੈਕਟਿਵ ਟਾਈਪ ਵੀਡੀਓਜ਼ ਆ ਜੀ ਉਹ ਵੀ ਆਉਂਦੀਆਂ ਰਹਿਣੀਆਂ ਸਮੇਂ-ਸਮੇਂ 'ਤੇ, ਅਤੇ ਨਾਲ ਜੋ ਆਪਣੀ ਇਹ ਮਾਡਰਨ ਹਿਸਟਰੀ ਆਫ ਇੰਡੀਆ ਜੀ ਇਹ ਵੀ ਹੁਣ ਚੱਲਦੀ ਰਹੇਗੀ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਤੁਸੀਂ ਫਸਟ ਟਾਈਮ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਅਤੇ ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕੋਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਐਪ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਇਹ ਵੀਡੀਓ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਆਪਾਂ ਉਹਨਾਂ ਮੇਨ ਟੌਪਿਕਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਟਾਰਟਿੰਗ ਦੇ ਵਿੱਚ ਆਪਾਂ ਵੇਖਾਂਗੇ ਕਿ ਭਾਰਤ ਦੇ ਵਿੱਚ ਜੋ ਯੂਰਪੀਅਨ ਕੰਪਨੀਆਂ ਇਹਨਾਂ ਦੇ ਆਉਣ ਦੇ ਪਿੱਛੇ ਕਾਰਨ ਕੀ ਸੀ। ਕੋਈ ਵੀ ਜੋ ਕੰਮ ਹੁੰਦਾ ਜੀ ਉਸ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ। ਇਹ ਯੂਰਪੀਅਨ ਲੋਕ ਭਾਰਤ ਦੇ ਵੱਲ ਕਿਉਂ ਆਏ, ਕੰਪਨੀਆਂ ਭਾਰਤ ਦੇ ਵਿੱਚ ਵਪਾਰ ਕਿਉਂ ਕਰਨਾ ਚਾਹੁੰਦੀਆਂ ਸੀ, ਇਸ ਦੇ ਕਈ ਕਾਰਨ ਸੀ। ਉਹਨਾਂ ਕਾਰਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਭਾਰਤ ਦੇ ਵਿੱਚ ਜੋ ਯੂਰਪੀਅਨ ਕੰਪਨੀਆਂ ਆਈਆਂ ਸੀ ਇਹਨਾਂ ਦੇ ਆਉਣ ਦਾ ਕ੍ਰਮ ਕੀ ਸੀ, ਯਾਨੀ ਕਿ ਕਿਹੜੀ ਕੰਪਨੀ ਸਭ ਤੋਂ ਪਹਿਲਾਂ ਆਈ ਹੈ, ਕਿਹੜੀ ਉਸ ਤੋਂ ਬਾਅਦ ਆਈ ਹੈ, ਕਿੰਨੇ ਸੰਨ ਦੇ ਵਿੱਚ ਆਈ ਹੈ, ਕਿੱਥੇ ਆਈ ਹੈ। ਇੱਦਾਂ ਦੇ ਜੋ ਪੁਆਇੰਟਸ ਨੇ ਉਹ ਆਪਾਂ ਇਸ ਟੌਪਿਕ ਦੇ ਅੰਡਰ ਕਲੀਅਰ ਕਰਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਜਦੋਂ ਇਹ ਭਾਰਤ ਦੇ ਵਿੱਚ ਯੂਰਪੀਅਨ ਕੰਪਨੀਆਂ ਆ ਜਾਂਦੀਆਂ ਨੇ ਅਤੇ ਫਿਰ ਇਹਨਾਂ ਦੀ ਭਾਰਤ ਦੇ ਵਿੱਚ ਸਥਾਪਨਾ ਦਾ ਕ੍ਰਮ ਕੀ ਸੀ, ਕਿਹੜੇ ਸਾਲ ਦੇ ਵਿੱਚ ਕਿਹੜੀ ਕੰਪਨੀ ਭਾਰਤ ਦੇ ਵਿੱਚ ਸਥਾਪਿਤ ਹੋਈ ਹੈ। ਅਤੇ ਇਸ ਦੇ ਨਾਲ ਹੀ ਆਪਾਂ ਵੇਖਾਂਗੇ ਕਿ ਭਾਰਤ ਦੇ ਵਿੱਚ ਜੋ ਵੱਖ-ਵੱਖ ਕੰਪਨੀਆਂ ਆਈਆਂ ਸੀ ਇਹਨਾਂ ਨੇ ਆਪਣੀ ਸਭ ਤੋਂ ਪਹਿਲੀ ਫੈਕਟਰੀ ਕਿੱਥੇ ਲਗਾਈ ਹੈ ਅਤੇ ਕਿਸ ਸਮੇਂ ਦੇ ਵਿੱਚ ਲਗਾਈ ਹੈ। ਇਸ ਤੋਂ ਬਾਅਦ ਜੀ ਆਪਾਂ ਡਿਟੇਲ ਦੇ ਨਾਲ ਇਹਨਾਂ ਕੰਪਨੀਆਂ ਦੇ ਬਾਰੇ ਡਿਸਕਸ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਪੁਰਤਗਾਲੀ ਈਸਟ ਇੰਡੀਆ ਕੰਪਨੀ ਬਾਰੇ। ਪੁਰਤਗਾਲੀ ਈਸਟ ਇੰਡੀਆ ਕੰਪਨੀ ਨੂੰ ਪੜ੍ਹਨ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ। ਇਸ ਤੋਂ ਬਾਅਦ ਜਿਸ ਕੰਪਨੀ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਹੈ ਜੀ ਡੱਚ ਈਸਟ ਇੰਡੀਆ ਕੰਪਨੀ, ਅਤੇ ਅੰਤ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਫਰਾਂਸੀਸੀ ਈਸਟ ਇੰਡੀਆ ਕੰਪਨੀ ਬਾਰੇ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ ਜੋ ਯੁੱਧ ਹੋਏ ਨੇ। ਇਸ ਦੇ ਅੰਦਰ ਜੀ ਆਪਾਂ 3 ਯੁੱਧਾਂ ਦੇ ਬਾਰੇ ਪੜ੍ਹਾਂਗੇ, ਜਿਨ੍ਹਾਂ ਨੂੰ ਕਰਨਾਟਕ ਯੁੱਧ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਜਿਸ ਦੇ ਵਿੱਚ ਪਹਿਲਾ ਕਰਨਾਟਕ ਯੁੱਧ ਆ ਜਾਂਦਾ ਹੈ ਜੀ 1746 ਤੋਂ 1748 ਤੱਕ ਦਾ। ਫਿਰ ਆ ਜਾਂਦਾ ਹੈ ਜੀ ਦੂਜਾ ਕਰਨਾਟਕ ਯੁੱਧ ਜੋ 1749 ਤੋਂ 54 ਈਸਵੀ ਤੱਕ ਹੋਇਆ, ਅਤੇ ਤੀਜਾ ਕਰਨਾਟਕ ਯੁੱਧ ਜੋ 1756 ਈਸਵੀ ਤੋਂ ਲੈ ਕੇ 1763 ਈਸਵੀ ਤੱਕ ਹੋਇਆ ਸੀ। ਇਸ ਤਰ੍ਹਾਂ ਜੀ ਇਹ ਜੋ ਸਾਰੇ ਪੁਆਇੰਟਸ ਨੇ ਇਹਨਾਂ ਨੂੰ ਆਪਾਂ ਡਿਟੇਲ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤੁਹਾਨੂੰ ਜੀ ਵੀਡੀਓ ਦੇ ਵਿੱਚ ਟਾਈਮ ਸਟੈਂਪਸ ਮਿਲ ਜਾਣਗੇ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦਿੱਤੇ ਹੋਏ ਆ, ਜਿੱਥੇ ਹਰ ਟੌਪਿਕ ਦੇ ਸਾਹਮਣੇ ਜੀ ਉਸ ਦੀ ਟਾਈਮਿੰਗ ਦਿੱਤੀ ਗਈ ਹੈ ਕਿ ਵੀਡੀਓ ਦੇ ਵਿੱਚ ਕਦੋਂ ਆਪਾਂ ਉਸ ਟੌਪਿਕ ਦੇ ਬਾਰੇ ਗੱਲ ਕੀਤੀ ਹੈ। ਜੇਕਰ ਤੁਸੀਂ ਜੀ ਕੋਈ ਸਪੈਸੀਫਿਕਲੀ ਵੀਡੀਓ ਦੇ ਵਿੱਚੋਂ ਕੋਈ ਟੌਪਿਕ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਕਲਿੱਕ ਕਰਕੇ ਜੀ ਉਸ ਟਾਈਮ ਸਟੈਂਪ ਦੇ ਸਾਹਮਣੇ ਜੋ ਟੌਪਿਕ ਲਿਖਿਆ ਹੋਏਗਾ ਉਸ ਟਾਈਮ 'ਤੇ ਤੁਸੀਂ ਕਲਿੱਕ ਕਰ ਦੇਣਾ ਅਤੇ ਵੀਡੀਓ ਆਟੋਮੈਟਿਕਲੀ ਤੁਹਾਨੂੰ ਉੱਥੇ ਚੱਲ ਜਾਏਗੀ, ਉੱਥੋਂ ਹੀ ਪਲੇ ਹੋਏਗੀ। ਇਸ ਟਾਈਪ ਨਾਲ ਜੀ ਤੁਸੀਂ ਜੇਕਰ ਦੁਬਾਰਾ ਕੁਝ ਟੌਪਿਕ ਦੇਖਣਾ ਚਾਹੁੰਦੇ ਹੋ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਦੁਬਾਰਾ ਤੋਂ ਲੱਭਣ ਦੀ ਜ਼ਰੂਰਤ ਨਹੀਂ ਜੀ, ਤੁਸੀਂ ਡਿਸਕ੍ਰਿਪਸ਼ਨ ਦੇ ਬਾਕਸ ਦੇ ਵਿੱਚ ਜਾ ਕੇ ਟਾਈਮ ਸਟੈਂਪਸ ਦੇ ਵਿੱਚ ਉਸ ਨੂੰ ਈਜ਼ੀਲੀ ਲੱਭ ਸਕਦੇ ਹੋ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੇ ਆਪਣੇ ਇਹਨਾਂ ਟੌਪਿਕਸ ਨੂੰ ਇੱਕ ਇੱਕ ਕਰਕੇ ਪੜ੍ਹਨਾ। ਅੱਜ ਦੀ ਜੋ ਆਪਣੀ ਇਹ ਵੀਡੀਓ ਹੈ ਜੀ ਇਸ ਦਾ ਮੇਨ ਜੋ ਟੌਪਿਕ ਹੈ ਉਹ ਹੈ ਜੀ ਕਿ ਭਾਰਤ ਦੇ ਵਿੱਚ ਯੂਰਪੀਅਨ ਕੰਪਨੀਆਂ ਦਾ ਆਉਣਾ। ਪਰ ਇਹ ਯੂਰਪੀਅਨ ਕੰਪਨੀਆਂ ਜੀ ਭਾਰਤ ਦੇਸ਼ ਦੇ ਵਿੱਚ ਕਿਉਂ ਆਈਆਂ, ਇਸ ਦੇ ਪਿੱਛੇ ਕੋਈ ਕਾਰਨ ਤਾਂ ਜ਼ਰੂਰ ਹੋਏਗਾ, ਤਾਂ ਹੀ ਜੋ ਬਾਹਰ ਦੇ ਦੇਸ਼ ਸੀ ਜੋ ਭਾਰਤ ਦੇ ਵੱਲ ਆਪਣਾ ਰੁਖ ਕਰਦੇ ਨੇ ਉਹਨਾਂ ਨੇ ਕਿਉਂ ਭਾਰਤ ਦੇ ਵਿੱਚ ਜੀ ਆਉਣ ਨੂੰ ਇੰਨੀ ਪ੍ਰੈਫਰੈਂਸ ਦਿੱਤੀ, ਉਹ ਕਿਉਂ ਭਾਰਤ ਦੇ ਵਿੱਚ ਆਏ, ਕਿਉਂ ਭਾਰਤ ਦੇ ਵਿੱਚ ਰਹੇ, ਇਸ ਦੇ ਪਿੱਛੇ ਕੀ ਕਾਰਨ ਸੀ। ਸਭ ਤੋਂ ਪਹਿਲਾਂ ਜੀ ਆਪਾਂ ਇਹਨਾਂ ਕਾਰਨਾਂ ਨੂੰ ਹੀ ਦੇਖ ਲੈਂਦੇ ਹਾਂ। ਸਭ ਤੋਂ ਜੋ ਪਹਿਲਾ ਪੁਆਇੰਟ ਆ ਜਾਂਦਾ ਹੈ ਉਹ ਹੈ ਜੀ ਵਾਸਕੋ ਡੀ ਗਾਮਾ ਦੇ ਦੁਆਰਾ ਸਮੁੰਦਰੀ ਰਸਤੇ ਦੀ ਯੂਰਪ ਤੋਂ ਭਾਰਤ ਤੱਕ ਦੀ ਖੋਜ ਕੀਤੀ ਗਈ ਸੀ। ਆਪਾਂ ਪੜ੍ਹਦੇ ਹਾਂ ਕਿ ਜੀ ਵਾਸਕੋ ਡੀ ਗਾਮਾ ਨੇ ਭਾਰਤ ਨੂੰ ਖੋਜਿਆ।
ਭਾਰਤ ਕਿਤੇ ਲੁਕਿਆ ਹੋਇਆ ਤਾਂ ਹੈ ਨਹੀਂ ਸੀ, ਜਾਂ ਭਾਰਤ ਕਿਤੇ ਗਵਾਚ ਤਾਂ ਨਹੀਂ ਗਿਆ ਸੀ, ਕਿਉਂਕਿ ਇਹ ਦੇਸ਼ ਹੈ ਜੀ, ਇਹ ਕੋਈ ਚੀਜ਼ ਤਾਂ ਹੈ ਨਹੀਂ ਕਿ ਕਿਤੇ ਗਵਾਚ ਜਾਏਗਾ। ਜੋ ਵਾਸਕੋ ਡੀ ਗਾਮਾ ਸੀ, ਇਸਨੇ ਯੂਰਪ ਤੋਂ ਲੈ ਕੇ ਭਾਰਤ ਤੱਕ ਦਾ ਜੋ ਸਮੁੰਦਰੀ ਰਸਤਾ ਸੀ ਉਸ ਦੀ ਖੋਜ ਕੀਤੀ ਹੈ। ਪਰ ਕੀ ਜੀ ਸ਼ਾਰਟ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ ਕਿ ਵਾਸਕੋ ਡੀ ਗਾਮਾ ਦੇ ਦੁਆਰਾ ਭਾਰਤ ਦੀ ਖੋਜ ਹੋਈ ਹੈ। ਪੁਰਤਗਾਲ ਦੇ ਵਿੱਚੋਂ ਜੀ 2 ਵਿਅਕਤੀ ਉਸ ਸਮੇਂ ਨਿਕਲੇ ਸੀ, ਜਿਸ ਦੇ ਵਿੱਚ ਪਹਿਲਾ ਸੀ ਕੋਲੰਬਸ। ਉਹ ਵੀ ਭਾਰਤ ਦੀ ਖੋਜ ਦੇ ਵਿੱਚ ਨਿਕਲਿਆ ਸੀ, ਪਰ ਕੀ ਉਸਨੇ ਕੀਤਾ ਕਿ ਉਸਨੇ ਜਾ ਕੇ ਜੀ ਅਮਰੀਕਾ ਦੀ ਖੋਜ ਕਰ ਲਈ। ਉਹ ਗਲਤੀ ਦੇ ਨਾਲ ਅਮਰੀਕਾ ਦੇਸ਼ ਦੇ ਵੱਲ ਚਲਿਆ ਗਿਆ ਸੀ। ਉਸਨੇ ਵੀ ਕੀਆ ਜੀ ਕਿ ਅਮਰੀਕਾ ਵੱਲ ਜਾਣ ਦਾ ਜੋ ਸਮੁੰਦਰੀ ਰਸਤਾ ਉਸ ਨੂੰ ਹੀ ਖੋਜਿਆ, ਕਿਉਂਕਿ ਅਮਰੀਕਾ ਵੀ ਦੇਸ਼ ਆ, ਉਹ ਵੀ ਕਿਤੇ ਗੁੰਮਿਆ ਹੋਇਆ ਨਹੀਂ ਸੀ। ਇਸੇ ਤਰ੍ਹਾਂ ਜੋ ਵਾਸਕੋ ਡੀ ਗਾਮਾ ਸੀ, ਇਸਨੇ ਵੀ ਭਾਰਤ ਤੋਂ ਜੋ ਯੂਰਪ ਤੋਂ ਭਾਰਤ ਤੱਕ ਦਾ ਜੋ ਸਮੁੰਦਰੀ ਰਸਤਾ ਸੀ ਉਸ ਦੀ ਖੋਜ ਕੀਤੀ ਹੈ। ਜੋ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਹੈ ਜੀ ਕਿ ਕਿਉਂ ਯੂਰਪੀ ਕੰਪਨੀਆਂ ਜੋ ਭਾਰਤ ਦੇ ਵੱਲ ਆਈਆਂ। ਦੂਸਰਾ ਸੀ ਜੀ ਕਿ ਯੂਰਪ ਮਹਾਦੀਪ ਦੇ ਵਿੱਚ ਉਸ ਸਮੇਂ ਪੁਨਰ ਜਾਗਰਣ ਦਾ ਸਮਾਂ ਚੱਲ ਰਿਹਾ ਸੀ। ਤੀਸਰਾ ਕਾਰਨ ਆ ਜਾਂਦਾ ਹੈ ਜੀ ਕਿ ਯੂਰਪ ਦੇ ਵਿੱਚ ਸਮੁੰਦਰੀ ਜਹਾਜ਼ਾਂ ਤੇ ਆਵਾਜਾਈ ਦੇ ਜੋ ਸਾਧਨਾਂ ਦਾ ਉਹ ਬਹੁਤ ਤੇਜ਼ ਵਿਕਾਸ ਹੋ ਰਿਹਾ ਸੀ। ਜੇਕਰ ਕਿਸੇ ਮਹਾਦੀਪ ਦੇ ਵਿੱਚ ਜੀ ਬਹੁਤ ਜ਼ਿਆਦਾ ਸਮੁੰਦਰੀ ਜਹਾਜ਼ ਬਣ ਰਹੇ ਨੇ ਤਾਂ ਓਬਵੀਅਸ ਜੀ ਗੱਲ ਹੈ ਜੀ ਕਿ ਉਹ ਸਮੁੰਦਰ ਦੇ ਵਿੱਚੋਂ ਨਵੇਂ-ਨਵੇਂ ਰਸਤੇ ਲੱਭਣਗੇ ਤੇ ਹੋਰ ਦੇਸ਼ਾਂ ਦੇ ਨਾਲ ਵੀ ਉਹ ਵਪਾਰ ਕਰਨ ਦੀ ਸੋਚਣਗੇ। ਇਸ ਲਈ ਜੋ ਯੂਰਪੀ ਕੰਟਰੀਆਂ ਸੀ ਜੀ ਉਹਨਾਂ ਨੇ ਭਾਰਤ ਦੇ ਵੱਲ ਰੁਖ ਕੀਤਾ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਕਿ ਏਸ਼ੀਆ ਅਤੇ ਯੂਰਪ ਦੇ ਵਿੱਚ ਜੋ ਸਥਲ ਮਾਰਗ ਸੀ, ਜਿੱਥੋਂ ਕਿ ਏਸ਼ੀਆ ਅਤੇ ਯੂਰਪ ਦੇ ਵਿੱਚ ਵਪਾਰ ਹੁੰਦਾ ਸੀ, ਉਸ ਦੇ ਉੱਪਰ ਜੀ ਕੁਝ ਰੋਕਾਂ ਆ ਗਈਆਂ ਸੀ। ਕਈ ਦੇਸ਼ਾਂ ਨੇ ਜੀ ਉਹਨਾਂ ਰਸਤਿਆਂ ਦੇ ਉੱਪਰ ਵੀ ਆਪਣੀ ਪੂਰਨ ਰੋਕ ਲਗਾ ਲਈ ਸੀ, ਉਹ ਬਹੁਤ ਜ਼ਿਆਦਾ ਟੈਕਸ ਲੈਂਦੇ ਸੀ। ਇਸ ਲਈ ਇਸ ਸਮੇਂ ਤੱਕ ਇਹ ਜ਼ਰੂਰਤ ਹੋ ਗਈ ਸੀ ਕਿ ਜੋ ਯੂਰਪੀਅਨ ਕੰਪਨੀਆਂ, ਜੋ ਯੂਰਪੀਅਨ ਦੇਸ਼ ਨੇ, ਉਹ ਭਾਰਤ ਤੱਕ ਆਉਣ ਦਾ ਜੀ ਕੋਈ ਹੋਰ ਰਸਤਾ ਲੱਭਣ। ਇਸ ਲਈ ਜੋ ਯੂਰਪੀਅਨ ਦੇਸ਼ ਸੀ ਉਹਨਾਂ ਨੇ ਜੀ ਸਮੁੰਦਰੀ ਰਸਤਾ ਜਦੋਂ ਲੱਭ ਲਿਆ ਤੇ ਉਹਨਾਂ ਨੇ ਜੀ ਫਿਰ ਭਾਰਤ ਦੇ ਵਿੱਚ ਵਪਾਰ ਨੂੰ ਤੇਜ਼ ਕਰਨ ਲਈ ਇਸ ਰਸਤੇ ਦੇ ਰਾਹੀਂ ਭਾਰਤ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਹੁਣ ਆਪਾਂ ਜਿਸ 5ਵੇਂ ਪੁਆਇੰਟ ਨੂੰ ਪੜ੍ਹਨ ਜਾ ਰਹੇ ਹਾਂ ਜੀ, ਇਹ ਕਿਸੇ ਬਿਜ਼ਨਸ ਲਈ ਸਭ ਤੋਂ ਜ਼ਿਆਦਾ ਬੇਸਿਕ ਅਤੇ ਸਭ ਤੋਂ ਜ਼ਿਆਦਾ ਇਹ ਇੰਪੋਰਟੈਂਟ ਰੂਲ ਆ ਜਾਂਦਾ ਹੈ। ਕੋਈ ਵੀ ਵਪਾਰ ਤਾਂ ਹੀ ਕੀਤਾ ਜਾਵੇਗਾ ਜੇਕਰ ਆਪਾਂ ਨੂੰ ਉਸ ਦੇ ਵਿੱਚੋਂ ਲਾਭ ਪ੍ਰਾਪਤ ਹੁੰਦਾ ਹੈ। ਜਦੋਂ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਆਇਆ ਤਾਂ ਉਸਨੇ ਜੀ ਭਾਰਤ ਦੇ ਵਿੱਚੋਂ ਮਸਾਲੇ ਖਰੀਦ ਕੇ ਉਹਨਾਂ ਨੂੰ ਲਿਜਾ ਕੇ ਜੀ ਯੂਰਪ ਦੇ ਵਿੱਚ ਵੇਚਿਆ। ਉਹਨਾਂ ਨੂੰ ਵੇਚਣ ਤੋਂ ਬਾਅਦ ਜੋ ਵਾਸਕੋ ਡੀ ਗਾਮਾ ਨੂੰ ਲਾਭ ਹੋਇਆ ਜੀ ਉਹ ਲਗਭਗ 60 ਗੁਣਾ ਸੀ। ਤੁਸੀਂ ਦੇਖੋ ਕਿ ਇੰਨਾ ਜ਼ਿਆਦਾ ਪ੍ਰੋਫਿਟ ਹੋਇਆ ਕਿ ਯੂਰਪ ਦੇ ਜੋ ਬਾਕੀ ਦੇਸ਼ ਸੀ, ਬਾਕੀ ਕੰਪਨੀਆਂ ਸੀ, ਉਹ ਵੀ ਹੌਲੀ ਹੌਲੀ ਜੀ ਭਾਰਤ ਦੇ ਵੱਲ ਹੁਣ ਪ੍ਰੇਰਿਤ ਹੋ ਗਏ ਸੀ ਕਿ ਉਹ ਭਾਰਤ ਦੇ ਵਿੱਚ ਆਉਣ ਅਤੇ ਭਾਰਤ 'ਚੋਂ ਵਪਾਰ ਕਰਨ ਤਾਂ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਵੇ। ਇਸ ਲਈ ਜੀ ਸਮੇਂ-ਸਮੇਂ 'ਤੇ ਜੋ ਵੱਖ-ਵੱਖ ਕੰਪਨੀਆਂ ਉਹ ਭਾਰਤ ਦੇ ਵਿੱਚ ਆਈਆਂ ਅਤੇ ਬਾਅਦ ਦੇ ਵਿੱਚ ਉਹ ਭਾਰਤ ਦੇ ਵਿੱਚ ਹੀ ਬਹੁਤ ਲੰਮੇ ਸਮੇਂ ਤੱਕ ਟਿਕ ਕੇ ਰਹੀਆਂ ਵੀ। ਭਾਰਤ ਵਿੱਚ ਯੂਰਪੀਅਨ ਕੰਪਨੀਆਂ ਦੇ ਆਉਣ ਦੇ ਕਾਰਨਾਂ ਨੂੰ ਤਾਂ ਹੁਣ ਆਪਾਂ ਜਾਣ ਲਿਆ ਜੀ। ਹੁਣ ਆਪਾਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਜੋ ਯੂਰਪੀਅਨ ਕੰਪਨੀਆਂ ਆਈਆਂ ਸੀ ਉਹਨਾਂ ਦੇ ਆਉਣ ਦਾ ਕ੍ਰਮ ਕੀ ਹੈ, ਉਹ ਕਿਹੜੀ ਕੰਪਨੀ ਪਹਿਲਾਂ ਆਈ ਹੈ, ਕਿਹੜੇ ਸਾਲ ਦੇ ਵਿੱਚ ਆਈ ਹੈ, ਇਹਨਾਂ ਸਭ ਨੂੰ ਜੀ ਹੁਣ ਆਪਾਂ ਇਸ ਟੇਬਲ ਤੋਂ ਸਮਝਦੇ ਹਾਂ। ਭਾਰਤ ਦੇ ਵਿੱਚ ਜੀ ਮੁੱਖ 4 ਕੰਪਨੀਆਂ ਦੇ ਬਾਰੇ ਆਪਾਂ ਪੜ੍ਹਨਾ ਹੁੰਦਾ ਨੇ ਜੋ ਯੂਰਪ ਦੇ ਵਿੱਚੋਂ ਆਈਆਂ ਸੀ। ਵੈਸੇ ਤਾਂ ਜੀ ਵੱਧ ਕੰਪਨੀਆਂ ਭਾਰਤ ਦੇ ਵਿੱਚ ਆਈਆਂ ਨੇ, ਪਰ ਇਹ 4 ਫੇਮਸ ਨੇ ਜਿਨ੍ਹਾਂ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ। ਵੈਸੇ 6 ਤੋਂ 7 ਕੰਪਨੀਆਂ ਜੋ ਭਾਰਤ ਦੇ ਵਿੱਚ ਯੂਰਪ ਦੇ ਉਹ ਆਈਆਂ ਸੀ, ਪਰ ਆਪਾਂ ਇਹ 4ਾਂ ਦੇ ਬਾਰੇ ਹੀ ਪੜ੍ਹਨਾ ਹੁੰਦਾ ਹੈ ਜੀ। ਪਹਿਲੀ ਆ ਜਾਂਦੀ ਹੈ ਜੀ ਪੁਰਤਗਾਲੀ ਕੰਪਨੀ, ਜਿਹੜੀ ਆਈ ਸੀ ਜੀ 1498 ਈਸਵੀ ਦੇ ਵਿੱਚ, ਯਾਨੀ ਕਿ ਪੁਰਤਗਾਲੀ ਲੋਕ ਸੀ ਜੋ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਆਏ ਸੀ। ਇਸ ਤੋਂ ਬਾਅਦ ਆਉਂਦੇ ਨੇ ਜੀ ਡੱਚ ਲੋਕ, ਜੋ ਆਉਂਦੇ ਨੇ ਜੀ 1595 ਈਸਵੀ ਦੇ ਵਿੱਚ। ਲਗਭਗ ਜੀ 100 ਸਾਲ ਦਾ ਫਰਕ ਰਹਿ ਗਿਆ ਸੀ। ਪਹਿਲਾਂ 1498, ਉਸ ਤੋਂ ਬਾਅਦ ਜੀ 1595 ਦੇ ਵਿੱਚ ਨੈਕਸਟ ਕੰਪਨੀ ਜੋ ਯੂਰਪ ਤੋਂ ਭਾਰਤ ਦੇ ਵਿੱਚ ਆਈ। ਅਤੇ ਜੋ ਸਭ ਤੋਂ ਜ਼ਿਆਦਾ ਫੇਮਸ ਨੇ ਜੀ ਅੰਗਰੇਜ਼, ਉਹ ਆਇਆ 1600 ਈਸਵੀ ਦੇ ਵਿੱਚ। ਇਸ ਤੋਂ ਬਾਅਦ ਜੀ 1664 ਈਸਵੀ ਦੇ ਵਿੱਚ ਜੋ ਫਰਾਂਸੀਸੀ ਲੋਕ ਨੇ ਜੀ ਇਹ ਭਾਰਤ ਦੇ ਵਿੱਚ ਆਉਂਦੇ ਨੇ। ਇਹ 4 ਕੰਪਨੀਆਂ ਜੀ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ। ਪਹਿਲੀ ਹੈ ਪੁਰਤਗਾਲੀ ਜੋ ਆਏ 1498 ਦੇ ਵਿੱਚ। ਦੂਸਰੇ ਨੇ ਡੱਚ ਲੋਕ ਜੀ ਜਿਹੜੇ ਆਏ 1595 ਈਸਵੀ ਦੇ ਵਿੱਚ। ਉਸ ਤੋਂ ਬਾਅਦ ਆਉਂਦੇ ਨੇ ਜੀ ਅੰਗਰੇਜ਼ 1600 ਈਸਵੀ ਦੇ ਵਿੱਚ। ਅਤੇ ਉਸ ਯੂਰਪੀਅਨ ਕੰਪਨੀਆਂ ਦੇ ਆਉਣ ਦੇ ਕ੍ਰਮ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਭਾਰਤ ਦੇ ਵਿੱਚ ਜੋ ਯੂਰਪੀਅਨ ਕੰਪਨੀਆਂ ਇਹਨਾਂ ਦੀ ਸਥਾਪਨਾ ਦਾ ਕੀ ਕ੍ਰਮ ਹੈ। ਇਸ ਦੇ ਵਿੱਚ ਵੀ ਸਭ ਤੋਂ ਪਹਿਲਾਂ ਜੀ ਪੁਰਤਗਾਲੀ ਆਇਆ, ਜਿਹੜੇ 1498 ਦੇ ਵਿੱਚ ਆਇਆ ਜੀ। ਉਹਨਾਂ ਨੇ 1498 ਦੇ ਵਿੱਚ ਹੀ ਭਾਰਤ ਦੇ ਵਿੱਚ ਜੋ ਕੰਪਨੀ ਆ ਉਸ ਦੀ ਸਥਾਪਨਾ ਕਰ ਲਈ। ਜੋ ਅੰਗਰੇਜ਼ ਆਏ ਸੀ 1600 ਈਸਵੀ ਦੇ ਵਿੱਚ, ਉਹਨਾਂ ਨੇ ਵੀ ਸੇਮ ਹੀ 1600 ਈਸਵੀ ਦੇ ਵਿੱਚ ਜੀ ਭਾਰਤ ਦੇ ਵਿੱਚ ਜੋ ਆਪਣੀ ਕੰਪਨੀ ਉਸ ਦੀ ਸਥਾਪਨਾ ਕਰ ਲਈ। ਇੱਥੇ ਕੀ ਫਰਕ ਆਉਂਦਾ ਹੈ ਜੀ ਕਿ ਜੋ ਡੱਚ ਲੋਕ ਪਹਿਲਾਂ ਦੂਸਰੇ ਨੰਬਰ 'ਤੇ ਆਏ, ਆਪਾਂ ਪੜ੍ਹੇ ਸੀ 1595 ਜਾਂ 96 ਈਸਵੀ ਦੇ ਵਿੱਚ ਲਿਖਿਆ ਜਾਂਦਾ ਜੀ। ਮੰਨ ਕੇ ਚਲੋ ਕਿ 1595 ਈਸਵੀ ਦੇ ਵਿੱਚ ਉਹ ਭਾਰਤ ਦੇ ਵਿੱਚ ਆਏ, ਪਰ ਉਹਨਾਂ ਨੇ ਕੀ ਹੈ ਜੀ ਕਿ ਭਾਰਤ ਦੇ ਵਿੱਚ ਜੋ ਕੰਪਨੀ ਦੀ ਸਥਾਪਨਾ ਕੀਤੀ ਹੈ ਉਹ ਕੀਤੀ ਹੈ ਜੀ 1602 ਈਸਵੀ ਦੇ ਵਿੱਚ। ਇਸ ਲਈ ਜੀ ਇਹ ਤੀਸਰੇ ਨੰਬਰ 'ਤੇ ਆ ਜਾਂਦੇ ਨੇ, ਕਿਉਂਕਿ ਜੋ ਡੱਚ ਲੋਕ ਨੇ ਉਹਨਾਂ ਨੇ ਭਾਰਤ ਦੇ ਵਿੱਚੋਂ ਆ ਕੇ ਜੀ ਇਸ ਤੋਂ ਬਾਅਦ ਉਹਨਾਂ ਨੇ ਜੋ ਇੰਡੋਨੇਸ਼ੀਆ ਦੇ ਦੇਸ਼ ਨੇ, ਇੰਡੋਨੇਸ਼ੀਆ ਖੇਤਰ ਹੈ ਜੀ, ਉਧਰ ਵੱਲ ਆਪਣਾ ਰੁੱਖ ਕਰ ਲਿਆ ਸੀ। ਉਹਨਾਂ ਦੇਸ਼ਾਂ ਵਿੱਚ ਪਹਿਲਾਂ ਚਲੇ ਗਏ ਸੀ ਅਤੇ ਭਾਰਤ ਦੇ ਵਿੱਚ ਉਹ ਬਾਅਦ ਦੇ ਵਿੱਚ ਆਏ।
ਅਤੇ ਚੌਥੇ ਨੰਬਰ ਤੇ ਜਿਸ ਕੰਪਨੀ ਦੀ ਜੀ ਭਾਰਤ ਦੇ ਵਿੱਚ ਸਥਾਪਨਾ ਹੋਈ ਹੈ ਉਹ ਸੀ ਜੀ ਫਰਾਂਸੀਸੀ। ਉਹ 1664 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਏ ਆ ਅਤੇ ਉਸੇ ਸਾਲ ਦੇ ਵਿੱਚ ਜੀ ਉਹਨਾਂ ਨੇ ਭਾਰਤ ਦੇ ਵਿੱਚ ਆਪਣੀ ਕੰਪਨੀ ਨੂੰ ਸਥਾਪਿਤ ਕਰ ਲਿਆ ਸੀ। ਇੱਥੇ ਵੱਖ-ਵੱਖ ਕੰਪਨੀਆਂ ਦੇ ਆਉਣ ਦੇ ਕ੍ਰਮ ਅਤੇ ਉਹਨਾਂ ਦੀ ਸਥਾਪਨਾ ਦੇ ਕ੍ਰਮ ਦੇ ਵਿੱਚ ਜੀ ਕੁਝ ਜ਼ਿਆਦਾ ਡਿਫਰੈਂਸ ਨਹੀਂ, ਕੇਵਲ ਡੱਚ ਲੋਕਾਂ ਦਾ ਇੱਥੇ ਡਿਫਰੈਂਸ ਆ ਜਾਂਦਾ ਹੈ ਜੀ, ਉਹਨਾਂ ਦੇ ਸਮੇਂ ਕਾਲ ਦੇ ਵਿੱਚ ਇਸੇ ਫਰਕ ਆ ਜਾਂਦਾ ਹੈ ਕਿਉਂਕਿ ਉਹ 1595 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਉਂਦੇ ਤਾਂ ਦੂਸਰੇ ਨੰਬਰ ਤੇ ਨੇ, ਪਰ ਉਹ ਭਾਰਤ ਦੇ ਵਿੱਚ ਜੋ ਆਪਣੀ ਕੰਪਨੀ ਬਣਾਉਂਦੇ ਨੇ ਜੀ ਉਹ ਤੀਸਰੇ ਨੰਬਰ ਤੇ ਬਣਾਉਂਦੇ ਨੇ ਕਿਉਂਕਿ ਉਹ 1602 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਪਣੀ ਕੰਪਨੀ ਨੂੰ ਸਥਾਪਿਤ ਕਰਦੇ ਨੇ, ਜਦੋਂ ਕਿ ਅੰਗਰੇਜ਼ 1600 ਦੇ ਵਿੱਚ ਆਉਂਦੇ ਨੇ ਅਤੇ 1600 ਦੇ ਵਿੱਚ ਹੀ ਆਪਣੀ ਜੋ ਕੰਪਨੀ ਹੈ ਜੀ ਉਸ ਨੂੰ ਭਾਰਤ ਦੇ ਵਿੱਚ ਸਥਾਪਿਤ ਵੀ ਕਰ ਲੈਂਦੇ ਨੇ। ਇੱਥੇ ਜੋ ਵੀ ਤੁਸੀਂ ਡੇਟਸ ਪੜ੍ਹ ਰਹੇ ਹੋ ਜੀ ਇਹਨਾਂ ਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਪਹਿਲਾਂ ਤੁਸੀਂ ਸਿਰਫ ਇੱਕੋ ਵਾਰੀ ਵੀਡੀਓ ਦੇਖ ਰਹੇ ਹੋ ਅਤੇ ਤੁਸੀਂ ਨਾਲ ਦੀ ਨਾਲ ਰੱਟੇ ਮਾਰ ਰਹੇ ਹੋ। ਇੱਦਾਂ ਨਹੀਂ ਕਰਨਾ ਜੀ, ਇੱਕ ਵਾਰੀ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਪੂਰੀ ਨੂੰ ਦੇਖਣਾ ਹੈ, ਉਸ ਤੋਂ ਬਾਅਦ ਜੀ ਤੁਸੀਂ ਇਹ ਚਾਰਟਸ ਨੂੰ ਥੋੜ੍ਹਾ ਜਿਹਾ ਡਿਟੇਲ ਦੇ ਨਾਲ ਦੇਖਿਓ, ਸਮਝਿਓ, ਟੈਨਸ਼ਨ ਨਹੀਂ ਲੈਣੀ, ਰੱਟਾ ਮਾਰ ਕੇ ਨਹੀਂ ਪੜ੍ਹਨਾ ਕਦੇ ਵੀ। ਜਦੋਂ ਤੁਸੀਂ ਇੱਕ ਦੋ ਵਾਰ ਜੀ ਇਹਨੂੰ ਦੇਖੋਗੇ, ਅੱਜ ਦੇਖਿਆ, ਕੱਲ੍ਹ ਦੇਖਿਆ, ਪਰਸੋਂ ਦੇਖਿਆ, ਜਦੋਂ ਤੁਸੀਂ 2-3 ਵਾਰ ਇਹਨਾਂ ਟੇਬਲਸ ਨੂੰ ਦੇਖੋਗੇ ਤਾਂ ਤੁਹਾਡੇ ਆਟੋਮੈਟਿਕਲੀ ਜੀ ਸਾਰਾ ਯਾਦ ਹੋ ਜਾਏਗਾ। ਇਸ ਤਰ੍ਹਾਂ ਯਾਦ ਕੀਤਾ ਜੀ ਤੁਸੀਂ ਲੰਮੇ ਸਮੇਂ ਤੱਕ ਯਾਦ ਵੀ ਰੱਖੋਗੇ ਅਤੇ ਉਸ ਨੂੰ ਭੁੱਲੋਗੇ ਵੀ ਨਹੀਂ। ਰੱਟਾ ਮਾਰ ਕੇ ਕਦੇ ਵੀ ਤੁਸੀਂ ਜ਼ਿਆਦਾ ਲੰਮੇ ਸਮੇਂ ਤੱਕ ਯਾਦ ਨਹੀਂ ਰੱਖ ਸਕਦੇ, ਉਹ ਸਿਰਫ 2-4 ਘੰਟੇ ਦੀ ਗੱਲ ਹੁੰਦੀ ਹੈ। ਇਸ ਲਈ ਜੀ ਹਰ ਚੀਜ਼ ਨੂੰ ਸਮਝ ਕੇ ਅਤੇ ਉਸ ਨੂੰ ਧਿਆਨ ਨਾਲ ਪੜ੍ਹ ਕੇ ਤੁਸੀਂ ਯਾਦ ਰੱਖਣਾ ਹੈ। ਹੁਣ ਤੱਕ ਆਪਾਂ ਇਹ ਜਾਣ ਲਿਆ ਜੀ ਕਿ ਵੱਖ-ਵੱਖ ਜੋ ਕੰਪਨੀਆਂ ਨੇ ਉਹ ਭਾਰਤ ਦੇ ਵਿੱਚ ਕਦੋਂ ਆਈਆਂ, ਕਦੋਂ ਉਹਨਾਂ ਦੀ ਭਾਰਤ ਦੇ ਵਿੱਚ ਸਥਾਪਨਾ ਹੋਈ ਹੈ। ਹੁਣ ਆਪਾਂ ਵੇਖਦੇ ਹਾਂ ਜੀ ਕਿ ਇਹਨਾਂ ਕੰਪਨੀਆਂ ਨੇ ਭਾਰਤ ਦੇ ਵਿੱਚ ਆਪਣੀ ਫੈਕਟਰੀ ਕਿੱਥੇ ਲਗਾਈ ਹੈ ਅਤੇ ਕਿਹੜੇ ਸਨ ਦੇ ਵਿੱਚ ਲਗਾਈ ਹੈ। ਇਸ ਟੇਬਲ ਨੂੰ ਜੀ ਹੁਣ ਤੁਸੀਂ ਧਿਆਨ ਨਾਲ ਦੇਖੋ। ਸਭ ਤੋਂ ਪਹਿਲਾਂ ਆ ਜਾਂਦਾ ਹੈ ਜੀ ਪਹਿਲੇ ਨੰਬਰ 'ਤੇ ਪੁਰਤਗਾਲੀ, ਜਿਹੜੇ 1498 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਉਂਦੇ ਨੇ ਅਤੇ ਇਹ ਸਭ ਤੋਂ ਪਹਿਲਾਂ ਜੋ ਆਪਣੀ ਫੈਕਟਰੀ ਲਗਾਉਂਦੇ ਨੇ ਜੀ ਇਹ ਲਗਾਉਂਦੇ ਨੇ ਕੋਚੀਨ ਦੇ ਵਿੱਚ, ਜਿਸ ਨੂੰ ਕਈ ਥਾਂ 'ਤੇ ਕੋਚੀ ਵੀ ਲਿਖਿਆ ਜਾਂਦਾ ਹੈ। ਇਹ ਲਗਾਉਂਦੇ ਆ ਜੀ 1509 ਈਸਵੀ ਦੇ ਵਿੱਚ ਆਪਣੀ ਕੰਪਨੀ। ਠੀਕ ਹੈ ਜੀ, ਲਗਭਗ ਆਪਣੇ ਆਉਣ ਤੋਂ 5 ਸਾਲ ਬਾਅਦ ਇਹ ਆਪਣੀ ਪਹਿਲੀ ਫੈਕਟਰੀ ਲਗਾ ਲੈਂਦੇ ਨੇ। ਪੁਰਤਗਾਲੀ 1498 ਦੇ ਵਿੱਚ ਆਏ, ਉਸ ਦੇ ਵਿੱਚ 5 ਪਲੱਸ ਕਰੋ ਜੀ 1503 ਈਸਵੀ ਦੇ ਵਿੱਚ ਤੁਸੀਂ ਇਹ ਯਾਦ ਰੱਖ ਸਕਦੇ ਹੋ ਕਿ ਉਹਨਾਂ ਨੇ ਆਪਣੀ ਪਹਿਲੀ ਫੈਕਟਰੀ ਲਗਾਈ। ਜੇਕਰ ਤੁਹਾਡੇ ਵੈਸੇ ਯਾਦ ਨਹੀਂ ਰਹਿੰਦਾ ਜੀ ਇੰਨੀਆਂ ਡੇਟਸ ਨੂੰ ਯਾਦ ਰੱਖਣਾ ਔਖਾ, ਤਾਂ ਤੁਸੀਂ ਉਹਨਾਂ ਦੇ ਆਉਣ ਦੇ ਕ੍ਰਮ ਨੂੰ ਯਾਦ ਰੱਖੋ ਜੀ, ਅਤੇ ਉਸ ਤੋਂ ਬਾਅਦ ਇਹ ਯਾਦ ਰੱਖਣਾ ਹੈ ਕਿ ਕਿੰਨੇ ਸਾਲ ਬਾਅਦ ਉਹਨਾਂ ਨੇ ਆਪਣੇ ਆਉਣ ਤੋਂ ਉੱਥੇ ਫੈਕਟਰੀ ਲਗਾਈ ਹੈ ਜੀ। ਠੀਕ ਹੈ, ਇਸ ਤਰ੍ਹਾਂ ਇਹਨਾਂ ਦੇ ਵਿੱਚ ਜੇਕਰ ਤੁਸੀਂ 1498 ਦੇ ਵਿੱਚ 5 ਪਲੱਸ ਕਰੋਗੇ ਤਾਂ 1503 ਈਸਵੀ ਦੇ ਵਿੱਚ ਇਹਨਾਂ ਦੀ ਜੋ ਪਹਿਲੀ ਫੈਕਟਰੀ ਲਗਾਉਣ ਦਾ ਉਹ ਸਮਾਂ ਆ ਜਾਏਗਾ। ਇਸ ਤੋਂ ਬਾਅਦ ਆ ਜਾਂਦੇ ਨੇ ਜੀ ਅੰਗਰੇਜ਼, ਜੋ 1600 ਈਸਵੀ ਦੇ ਵਿੱਚ ਆਪਣੀ ਕੰਪਨੀ ਬਣਾ ਲੈਂਦੇ ਨੇ ਅਤੇ ਇਹਨਾਂ ਦੀ ਜੋ ਪਹਿਲੀ ਕੰਪਨੀ ਦੀ ਜੋ ਪਹਿਲੀ ਫੈਕਟਰੀ ਲੱਗੀ ਹੈ ਜੀ ਉਹ ਸੀ ਮਸੂਲੀਪਟਮ ਦੇ ਵਿੱਚ, ਜਿਹੜੀ ਕਿ 1611 ਈਸਵੀ ਦੇ ਵਿੱਚ ਲੱਗ ਗਈ ਸੀ। ਪਰ ਜੋ ਇਹਨਾਂ ਨੇ ਪਹਿਲੀ ਕੰਪਨੀ ਦੀ ਆਪਣੀ ਫੈਕਟਰੀ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਉਹ ਕੀਤੀ ਗਈ ਸੀ ਜੀ ਸੂਰਤ ਦੇ ਵਿੱਚ, ਜਿਹੜੀ ਸੀ 1608 ਈਸਵੀ ਦੇ ਵਿੱਚ। ਪਰ ਇਸ ਦੇ ਵਿੱਚ ਜੀ ਕੁਝ ਪ੍ਰੋਬਲਮ ਆ ਗਈਆਂ ਸੀ, ਇਸ ਲਈ ਇਹ ਪੂਰੀ ਨਹੀਂ ਬਣੀ ਸੀ। ਇਸ ਤੋਂ ਪਹਿਲਾਂ ਕੀ ਹੈ ਜੀ ਕਿ ਮਸੂਲੀਪਟਮ ਦੀ 1611 ਈਸਵੀ ਦੇ ਵਿੱਚ ਜੋ ਇਹਨਾਂ ਦੀ ਫੈਕਟਰੀ ਸੀ ਉਹ ਤਿਆਰ ਹੋ ਗਈ ਸੀ, ਇਸ ਲਈ ਆਪਾਂ ਉਸ ਨੂੰ ਪਹਿਲੇ ਕਹਿੰਦੇ ਹਾਂ। ਅਤੇ ਜੋ ਇਹ 1608 ਈਸਵੀ ਦੇ ਵਿੱਚ ਜੀ ਇਹਨਾਂ ਨੇ ਸੂਰਤ ਦੇ ਵਿੱਚ ਸ਼ੁਰੂ ਕੀਤੀ ਸੀ ਫੈਕਟਰੀ, ਇਸ ਦਾ ਜੋ ਕੰਮ ਪੂਰਾ ਹੁੰਦਾ ਹੈ ਜੀ ਇਹ ਹੁੰਦਾ ਹੈ 1613 ਈਸਵੀ ਦੇ ਵਿੱਚ। ਇਸ ਲਈ ਜੀ ਇਹ ਸ਼ੁਰੂ ਤਾਂ ਪਹਿਲਾਂ ਹੁੰਦੀ ਹੈ ਪਰ ਇਹ ਬਣ ਕੇ ਤਿਆਰ ਦੂਸਰੇ ਨੰਬਰ 'ਤੇ ਹੁੰਦੀ ਹੈ। ਇਸ ਤੋਂ ਬਾਅਦ ਆ ਜਾਂਦੇ ਨੇ ਜੀ ਡੱਚ, ਜੋ 1602 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਪਣੀ ਕੰਪਨੀ ਬਣਾ ਲੈਂਦੇ ਨੇ ਅਤੇ ਇਹ ਵੀ ਜੋ ਆਪਣੀ ਪਹਿਲੀ ਫੈਕਟਰੀ ਲਗਾਉਂਦੇ ਨੇ ਜੀ ਇਹ ਵੀ ਮਸੂਲੀਪਟਮ ਦੇ ਵਿੱਚ ਲਗਾਉਂਦੇ ਨੇ, ਜਿਹੜੀ ਲਗਾਈ ਜਾਂਦੀ ਹੈ ਜੀ 1605 ਈਸਵੀ ਦੇ ਵਿੱਚ। ਠੀਕ ਹੈ ਜੀ, 1602 ਦੇ ਵਿੱਚ ਆਉਂਦੇ ਆ, ਉਸ ਦੇ ਵਿੱਚ 3 ਪਲੱਸ ਕਰੋ ਜੀ 1605 ਈਸਵੀ ਦੇ ਵਿੱਚ ਇਹ ਆਪਣੀ ਫੈਕਟਰੀ ਲਗਾ ਲੈਂਦੇ ਨੇ। ਜੇਕਰ ਅੰਗਰੇਜ਼ਾਂ ਬਾਰੇ ਪੁੱਛਿਆ ਜਾਵੇ ਤਾਂ ਉਹਨਾਂ ਦੇ ਆਉਣ ਦੇ ਸਮੇਂ ਦੇ ਵਿੱਚ 8 ਸਾਲ ਜਾਂ 11 ਸਾਲ ਤੁਸੀਂ ਐਡ ਕਰਕੇ ਸੂਰਤ ਜਾਂ ਮਸੂਲੀਪਟਮ ਲਿਖ ਦੇਣਾ ਹੈ। ਉਹ ਆਪਸ਼ਨ ਦੇਖ ਲੈਣਾ ਜੀ ਕਿਹੜਾ ਦਿੱਤਾ ਗਿਆ, ਦੋਨੇ ਹੀ ਆ ਸਕਦੇ ਜਾਂ ਮਸੂਲੀਪਟਮ ਜਾਂ ਸੂਰਤ, ਉਹ ਉਸ ਹਿਸਾਬ ਨਾਲ ਹੋ ਜਾਏਗਾ। ਇਹ ਪ੍ਰਸ਼ਨ 'ਤੇ ਡਿਪੈਂਡ ਕਰਦਾ ਹੈ ਕਿ ਕੀ ਦੱਸਿਆ ਗਿਆ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਫਰਾਂਸੀਸੀ, ਜਿਹੜੇ 1664 ਈਸਵੀ ਦੇ ਵਿੱਚ ਆਉਂਦੇ ਨੇ, 1664 ਈਸਵੀ ਦੇ ਵਿੱਚ ਆਪਣੀ ਕੰਪਨੀ ਬਣਾਉਂਦੇ ਨੇ ਅਤੇ ਜੋ ਸਭ ਤੋਂ ਪਹਿਲੀ ਇਹ ਫੈਕਟਰੀ ਲਗਾਉਂਦੇ ਨੇ ਇਹ ਲਗਾਉਂਦੇ ਨੇ ਜੀ ਸੂਰਤ ਦੇ ਵਿੱਚ। ਇਹ ਲਗਾਉਂਦੇ ਆ 1668 ਈਸਵੀ ਦੇ ਵਿੱਚ ਆਪਣੇ ਆਉਣ ਤੋਂ 4 ਸਾਲ ਬਾਅਦ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਦੇਖਿਆ ਕਿ ਜੋ ਇਹ ਕੰਪਨੀਆਂ ਇਹ ਕਦੋਂ ਕਦੋਂ ਆਈਆਂ, ਕਦੋਂ ਕਦੋਂ ਇਹ ਸਥਾਪਿਤ ਹੋਈਆਂ, ਇਹਨਾਂ ਨੇ ਆਪਣੀ ਕਿਸ ਸਥਾਨ 'ਤੇ ਜੀ ਫੈਕਟਰੀ ਲਗਾਈ ਹੈ, ਕਿਸ ਸਮੇਂ ਦੇ ਵਿੱਚ ਲਗਾਈ ਹੈ। ਇਹਨਾਂ ਚਾਰਟਸ ਨੂੰ ਜੀ ਤੁਸੀਂ 2-3 ਵਾਰ ਜ਼ਰੂਰ ਦੇਖਣਾ, ਅੱਜ ਦੇਖੋ, ਕੱਲ੍ਹ ਦੇਖੋ, ਪਰਸੋਂ ਦੇਖੋ, ਇੱਦਾਂ ਕਰਕੇ ਜੀ, ਇੱਦਾਂ ਨਹੀਂ ਕਿ ਅੱਜ ਹੀ 3 ਵਾਰੀ ਦੇਖ ਲਓ। ਇੱਕ ਦਿਨ ਦੇ ਵਿੱਚ ਜੋ ਯਾਦ ਕੀਤਾ ਜੀ ਉਹ ਦੂਸਰੇ ਦਿਨ ਤੱਕ ਭੁੱਲਣ ਦੀ ਬਹੁਤ ਜ਼ਿਆਦਾ ਆਪਣੀ ਪੋਸੀਬਿਲਿਟੀ ਹੁੰਦੀ ਹੈ। ਇਸ ਲਈ ਜੀ ਇੱਕ ਚੀਜ਼ ਨੂੰ 2-3 ਦਿਨ ਦੇਖੋ ਤੁਸੀਂ, ਤਾਂ ਕਿ ਤੁਹਾਨੂੰ ਲੰਮੇ ਸਮੇਂ ਤੱਕ ਉਹ ਯਾਦ ਰਹਿ ਸਕੇ। ਚਾਹੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜੀ, ਨਹੀਂ ਤਾਂ ਤੁਹਾਨੂੰ ਕੱਲ੍ਹ ਸੁਬਾਹ ਤੱਕ ਇਸ ਵੀਡੀਓ ਦਾ ਜੋ PDF ਆ ਜੀ ਉਹ ਵੀ ਟੈਲੀਗ੍ਰਾਮ ਗਰੁੱਪ 'ਤੇ ਮਿਲ ਜਾਏਗਾ। ਪਰ ਇਹਨਾਂ ਚਾਰਟਸ ਨੂੰ ਜੀ ਤੁਸੀਂ ਜ਼ਰੂਰ ਦੇਖਦੇ ਰਹਿਣਾ ਤਾਂ ਕਿ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਲ ਨੂੰ ਭੁੱਲੋ ਨਾ ਅਤੇ ਐਗਜ਼ਾਮ ਦੇ ਵਿੱਚ ਜੀ ਇਹਨਾਂ ਸਾਰੇ ਪੁਆਇੰਟਸ ਨੂੰ ਤੁਸੀਂ ਵਧੀਆ ਤਰੀਕੇ ਯਾਦ ਰੱਖ ਕੇ ਆਪਣੇ ਜੋ ਕੁਐਸਚਨ ਆ ਉਹਨਾਂ ਨੂੰ ਸਹੀ ਕਰ ਸਕੋ। ਹੁਣ ਤੱਕ ਆਪਾਂ ਵੀਡੀਓ ਦੇ ਵਿੱਚ ਦੇਖ ਚੁੱਕੇ ਹਾਂ ਜੀ ਕਿ ਕਿਹੜੀਆਂ ਕੰਪਨੀਜ਼ ਕਦੋਂ ਭਾਰਤ ਦੇ ਵਿੱਚ ਆਈਆਂ, ਉਹਨਾਂ ਦੇ ਆਉਣ ਦਾ ਕ੍ਰਮ ਕੀ ਸੀ, ਕਿਹੜੇ ਸਾਲ ਦੇ ਵਿੱਚ ਆਉਂਦੀਆਂ ਨੇ, ਕਿਹੜੇ ਸਾਲ ਦੇ ਵਿੱਚ ਸਥਾਪਿਤ ਹੁੰਦੀਆਂ ਨੇ ਅਤੇ ਕਿਹੜੇ ਸਾਲ ਦੇ ਵਿੱਚ ਆਪਣੀ ਜੋ ਪਹਿਲੀ ਫੈਕਟਰੀ ਹੈ ਜੀ ਉਹ ਲਗਾਉਂਦੀਆਂ ਨੇ।
ਉਹਨਾਂ ਸਭ ਨੂੰ ਜੀ ਆਪਾਂ ਵੱਖ-ਵੱਖ ਟੇਬਲਸ ਦੇ ਨਾਲ ਸਮਝਣ ਦੀ, ਉਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਆਪਾਂ ਇੱਕ-ਇੱਕ ਕਰਕੇ ਜੀ ਇਹਨਾਂ ਕੰਪਨੀਆਂ ਨੂੰ ਥੋੜ੍ਹਾ ਡਿਟੇਲ ਦੇ ਨਾਲ ਪੜ੍ਹਦੇ ਹਾਂ ਅਤੇ ਆਪਣੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜੋ ਆਪਣੇ ਮਲਟੀ ਚੋਇਸ ਕੁਐਸਚਨ ਆ ਸਕਦੇ ਆ ਜੀ, MCQs ਆਉਂਦੇ ਨੇ, ਉਹਨਾਂ ਦੇ ਬਾਰੇ ਹੁਣ ਆਪਾਂ ਡਿਟੇਲ ਦੇ ਨਾਲ ਫੋਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਪੁਰਤਗਾਲੀ ਈਸਟ ਇੰਡੀਆ ਕੰਪਨੀ ਬਾਰੇ। ਜੋ ਭਾਰਤ ਦੇ ਵਿੱਚ ਜੀ ਸਭ ਤੋਂ ਪਹਿਲੇ ਯੂਰਪੀ ਲੋਕ ਆਏ ਸੀ ਉਹ ਸੀ ਪੁਰਤਗਾਲੀ। ਇਹ ਪੁਰਤਗਾਲੀਆਂ ਨੂੰ ਜੀ ਪੋਰਟੁਗੀਜ਼ ਵੀ ਬੋਲਿਆ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਪੁਰਤਗਾਲ ਨੂੰ ਪੋਰਟੁਗੀਜ਼ ਬੋਲਿਆ ਜਾਂਦਾ ਹੈ, ਠੀਕ ਹੈ। ਜੇਕਰ ਕੋਈ ਪੋਰਟੁਗੀਜ਼ ਬੋਲਦੇ ਤਾਂ ਤੁਸੀਂ ਉਲਝਣਾ ਨਹੀਂ, ਉਹ ਪੁਰਤਗਾਲੀ ਹੁੰਦਾ ਹੈ, ਠੀਕ ਹੈ ਜੀ। ਭਾਰਤ ਦੇ ਵਿੱਚ ਜੋ ਸਭ ਤੋਂ ਪਹਿਲਾਂ ਪੁਰਤਗਾਲੀ ਵਿਅਕਤੀ ਆਇਆ ਸੀ ਉਹ ਆਇਆ ਸੀ ਜੀ ਵਾਸਕੋ ਡੀ ਗਾਮਾ, ਜੋ ਯੂਰਪ ਤੋਂ ਸਮੁੰਦਰੀ ਰਸਤੇ ਰਾਹੀਂ ਭਾਰਤ ਦੇ ਵਿੱਚ ਆਇਆ। ਅਤੇ ਜੇਕਰ ਇਸ 'ਤੇ ਆਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਆਇਆ ਸੀ ਜੀ 17 ਮਈ 1498 ਈਸਵੀ ਨੂੰ। ਇਸ ਸਮੇਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਜੀ, 17 ਮਈ 1498 ਈਸਵੀ ਨੂੰ। ਜੋ ਵਾਸਕੋ ਡੀ ਗਾਮਾ ਜੀ, ਇਹ ਜੋ ਤੁਸੀਂ ਪਿਕਚਰ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ, ਇਹ ਵਾਸਕੋ ਡੀ ਗਾਮਾ ਦੀ ਇੱਕ ਪੇਂਟਿੰਗ ਬਣਾਈ ਹੋਈ ਹੈ ਜੀ, ਜੋ ਕਿਸੇ ਵਿਅਕਤੀ ਨੇ ਵਾਸਕੋ ਡੀ ਗਾਮਾ ਦੀ ਬਣਾਈ ਸੀ, ਠੀਕ ਹੈ ਜੀ। ਅਤੇ ਜੋ ਵਾਸਕੋ ਡੀ ਗਾਮਾ ਜਿਸ ਰਸਤੇ ਰਾਹੀਂ ਜੀ ਪੁਰਤਗਾਲ ਤੋਂ ਭਾਰਤ ਤੱਕ ਆਇਆ, ਯਾਨੀ ਕਿ ਯੂਰਪੀਅਨ ਮਹਾਦੀਪ ਤੋਂ ਉਹ ਭਾਰਤੀ ਉਪ ਮਹਾਦੀਪ ਦੇ ਵਿੱਚ ਆਇਆ, ਉਸ ਸਮੁੰਦਰੀ ਰਸਤੇ ਨੂੰ ਕਿਹਾ ਜਾਂਦਾ ਹੈ ਜੀ ਕੇਪ ਆਫ ਗੁੱਡ ਹੋਪ। ਜੋ ਤੁਸੀਂ ਆ ਮੈਪ ਦੇ ਵਿੱਚ ਜੀ ਰੈੱਡ ਲਾਈਨ ਦੇਖ ਰਹੇ ਹੋ, ਇਸੇ ਨੂੰ ਜੀ ਕੇਪ ਆਫ ਗੁੱਡ ਹੋਪ ਕਿਹਾ ਜਾਂਦਾ ਹੈ। ਇਸ ਦੀ ਜੋ ਇਸ ਰਸਤੇ ਦੀ ਖੋਜ ਕੀਤੀ ਗਈ ਸੀ, ਇਹ ਕੀਤੀ ਗਈ ਸੀ ਜੀ ਵਾਸਕੋ ਡੀ ਗਾਮਾ ਦੁਆਰਾ, ਜੋ ਯੂਰਪ ਤੋਂ ਜੀ ਭਾਰਤ ਦੇ ਵਿੱਚ ਸਮੁੰਦਰੀ ਰਸਤੇ ਰਾਹੀਂ ਆਇਆ। ਉਹ ਪੁਰਤਗਾਲ ਦੇਸ਼ ਤੋਂ ਭਾਰਤ ਦੇਸ਼ ਤੱਕ ਸਮੁੰਦਰੀ ਰਸਤੇ ਰਾਹੀਂ ਆਉਣ ਵਾਲਾ ਪਹਿਲਾ ਵਿਅਕਤੀ ਸੀ ਜੀ। ਹੁਣ ਤੱਕ ਆਪਾਂ ਇਹ ਤਾਂ ਜਾਣ ਲਿਆ ਜੀ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੋ ਯੂਰਪੀ ਆਇਆ ਉਹ ਵਾਸਕੋ ਡੀ ਗਾਮਾ ਆਇਆ, ਉਹ ਕਿਸ ਰਸਤੇ ਰਾਹੀਂ ਆਇਆ, ਕੇਪ ਆਫ ਗੁੱਡ ਹੋਪ, ਉਹ ਵੀ ਆਪਾਂ ਜਾਣ ਲਿਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਵਾਸਕੋ ਡੀ ਗਾਮਾ ਜਦੋਂ ਇਸ ਸਮੁੰਦਰੀ ਰਸਤੇ ਤੋਂ ਆਉਂਦਾ ਹੈ ਤਾਂ ਭਾਰਤ ਦੇ ਵਿੱਚ ਸਭ ਤੋਂ ਪਹਿਲੇ ਕਿਹੜੇ ਸਥਾਨ 'ਤੇ ਪਹੁੰਚਦਾ ਹੈ, ਇਸ ਦੇ ਬਾਰੇ ਵੀ ਕਈ ਵਾਰ ਆਪਣੇ ਤੋਂ MCQ ਪੁੱਛਿਆ ਜਾਂਦਾ ਹੈ। ਤਾਂ ਵਾਸਕੋ ਡੀ ਗਾਮਾ ਜੀ ਸਭ ਤੋਂ ਪਹਿਲੇ ਜਿਸ ਸਥਾਨ 'ਤੇ ਭਾਰਤ ਦੇ ਵਿੱਚ ਪਹੁੰਚਿਆ ਸੀ ਉਹ ਸੀ ਕਾਲੀਕਟ ਬੰਦਰਗਾਹ। ਇਹ ਤੁਸੀਂ ਯਾਦ ਰੱਖਣਾ ਜੀ, ਸਾਊਥ ਇੰਡੀਆ ਦਾ ਏਰੀਆ ਆ ਜਾਂਦਾ ਹੈ ਕਾਲੀਕਟ ਬੰਦਰਗਾਹ, ਜਿੱਥੇ ਆ ਕੇ ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਰੁਕਿਆ ਸੀ। ਉਸ ਸਮੇਂ ਜੋ ਕਾਲੀਕਟ ਇਹ ਖੇਤਰ ਸੀ ਜੀ, ਇਸ 'ਤੇ ਜੋ ਇਸ ਰਾਜੇ ਦਾ ਰਾਜ ਸੀ ਉਸ ਦਾ ਵੀ ਨਾਮ ਕਈ ਵਾਰ ਪੁੱਛਿਆ ਜਾਂਦਾ ਹੈ, ਤਾਂ ਉਸ ਦਾ ਨਾਮ ਸੀ ਜੀ ਜਮੂਰੀਅਨ ਨਾਮ ਦਾ ਰਾਜਾ ਸੀ, ਜੋ ਭਾਰਤ ਦੇ ਕਾਲੀਕਟ ਪ੍ਰਦੇਸ਼ ਦੇ ਉੱਪਰ ਰਾਜ ਕਰਦਾ ਸੀ। ਜਦੋਂ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਐਂਟਰ ਕਰਦਾ ਹੈ ਤਾਂ ਉਸ ਦੀ ਖਬਰ ਮਿਲਦੀ ਹੈ ਜੀ ਇਸ ਕਾਲੀਕਟ ਦੇ ਰਾਜੇ ਨੂੰ, ਯਾਨੀ ਕਿ ਜਮੂਰੀਅਨ ਨੂੰ। ਤਾਂ ਜਮੂਰੀਅਨ ਦੇ ਦੁਆਰਾ ਜੀ ਇਸ ਪੁਰਤਗਾਲੀ ਦਾ, ਇਸ ਵਾਸਕੋ ਡੀ ਗਾਮਾ ਦਾ ਬਹੁਤ ਜ਼ਿਆਦਾ ਸਵਾਗਤ ਵੀ ਕੀਤਾ ਜਾਂਦਾ, ਉਸ ਦੀ ਆਓ ਭਗਤ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਕਿਸੇ ਆਉਣ ਵਾਲੇ ਮਹਿਮਾਨ ਦੀ ਕੀਤੀ ਜਾਂਦੀ ਹੈ। ਵਾਸਕੋ ਡੀ ਗਾਮਾ ਇਸ ਜਮੂਰੀਅਨ ਨੂੰ ਮਿਲ ਕੇ ਜੀ ਉਸ ਦੇ ਨਾਲ ਵਪਾਰ ਬਾਰੇ ਗੱਲਬਾਤ ਕਰਦਾ ਹੈ, ਉਸ ਨੂੰ ਦੱਸਦਾ ਹੈ ਕਿ ਅਸੀਂ ਤੁਹਾਡੇ ਤੋਂ ਇੱਥੋਂ ਸਮਾਨ ਖਰੀਦ ਕੇ ਲੈ ਕੇ ਜਾਵਾਂਗੇ, ਜਿਸ ਦੇ ਨਾਲ ਤੁਹਾਨੂੰ ਵੀ ਇਨਕਮ ਹੋਏਗੀ ਅਤੇ ਅਸੀਂ ਇਸ ਦਾ ਵਪਾਰ ਕਰਾਂਗੇ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜਮੂਰੀਅਨ ਤੋਂ ਵਾਸਕੋ ਡੀ ਗਾਮਾ ਨੂੰ ਇਜਾਜ਼ਤ ਮਿਲ ਜਾਂਦੀ ਹੈ ਅਤੇ ਜੋ ਵਾਸਕੋ ਡੀ ਗਾਮਾ ਉਹ ਭਾਰਤ ਦੇ ਵਿੱਚੋਂ ਮਸਾਲੇ ਲੈ ਕੇ ਜਾਂਦਾ ਹੈ ਯੂਰਪ ਦੇ ਵਿੱਚ ਵੇਚਣ ਲਈ। ਸਭ ਤੋਂ ਪਹਿਲਾਂ ਜੋ ਵਾਸਕੋ ਡੀ ਗਾਮਾ ਦੇ ਦੁਆਰਾ ਵਪਾਰ ਕੀਤਾ ਜਾਂਦਾ ਹੈ ਉਹ ਕੀਤਾ ਜਾਂਦਾ ਹੈ ਜੀ ਮਸਾਲਿਆਂ ਦਾ। ਇਹ ਵੀ ਕਈ ਵਾਰ ਪੁੱਛਿਆ ਜਾਂਦਾ ਹੈ। ਵਾਸਕੋ ਡੀ ਗਾਮਾ ਜਦੋਂ ਭਾਰਤ ਦੇ ਵਿੱਚੋਂ ਮਸਾਲੇ ਖਰੀਦ ਕੇ ਲੈ ਜਾਂਦਾ ਹੈ, ਇਸ ਦੇ ਨਾਲ ਕੀ ਹੋਇਆ ਜੀ ਕਿ ਭਾਰਤੀਆਂ ਨੂੰ ਵੀ ਇਨਕਮ ਹੋਈ, ਕਿਉਂਕਿ ਉਹਨਾਂ ਦੀ ਚੀਜ਼ ਕੁਝ ਵਿਕਣ ਲੱਗ ਗਈ। ਉਸ ਤੋਂ ਬਾਅਦ ਅਗਲੀ ਗੱਲ ਕੀ ਹੁੰਦਾ ਹੈ ਜੀ ਕਿ ਜਦੋਂ ਵਾਸਕੋ ਡੀ ਗਾਮਾ ਯੂਰਪ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹ ਉਹਨਾਂ ਮਸਾਲਿਆਂ ਨੂੰ ਉੱਥੇ ਜਾ ਕੇ ਵੇਚਦਾ ਹੈ ਅਤੇ ਉਸ ਮਸਾਲਿਆਂ ਨੂੰ ਵੇਚਣ ਤੋਂ ਬਾਅਦ ਜੋ ਉਸ ਦੀ ਇਨਕਮ ਹੁੰਦੀ ਹੈ ਜੀ, ਉਸ ਦਾ ਸਾਰਾ ਖਰਚਾ ਕੱਢ ਦੇਣ ਤੋਂ ਬਾਅਦ ਵੀ ਲਗਭਗ 60 ਗੁਣਾ ਮੁਨਾਫਾ ਜੋ ਵਾਸਕੋ ਡੀ ਗਾਮਾ ਨੂੰ ਹੁੰਦਾ ਹੈ। ਇੰਨਾ ਜ਼ਿਆਦਾ ਮੁਨਾਫਾ ਦੇਖ ਕੇ ਹੀ ਸਾਰੇ ਜੋ ਹੋਰ ਵੀ ਯੂਰਪੀ ਲੋਕ ਸੀ, ਹੋਰ ਵੀ ਯੂਰਪੀ ਕੰਪਨੀਜ਼ ਸੀ, ਉਹ ਭਾਰਤ ਵੱਲ ਪ੍ਰੇਰਿਤ ਹੁੰਦੇ ਆ, ਭਾਰਤ ਵੱਲ ਉਹ ਅਟਰੈਕਟ ਹੁੰਦੇ ਆ ਕਿ ਉਹ ਭਾਰਤ ਦੇ ਵਿੱਚ ਆਉਣ, ਇੱਥੋਂ ਚੀਜ਼ਾਂ ਲੈ ਕੇ ਜਾਣ, ਯੂਰਪ ਦੇ ਵਿੱਚ ਵੇਚਣ, ਤਾਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਵੇ, ਜੋ ਕਿ ਵਪਾਰ ਦਾ ਬੇਸਿਕ ਰੂਲ ਆ ਜਾਂਦਾ ਹੈ ਕਿ ਜਿੰਨਾ ਜ਼ਿਆਦਾ ਮੁਨਾਫਾ ਹੋਏਗਾ ਉਨਾ ਹੀ ਉਸ ਕਿਸੇ ਵੀ ਬਿਜ਼ਨਸ ਵੱਲ ਲੋਕ ਹੈ ਜੋ ਵੱਧ ਪ੍ਰੇਰਿਤ ਹੁੰਦੇ ਨੇ। ਇਸ ਤਰ੍ਹਾਂ ਜੀ ਕਾਫੀ ਪੁਆਇੰਟਸ ਆ ਜੋ ਜਿਨ੍ਹਾਂ ਤੋਂ ਪ੍ਰਸ਼ਨ ਪੁੱਛੇ ਜਾਂਦੇ ਆ, ਉਹ ਆਪਾਂ ਸਾਰੇ ਇਸ ਸਲਾਈਡ ਦੇ ਵਿੱਚ ਕਲੀਅਰ ਕਰ ਲਿਆ। ਪਹਿਲਾਂ ਆਉਂਦਾ ਹੈ ਜੀ ਕਿ ਸਭ ਤੋਂ ਪਹਿਲਾਂ ਕੌਣ ਆਇਆ, ਵਾਸਕੋ ਡੀ ਗਾਮਾ ਆਇਆ, ਕਿਸ ਰਸਤੇ ਰਾਹੀਂ ਆਇਆ ਉਹ ਵੀ ਆਪਾਂ ਜਾਣ ਲਿਆ, ਕਦੋਂ ਆਇਆ ਉਹ ਜਾਣ ਲਿਆ, ਫਿਰ ਭਾਰਤ ਦੇ ਵਿੱਚ ਕਿਸ ਸਥਾਨ 'ਤੇ ਆਇਆ, ਕਿਹੜਾ ਰਾਜਾ ਸੀ, ਕੀ ਵਪਾਰ ਕੀਤਾ। ਇਹ ਸਾਰੇ ਜੋ ਪੁਆਇੰਟ ਆ ਜੀ ਸਭ ਦੇ ਵਿੱਚੋਂ MCQ ਪੁੱਛੇ ਜਾਂਦੇ ਆ, ਇਸ ਲਈ ਤੁਸੀਂ ਧਿਆਨ ਨਾਲ ਇਹਨਾਂ ਨੂੰ ਪੜ੍ਹਨਾ ਆ, ਯਾਦ ਕਰਨਾ। ਸਿਰਫ ਇੱਕ ਵਾਰੀ ਵੀਡੀਓ ਟਪਾ ਕੇ ਇਹ ਨਹੀਂ ਸੋਚਣਾ ਕਿ ਸਭ ਕੁਝ ਦਿਮਾਗ 'ਚ ਆ ਗਿਆ, ਤੁਸੀਂ ਉਸ ਨੂੰ 1-2 ਵਾਰ ਜ਼ਰੂਰ ਪੜ੍ਹਿਆ ਕਰੋ, ਹੋ ਸਕੇ ਤਾਂ ਆਪਣੇ ਨੋਟਸ ਵੀ ਬਣਾ ਲਿਆ ਕਰੋ ਤਾਂ ਕਿ ਤੁਹਾਨੂੰ ਵਧੀਆ ਤਰੀਕੇ ਯਾਦ ਰਵੇ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਵਾਸਕੋ ਡੀ ਗਾਮਾ ਤੋਂ ਬਾਅਦ ਕਿਹੜੇ ਪੁਰਤਗਾਲੀ ਸੀ ਜੋ ਭਾਰਤ ਦੇ ਵਿੱਚ ਐਂਟਰ ਹੁੰਦੇ ਆ। ਜੋ ਵਾਸਕੋ ਡੀ ਗਾਮਾ ਜੀ ਇਹ ਵੀ ਕੋਈ ਵੈਸੇ ਵਿਅਕਤੀ ਨਹੀਂ ਸੀ, ਇਹ ਪੁਰਤਗਾਲੀ ਈਸਟ ਇੰਡੀਆ ਕੰਪਨੀ ਦਾ ਹੀ ਇੱਕ ਕਰਮਚਾਰੀ ਸੀ ਜਾਂ ਇੱਕ ਵਿਅਕਤੀ ਸੀ ਜਾਂ ਅਫਸਰ ਸੀ, ਕੁਝ ਵੀ ਕਹਿ ਸਕਦੇ ਹੋ, ਪਰ ਇਹ ਪੁਰਤਗਾਲੀ ਈਸਟ ਇੰਡੀਆ ਕੰਪਨੀ ਦਾ ਹੀ ਇੱਕ ਹਿੱਸਾ ਸੀ। ਠੀਕ ਹੈ ਜੀ। ਜਦੋਂ ਭਾਰਤ ਦੇ ਵਿੱਚ 1498 ਦੇ ਵਿੱਚ ਆਉਂਦਾ ਹੈ, ਉਹ ਵਪਾਰ ਕਰਦਾ ਹੈ, ਵਪਾਰ ਦੇ ਵਿੱਚ ਪੁਰਤਗਾਲੀਆਂ ਨੂੰ ਲਾਭ ਹੁੰਦਾ ਹੈ ਅਤੇ ਇਸ ਤੋਂ ਬਾਅਦ ਕੀ ਹੈ ਜੀ ਕਿ ਪੁਰਤਗਾਲੀ ਭਾਰਤ ਦੇ ਵਿੱਚ ਆਪਣਾ ਜੋ ਕੰਟਰੋਲ ਹੈ ਉਸ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਬਾਰੇ ਸੋਚਦੇ ਨੇ। ਇਸ ਦੇ ਲਈ ਕੀ ਹੁੰਦਾ ਹੈ ਜੀ ਕਿ ਉਹ ਭਾਰਤ ਦੇ ਵਿੱਚ 1505 ਈਸਵੀ ਦੇ ਵਿੱਚ ਆਪਣਾ ਪਹਿਲਾ ਗਵਰਨਰ ਜਾਂ ਵਾਇਸਰਾਏ ਭੇਜਦੇ ਆ। ਜੋ ਵਾਇਸਰਾਏ ਆ ਜਾਂ ਗਵਰਨਰ ਹੈ ਜੀ ਸੇਮ ਹੀ ਚੀਜ਼ ਹੁੰਦੀ ਹੈ, ਬਸ ਇਸ ਨੂੰ ਆਪਾਂ ਦੋ ਨਾਮ ਲੈਂਦੇ ਹਾਂ।
ठीक है जी। पुर्तगालियों के द्वारा जो वाइसराय पहला भेजा जाता है भारत के विच, उसका नाम सी जी फ्रांसिस्को डी अल्मीडा। इसका पूरा नाम जेकर तुहानूं नहीं भी याद रहिंदा तो तुसीं सिर्फ लास्ट नेम याद रखना है जी, अल्मीडा। कई बार जो पहले वाला नाम है उसनूं शॉर्ट दे विच भी FD अल्मीडा लिख देणगे, तो तुहानूं याद होए, जेकर तुहानूं लास्ट वाला नाम याद है तो तुहाडे याद होएगा कि ये किस व्यक्ति की गल हो रही है। ये जो फ्रांसिस्को डी अल्मीडा जी, ये पहला गवर्नर बन के, पहला पुर्तगाली गवर्नर बन के भारत दे विच आउंदा है। तो जो फ्रांसिस्को डी अल्मीडा जी, इस दे द्वारा एक पॉलिसी बनाई गई सी, एक प्लान बनाया गया सी, जिसनूं जी आपां ब्लू वाटर पॉलिसी के नाम नाल जाणदे आ। ये ब्लू वाटर पॉलिसी जो बनाई गई सी जी, इसनूं समझ लैंदे कि ये सी की। इस ब्लू वाटर पॉलिसी के अंदर जी एक प्लान बनाया गया सी, जिस दे अधीन की सी कि जो ये पुर्तगाली है, ये जो भारत दे विच आ जाते हैं तो ये सोचते हैं कि जो भारत के नाल लगदा जी हिंद महासागर का खेतर है, उस दे उपर ये अपना पूर्ण कंट्रोल कर लैण। ये सारे हिंद महासागर के उपर अपना कंट्रोल कर लैण, ताकि जिहड़े भी वपारी जहाज़ भारत के नाल जां किसी होर एशिया के इधर लगते खेतर के नाल वपार करनगे, तो जेकर उन्होंने वपारी जहाज़ ये हिंद महासागर के विचों गुजरनगे जिथे पुर्तगालियों का कंट्रोल होएगा, तो उन्होंने जी कुछ टैक्स देना पएगा, उत्थों लंघण का टैक्स देना पएगा समुद्र के विचों। इस नाल की सी जी, एक तो पुर्तगालियों का जो वपार के उपर पूर्ण कंट्रोल हो जाना सी, समुद्री जहाज़ों के उपर कंट्रोल हो जाना सी जिहड़े उस हिंद महासागर के विच लंघणे सी। एक तो इन्हां नाल जी जो पुर्तगाली उन्होंने ठुक बननी सी, ठीक है जी, उन्होंने शक्ति दे विच वाधा होना सी। दूसरा की है जी कि इस दे नाल नाल जो पुर्तगाली है उन्होंने बहुत ज़्यादा इनकम होनी सी, क्योंकि लखां ही जहाज़ उत्तों लंघने सी जी। हर देश, जो भी कोई देश यूरोप का जिसने भारत के नाल वपार करना सी, उसने लंघना तो हिंद महासागर के विच दी सी, तो की होना सी जी कि पुर्तगालियों को ऑटोमैटिकली इनकम भी होनी सी। इस तरह की ये पॉलिसी तो बहुत वधिया सी, पर की है जी ये पॉलिसी पूरी वधिया तरीके इंप्लीमेंट नहीं हुई, ये असल दे विच उन्नी वधिया तरीके नहीं बनी। इदां दा प्लान ही कुछ जां इदां दीयां गल्लां ही कई बार अपने नाल भी हो जांदियां ने। आपां भी सधारण जीवन दे विच जी बहुत कुछ सोचते हैं, मोटिवेशनल वीडियोज़ देखते हैं, किसी व्यक्ति को देखते हैं जो अपने जीवन के सफल होया, आपां नूं भी लगता जी कि इसने छोटी चीज़ तो शुरुआत की, आपां भी कर सकते हैं। पर की है जी आपां सोचते बहुत कुछ हाँ भी आपां ये करांगे इदां सफल होवांगे, ऐ करांगे, फ्यूचर प्लैनिंग करते हैं। पर की है जो पहला स्टैप आपां चकना हुंदा जी, आपां वो नहीं चकते। पॉलिसी जां कोई भी प्लैन किन्ना मर्जी वधिया होवे, जिन्ना टाइम वो अपने दिमाग च आ जी, वो फिर दिमाग दे विच ही रह जाता, वो असल दे विच नहीं होता। जिन्ना टाइम आपां उहनूं इंप्लीमेंट करन लई कोई स्टैप नहीं चकदे, कोई कदम नहीं चकदे जी, कुछ मेहनत नहीं करते, उन्ना टाइम जिन्नी मर्जी वधिया पॉलिसीज़ होण वो फिर गल्लां 'च ही रह जांदी है। इस तरह का कुछ ही इन्हां दे नाल होया सी। हुण आपां अपने टॉपिक ते आउंदे हां जी, आसे पासे अपने माइंड नूं डिवर्ट नहीं करते। भारत दे विच जो दूजा पुर्तगाली गवर्नर आया जी, उसका नाम सी अल्फांसो डी अल्बुकर्क। ये आया जी 1509 ईस्वी दे विच। इसका भी जेकर पूरा पहला वाला नाम तुहाडे नहीं याद रहिंदा तो तुसीं इकल्ला अल्बुकर्क जरूर याद रखना। वैसे एक गल याद रखण वाली है जां एक गल आपां नूं नोट करन वाली है जी कि जो ये सारे पुर्तगाली आए है, इन्हां दे नाम दा मिडल नेम आ जो उत्थे सारिਆਂ दा डी ऐड हुंदा है, जिवें वास्को डी गामा, फ्रांसिस्को डी गामा, अल्फांसो डी गामा, ठीक है जी। जेकर डी वाला नाम आ तो तुसीं याद रखियो कि ज़्यादातर वो पुर्तगाली हो सकते हैं, क्योंकि आपां तां 3-4 व्यक्तियों के नाम ही याद रखने, आपां किहड़ा सारे पुर्तगाल के नाम याद रखने आ। जिन्हां तो अपने तो प्रश्न पूछे जाते हैं उन्हां दा नाम याद रखण दी एक ये भी ट्रिक आ कि उन्हां दे नाम दे विच डी जरूर आएगा ही आएगा, ठीक है जी। जो ये अल्फांसो डी अल्बुकर्क है जी, इसे नूं ही कहा जाता है कि ये पुर्तगालियों का भारत दे विच वास्तविक संस्थापक है। जेकर पुर्तगालियों का भारत दे विच वास्तविक संस्थापक पूछा जाता है तो ये आएगा जी अल्फांसो डी अल्बुकर्क। ना ही ये वास्को डी गामा आएगा तो ना ही ये अल्मीडा आएगा, ठीक है जी। ये क्यों सी वास्तविक संस्थापक क्यों कहा जाता है, हुण आपां इस गल नूं समझ लैंदे आ। सब तो पहला काम जो अल्बुकर्क के द्वारा किया गया जी, अल्बुकर्क ने जो पुर्तगाली लोग भारत दे विच आए सी उन्हां नूं उत्साहित किया कि वो भारतीय लोगों के नाल विआह कराउण। जिवें कि पुर्तगाली जो मर्द आ वो औरतां दे नाल, भारतीय औरतां दे नाल विआह कराउणगे तो उन्हां दे जो बच्चे होणगे जी अगे वो उन्हां दी मिक्स जनरेशन होएगी। इस दे नाल की होएगा, एक तो जो पुर्तगाली है तो जो भारतीय लोग आपस दे विच रल मिल के लैणगे। दूसरा की है जी कि इस दे नाल जो अल्बुकर्क उसकी दूरअंदेशी सोच का भी आपां नूं पता लगदा है, क्योंकि वो चाहुंदा सी कि भारतीय जो पुर्तगालियां नूं अपने आप तो अलग ना समझण। जेकर पुर्तगाली अलग रहिंदे, वो भारतीयों दे नाल किसी टाइप का कोई रिलेशन नहीं रखणगे ज़्यादा, तो उन्हां दे विच जी जो आपां कह सकते हैं कि कोआर्डीनेशन होनी चाहिए है, जो उन्हां दे विच मिलवर्तन होना चाहिए है, वो पूर्ण तौर पर नहीं होना सी। पर जेकर पुर्तगाली ते भारती आपस दे विच विआह कराउणगे तो आपस दे विच जी उन्हां दे रिलेशन हो जाणगे, वो एक दूजे नूं अपना परिवार समझणगे, अते जो पुर्तगाली ते भारती है वो एक दूजे के खिलाफ नहीं होणगे। इस तरह की सोच सी अल्बुकर्क दी, जो कि पुर्तगालियां दे लई जी बहुत वधिया भी रही, क्योंकि पुर्तगालियां दे इस दे नाल भारत दे विच वधिया तरीके पैर जम गए सी। इस तो इलावा भी होर बहुत सारे काम अल्बुकर्क ने कीते जो आपां नैक्सट स्लाइड दे विच देखदे हां।
ਜੋ ਅਗਲਾ ਮੁੱਖ ਕੰਮ ਹੈ ਜੀ ਜੋ ਅਲਬੂਕਰਕ ਦੇ ਦੁਆਰਾ ਕੀਤਾ ਗਿਆ ਸੀ ਉਹ ਹੈ ਜੀ 1510 ਈਸਵੀ ਦਾ ਬੀਜਾਪੁਰ ਅਭਿਆਨ। ਇਸ ਅਭਿਆਨ ਦੌਰਾਨ ਜੋ ਅਲਬੂਕਰਕ ਹੈ ਜੀ ਇਸਨੇ ਆਦਿਲ ਸ਼ਾਹ ਨਾਮ ਦੇ ਭਾਰਤੀ ਸ਼ਾਸਕ ਤੋਂ ਗੋਆ ਪ੍ਰਦੇਸ਼ ਨੂੰ ਜਿੱਤ ਲਿਆ ਸੀ। ਇਹ ਗੋਆ ਪ੍ਰਦੇਸ਼ ਦੇ ਉੱਪਰ ਜੀ 1510 ਈਸਵੀ ਤੋਂ ਜੋ ਪੁਰਤਗਾਲੀਆਂ ਦਾ ਕਬਜ਼ਾ ਰਿਹਾ, ਇੱਥੇ ਕਬਜ਼ਾ ਰਿਹਾ ਜੀ ਪੁਰਤਗਾਲੀਆਂ ਦਾ 1961 ਈਸਵੀ ਤੱਕ। ਆਪਾਂ ਨੂੰ ਪਤਾ ਹੈ ਕਿ 1947 'ਚ ਆਪਣਾ ਦੇਸ਼ ਭਾਰਤ ਆਜ਼ਾਦ ਹੋ ਗਿਆ ਸੀ, ਪਰ ਉਸ ਸਮੇਂ ਵੀ ਜੋ ਭਾਰਤ ਦੇ ਕੁਝ ਖੇਤਰ ਸੀ ਜੀ ਉਹ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਸੀ, ਉਹਨਾਂ ਦੇ ਉੱਪਰ ਅਜੇ ਵੀ ਬਾਹਰਲੀਆਂ ਸ਼ਕਤੀਆਂ ਦਾ ਕੰਟਰੋਲ ਸੀ। ਇਸੇ ਤਰ੍ਹਾਂ ਦਾ ਖੇਤਰ ਹੈ ਜੀ ਗੋਆ, ਜੋ 1961 ਈਸਵੀ ਦੇ ਵਿੱਚ ਜਾ ਕੇ ਆਜ਼ਾਦ ਹੋਇਆ ਪੁਰਤਗਾਲੀਆਂ ਦੇ ਕੋਲੋਂ। ਪੁਰਤਗਾਲੀ ਹੀ ਪਹਿਲੇ ਜਿਹੇ ਯੂਰਪੀ ਸ਼ਕਤੀ ਸੀ ਜੀ ਜੋ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਐਂਟਰ ਹੋਈ ਹੈ, ਅਤੇ ਸਭ ਤੋਂ ਬਾਅਦ ਜਾਣ ਵਾਲੀ ਜੋ ਯੂਰਪੀ ਸ਼ਕਤੀ ਹੈ ਜੀ ਉਹ ਵੀ ਪੁਰਤਗਾਲੀ ਹੀ ਸੀ, ਜੋ 1961 ਈਸਵੀ ਦੇ ਵਿੱਚ ਜੀ ਬਾਕੀ ਸਭ ਤੋਂ ਬਾਅਦ ਦੇ ਵਿੱਚ ਭਾਰਤ ਦੇ ਵਿੱਚੋਂ ਗਏ ਨੇ। ਠੀਕ ਹੈ ਜੀ, ਇੱਥੋਂ ਤੱਕ ਆਪਾਂ ਨੂੰ ਪਤਾ ਲੱਗਦਾ ਕਿ ਅਲਬੂਕਰਕ ਨੇ ਦੋ ਮੁੱਖ ਕੰਮ ਕੀਤੇ, ਇੱਕ ਤਾਂ ਉਸਨੇ ਗੋਆ ਪ੍ਰਦੇਸ਼ ਜਿੱਤ ਲਿਆ, ਅਤੇ ਦੂਸਰਾ ਕੀ ਹੈ ਜੀ ਕਿ ਉਸਨੇ ਭਾਰਤ ਦੇ ਲੋਕਾਂ ਨਾਲ ਮਿਲਵਰਤਨ ਵਧਾਉਣ ਲਈ ਉਹਨਾਂ ਦੇ ਵਿੱਚ ਵਿਆਹ ਸ਼ਾਦੀ ਦਾ ਜੋ ਕੰਮ ਸੀ ਜੀ ਉਸ ਨੂੰ ਸ਼ੁਰੂ ਕੀਤਾ, ਉਸ ਰੀਤ ਨੂੰ ਸ਼ੁਰੂ ਕੀਤਾ। ਇਸ ਤੋਂ ਬਾਅਦ ਜੀ ਇੱਕ ਹੋਰ ਗਵਰਨਰ ਆਉਂਦਾ ਹੈ ਜਿਸ ਦੇ ਬਾਰੇ ਵੈਸੇ ਤਾਂ ਘੱਟ ਹੀ ਪ੍ਰਸ਼ਨ ਪੁੱਛੇ ਜਾਂਦੇ ਨੇ, ਪਰ ਆਪਾਂ ਉਸ ਨੂੰ ਵੀ ਪੜ੍ਹ ਲੈਂਦੇ ਹਾਂ। ਇਸ ਦਾ ਨਾਮ ਸੀ ਜੀ ਮਾਰਟਨ ਅਲਫਾਂਸੋ ਡਿਸੂਜ਼ਾ। ਇਹ ਆਉਂਦਾ ਹੈ ਜੀ 1560 ਈਸਵੀ ਵਿੱਚ। ਜਦੋਂ ਇਹ ਗਵਰਨਰ ਆਇਆ ਜੀ, ਜੋ ਤੀਸਰੇ ਨੰਬਰ 'ਤੇ ਪੁਰਤਗਾਲ ਦੇ ਵਿੱਚ ਗਵਰਨਰ ਆਇਆ, ਅਤੇ ਇਸ ਦੇ ਨਾਲ ਜੀ ਕੁਝ ਈਸਾਈ ਲੋਕ, ਕੁਝ ਈਸਾਈ ਸੰਤ ਜਾਂ ਪ੍ਰੀਸਟ ਕਹਿੰਦੇ ਆ ਜੀ ਜਿਨ੍ਹਾਂ ਨੂੰ, ਉਹ ਭਾਰਤ ਦੇ ਵਿੱਚ ਆਏ। ਜੋ ਇਹ ਈਸਾਈ ਲੋਕ ਸੀ ਜੀ ਇਹਨਾਂ ਦਾ ਮੁੱਖ ਕੰਮ ਸੀ ਭਾਰਤ ਦੇ ਵਿੱਚ ਲੋਕਾਂ ਨੂੰ ਈਸਾਈ ਧਰਮ ਦੇ ਨਾਲ ਜੋੜਨਾ। ਇਹਨਾਂ ਨੇ ਜੀ ਗੋਆ ਪ੍ਰਦੇਸ਼ ਦੇ ਬਹੁਤ ਜ਼ਿਆਦਾ ਜੋ ਲੋਕ ਸੀ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਲਿਆਂਦਾ, ਵੀ ਉਹਨਾਂ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕੀਤਾ। ਠੀਕ ਹੈ ਜੀ, ਹੁਣ ਵੀ ਜੇਕਰ ਤੁਸੀਂ ਗੋਆ ਦੇ ਵਿੱਚ ਜਾਓਗੇ ਕਦੇ ਤਾਂ ਤੁਹਾਨੂੰ ਇੱਦਾਂ ਲੱਗੇਗਾ ਕਿ ਇਹ ਭਾਰਤ ਦਾ ਹਿੱਸਾ ਨਹੀਂ ਹੈ, ਇੱਕ ਫੋਰਨ ਕੰਟਰੀ ਹੈ, ਇਸ ਟਾਈਪ ਦਾ ਉਹ ਲੱਗਦਾ ਹੈ, ਕਿਉਂਕਿ ਉਹਨਾਂ ਦੇ ਉੱਪਰ ਜੋ ਪੁਰਤਗਾਲੀ ਜੀ ਸਾਰਾ ਉਹਨਾਂ ਦਾ ਪ੍ਰਭਾਵ ਰਿਹਾ, ਪੁਰਤਗਾਲੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਰਿਹਾ। ਉਹਨਾਂ ਦੇ ਹਰ ਕਹਿ ਸਕਦੇ ਆਪਾਂ ਕਿ ਉਹਨਾਂ ਦੇ ਡੇਲੀ ਜੀਵਨ ਦਾ ਜਾਂ ਉਹਨਾਂ ਦੇ ਲਿਟਰੇਚਰ ਦਾ, ਉਹਨਾਂ ਦੇ ਜੋ ਰੀਤੀ ਰਿਵਾਜ ਸੀ, ਸਭ ਕਾਸੇ ਦਾ ਪ੍ਰਭਾਵ ਹੈ ਜੋ ਉਹ ਹੁਣ ਵੀ ਗੋਆ ਪ੍ਰਦੇਸ਼ ਦੇ ਉੱਪਰ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ ਪੁਰਤਗਾਲੀ ਸੀ ਇਹਨਾਂ ਦੇ ਦੁਆਰਾ ਇੱਕ ਕਾਰਟਰੇਜ ਸਿਸਟਮ ਚਲਾਇਆ ਗਿਆ। ਇਹ ਕਾਰਟਰੇਜ ਸਿਸਟਮ ਕੀ ਸੀ ਜੀ, ਇਸ ਨੂੰ ਜਾਣ ਲੈਂਦੇ ਹਾਂ। ਇਹ ਇੱਕ ਪਰਮਿਟ ਸਿਸਟਮ ਸੀ ਜੋ ਪੁਰਤਗਾਲੀਆਂ ਦੇ ਦੁਆਰਾ ਚਲਾਇਆ ਗਿਆ ਸੀ ਜੀ ਆਪਣੀ ਅਧਿਕਾਰ ਖੇਤਰ ਦੇ ਸਮੁੰਦਰ ਦੇ ਵਿੱਚੋਂ ਜਹਾਜ਼ ਲੰਘਣ ਤੋਂ। ਜੋ ਆਪਾਂ ਪਹਿਲਾਂ ਪਾਲਿਸੀ ਪੜ੍ਹੀ ਸੀ ਜੀ ਬਲੂ ਵਾਟਰ ਪਾਲਿਸੀ, ਇਹ ਉਸੇ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਇੰਪਲੀਮੈਂਟੇਸ਼ਨ ਸੀ। ਜਦੋਂ ਇੰਪਲੀਮੈਂਟ ਹੋ ਗਿਆ ਤਾਂ ਇਸ ਨੂੰ ਨਾਮ ਦਿੱਤਾ ਗਿਆ ਜੀ ਕਾਰਟਰੇਜ। ਜਿਹੜੇ ਵੀ ਉਹ ਖੇਤਰ ਹੁੰਦੇ ਸੀ ਜੀ ਜਿਨ੍ਹਾਂ ਦੇ ਉੱਪਰ, ਜਿਹੜੇ ਸਮੁੰਦਰੀ ਖੇਤਰ ਦੇ ਉੱਪਰ ਪੁਰਤਗਾਲੀਆਂ ਦਾ ਕਬਜ਼ਾ ਸੀ, ਭਾਰਤ ਦੇ ਨਾਲ ਲੱਗਦੇ ਓਬਵੀਅਸ ਦੀ ਗੱਲ ਹੈ ਜੀ ਹਿੰਦ ਮਹਾਸਾਗਰ ਦੇ ਉੱਪਰ ਜੋ ਪੁਰਤਗਾਲੀ ਸੀ ਇਹਨਾਂ ਨੇ ਆਪਣਾ ਅਧਿਕਾਰ ਕੀਤਾ ਸੀ, ਤਾਂ ਉਸ ਹਿੰਦ ਮਹਾਸਾਗਰ ਤੋਂ ਜੋ ਵੀ ਜਹਾਜ਼ ਲੰਘਦੇ ਸੀ ਜੀ, ਜੋ ਭਾਰਤ ਦੇ ਵਿੱਚ ਆਉਂਦੇ ਸੀ ਜਾਂ ਭਾਰਤ ਤੋਂ ਬਾਹਰ ਜਾਂਦੇ ਸੀ, ਤਾਂ ਉਹਨਾਂ ਤੋਂ ਜੀ ਇਹ ਇੱਕ ਫੀਸ ਲੈਂਦੇ ਸੀ, ਇੱਕ ਪਰਮਿਟ ਦੇ ਰੂਪ ਵਿੱਚ ਇੱਕ ਫੀਸ ਲਈ ਜਾਂਦੀ ਸੀ ਜਿਸ ਨੂੰ ਕਾਰਟਰੇਜ ਕਿਹਾ ਜਾਂਦਾ ਸੀ। ਇਹੀ ਕਾਰਟਰੇਜ ਸਿਸਟਮ ਆ ਜੀ ਜੋ ਪੁਰਤਗਾਲੀਆਂ ਦੇ ਦੁਆਰਾ ਚਲਾਇਆ ਗਿਆ ਸੀ, ਅਤੇ ਇਸ ਨਾਲ ਪੁਰਤਗਾਲੀਆਂ ਨੂੰ ਬਹੁਤ ਜ਼ਿਆਦਾ ਲਾਭ ਵੀ ਹੋਇਆ। ਹੁਣ ਆਪਾਂ ਇਸ ਸਭ ਤੋਂ ਬਾਅਦ ਦੇਖਦੇ ਹਾਂ ਜੀ ਕਿ ਪੁਰਤਗਾਲੀਆਂ ਦੇ ਦੁਆਰਾ ਭਾਰਤ ਦੇ ਵਿੱਚ ਕਿਹੜੇ-ਕਿਹੜੇ ਨਵੇਂ ਆਵਿਸ਼ਕਾਰ ਕੀਤੇ ਗਏ ਜਾਂ ਨਵੀਆਂ ਚੀਜ਼ਾਂ ਲਿਆਂਦੀਆਂ ਗਈਆਂ। ਇਸ ਦੇ ਵਿੱਚ ਜੀ ਦੋ ਮੁੱਖ ਚੀਜ਼ਾਂ ਆ ਜਾਂਦੀਆਂ। ਪਹਿਲੀ ਤਾਂ ਹੈ ਜੀ ਕਿ ਭਾਰਤ ਦੇ ਵਿੱਚ ਜੋ ਪ੍ਰਿੰਟਿੰਗ ਪ੍ਰੈਸ ਦੀ ਸ਼ੁਰੂਆਤ ਹੋਈ ਹੈ, ਜੋ ਛਾਪਾਖਾਨਾ ਹੁੰਦਾ ਜੀ ਜਿਸ ਦੇ ਵਿੱਚ ਸਾਰੇ ਕਾਗਜ਼ ਦੇ ਉੱਪਰ ਪ੍ਰਿੰਟਿੰਗ ਹੁੰਦੀ ਹੈ, ਕੋਈ ਬੁੱਕਸ ਛਪਦੀਆਂ ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ ਕਿ ਅਖਬਾਰ ਛਪਦੇ ਨੇ, ਉਹ ਜੋ ਪ੍ਰਿੰਟਿੰਗ ਮਸ਼ੀਨ ਪਹਿਲੀ ਵਾਰੀ ਭਾਰਤ ਦੇ ਵਿੱਚ ਲਿਆਂਦੀ ਗਈ ਸੀ, ਉਹ ਲਿਆਂਦੀ ਗਈ ਸੀ ਜੀ ਪੁਰਤਗਾਲੀ ਲੋਕਾਂ ਦੇ ਦੁਆਰਾ। ਇਹ ਪਹਿਲਾ ਪੁਆਇੰਟ ਆ ਜਾਂਦਾ ਹੈ ਜੀ। ਦੂਸਰਾ ਹੈ ਜੀ ਭਾਰਤ ਦੇ ਵਿੱਚ ਸਮੁੰਦਰੀ ਜਹਾਜ਼ ਬਣਾਉਣ ਦੀ ਸ਼ੁਰੂਆਤ ਜੋ ਕੀਤੀ ਗਈ ਆ, ਉਹ ਵੀ ਪੁਰਤਗਾਲੀ ਲੋਕਾਂ ਦੇ ਦੁਆਰਾ ਕੀਤੀ ਗਈ ਆ, ਕਿਉਂਕਿ ਉਸ ਤੋਂ ਪਹਿਲਾਂ ਜੋ ਭਾਰਤੀ ਲੋਕ ਸੀ ਜੀ ਉਹ ਸਮੁੰਦਰ ਪਾਰ ਕਰਨ ਨੂੰ ਬਹੁਤ ਜ਼ਿਆਦਾ ਅਪਸ਼ਗੁਨ ਮੰਨਦੇ ਸੀ। ਉਹ ਮੰਨਦੇ ਸੀ ਕਿ ਇੱਕ ਮਾੜੇ ਸਮੇਂ ਦੀ ਨਿਸ਼ਾਨੀ ਹੈ ਕਿ ਜੇ ਕਿਸੇ ਨੂੰ ਸਮੁੰਦਰ ਪਾਰ ਕਰਕੇ ਦੂਸਰੀ ਤਰਫ ਜਾਣਾ ਪੈਂਦਾ ਹੈ। ਠੀਕ ਹੈ ਜੀ, ਇਸ ਟਾਈਪ ਦੀ ਜੋ ਰੂੜੀਵਾਦੀ ਸੋਚ ਸੀ ਉਸ ਸਮੇਂ ਭਾਰਤੀ ਲੋਕਾਂ ਦੀ ਸੀ। ਠੀਕ ਹੈ ਜੀ, ਇਸ ਨੂੰ ਕਹਿ ਸਕਦੇ ਹਾਂ ਕਿ ਬਦਲਣ ਦਾ ਜਾਂ ਇਸ ਦੇ ਵਿੱਚ ਚੇਂਜ ਲਿਆਉਣ ਦਾ ਜੋ ਕੰਮ ਕੀਤਾ ਉਹ ਪੁਰਤਗਾਲੀ ਲੋਕਾਂ ਦੀ ਖੋਜ ਨੇ ਹੀ ਕੀਤਾ ਜੀ। ਉਹਨਾਂ ਨੇ ਭਾਰਤ ਦੇ ਵਿੱਚ ਸਮੁੰਦਰੀ ਜਹਾਜ਼ ਬਣਾਉਣ ਦੀ ਸ਼ੁਰੂਆਤ ਕੀਤੀ, ਜਿਸ ਦੇ ਨਾਲ ਹੌਲੀ ਹੌਲੀ ਕਿ ਭਾਰਤੀ ਲੋਕਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਜੀ ਸਮਝ ਆਈ। ਇਸ ਤੋਂ ਬਾਅਦ ਜੀ ਕੁਝ ਹੋਰ ਚੀਜ਼ਾਂ ਜੀ ਜਿਨ੍ਹਾਂ ਦੀ ਆਪਾਂ ਨੂੰ ਪੁਰਤਗਾਲੀਆਂ ਦੇ ਭਾਰਤ ਦੇ ਵਿੱਚ ਆਉਣ ਨਾਲ ਹੀ ਪਤਾ ਲੱਗਿਆ। ਇਸ ਦੇ ਵਿੱਚ ਪਹਿਲਾ ਆ ਜਾਂਦਾ ਹੈ ਜੀ ਲਾਲ ਮਿਰਚ, ਕਾਲੀ ਮਿਰਚ, ਤੰਬਾਕੂ, ਗੰਨਾ, ਪਪੀਤਾ ਅਤੇ ਅਨਾਨਾਸ। ਕੁਝ ਫਲ, ਕੁਝ ਜੀ ਸਬਜ਼ੀਆਂ, ਇਸ ਟਾਈਪ ਦੀਆਂ ਇਹ ਚੀਜ਼ਾਂ ਨੇ ਜਿਨ੍ਹਾਂ ਦਾ ਭਾਰਤੀਆਂ ਨੂੰ ਪਹਿਲਾਂ ਨਹੀਂ ਪਤਾ ਸੀ, ਕਿਉਂਕਿ ਭਾਰਤ ਦੇ ਵਿੱਚ ਉਗਾਈਆਂ ਨਹੀਂ ਜਾਂਦੀਆਂ ਸੀ। ਜਦੋਂ ਪੁਰਤਗਾਲੀ ਭਾਰਤ ਦੇ ਵਿੱਚ ਐਂਟਰ ਹੋਇਆ ਜੀ, ਅਤੇ ਇਹਨਾਂ ਨੇ ਭਾਰਤ ਦੇ ਵਿੱਚ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਕੀਤੀ ਹੈ, ਤਾਂ ਫਿਰ ਭਾਰਤੀ ਲੋਕ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਲੱਗਿਆ। ਇੱਥੇ ਇੱਕ ਹੋਰ ਚੀਜ਼ ਰਹਿ ਗਈ ਹੈ ਜੀ, ਜੋ ਆਲੂ ਹੈ, ਆਲੂ ਨੂੰ ਵੀ ਜੋ ਪੁਰਤਗਾਲੀ ਲੋਕ ਆ ਉਹੀ ਭਾਰਤ ਦੇ ਵਿੱਚ ਲੈ ਕੇ ਆਏ ਸੀ। ਜੋ ਆਲੂ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਫੇਮਸ ਆ ਜੀ, ਹਰੇਕ ਸਬਜ਼ੀ ਦੇ ਵਿੱਚ ਆਲੂ ਚਲਿਆ ਜਾਂਦਾ, ਉਹ ਆਲੂ ਵੀ ਪੁਰਤਗਾਲੀ ਲੋਕ ਹੀ ਭਾਰਤ ਦੇ ਵਿੱਚ ਲੈ ਕੇ ਆਏ ਸੀ। ਇਸ ਤਰ੍ਹਾਂ ਆਪਾਂ ਵੇਖਿਆ ਜੀ ਕਿ ਜੋ ਪੁਰਤਗਾਲੀ ਲੋਕ ਆ ਇਹਨਾਂ ਦਾ ਆਪਣੇ ਜੀਵਨ ਦੇ ਉੱਪਰ, ਆਪਣੇ ਭਾਰਤ ਦੇ ਉੱਪਰ ਕੀ ਪ੍ਰਭਾਵ ਪਿਆ, ਕਿਹੜੇ ਕਿਹੜੇ ਲੋਕ ਆਏ, ਉਹਨਾਂ ਨੇ ਕੀ ਕੀ ਕੰਮ ਕੀਤੇ ਆ। ਇਹਨਾਂ ਨੂੰ ਸਭ ਨੂੰ ਜੇ ਤੁਸੀਂ ਧਿਆਨ ਨਾਲ ਸਮਝਣਾ, ਇੱਕ ਦੋ ਵਾਰ ਦੇਖਣਾ, ਤਾਂ ਕਿ ਤੁਸੀਂ ਇਸ ਨੂੰ ਵਧੀਆ ਤਰੀਕੇ ਯਾਦ ਰੱਖ ਸਕੋ। ਪੁਰਤਗਾਲੀ ਕੰਪਨੀ ਨੂੰ ਡਿਟੇਲ ਨਾਲ ਪੜ੍ਹਨ ਅਤੇ ਸਮਝਣ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਦੂਸਰੀ ਕੰਪਨੀ ਨੂੰ, ਜੋ ਆ ਜਾਂਦੀ ਹੈ ਜੀ ਡੱਚ ਈਸਟ ਇੰਡੀਆ ਕੰਪਨੀ।
पर उस तो पहला जी जेकर तुहानूं वीडियो चंगी लग रही है तो चलते चलते वीडियो नूं लाइक जरूर कर दो। जेकर अजे भी चैनल नूं सबसक्राइब नहीं किया तो सबसक्राइब जरूर कर लो तो नाल वाला बैल आइकन भी प्रेस कर लो। बहुत सारे स्टूडेंट्स का जी एक इशू आता है कि उन्होंने प्रॉब्लम होंदी है कि भी मैं बहुत ज़्यादा तेज़ समझा देना या बहुत तेज़ ज़्यादा पढ़ देना है जी। मैं इस दे विच की है जी क्योंकि जी वीडियो ज़्यादा वड्डी ना हो जाए, एक तो वो करके तेज़ होंदा, दूसरा की है जी कि मैं वैसे भी डेली लाइफ के कुछ ज़्यादा ही तेज़ बोलदा। अपने वालों जी इस वीडियो के विच मैं पूरी कोशिश कर रहा कि मैं हौली समझावां तो हौली तरीके सारी गल नूं मैं करां। पर देख सकते हो जी जेकर हुण भी कोई प्रॉब्लम लग रही है तो तुसीं कमेंट जरूर कर देना नीचे ताकि मैं होर भी वधिया तरीके की वीडियो बना सकां। ठीक है जी, नहीं एक छोटा जिहा सल्यूशन आ, तुसीं उपरों प्लेबैक जो स्पीड है जी वीडियो की उन्होंने थोड़ी जी घटा लिया करो। बाकी मैं अपने वालों भी पूरी कोशिश करूँगा जी कि हुण मैं थोड़ा कह सकते हैं कि हौली पढ़ाया करा, हौली समझाया करा ताकि तुहानूं वधिया तरीके समझ आवे। हुण आपां शुरू करते हैं जी डच ईस्ट इंडिया कंपनी बारे पढ़ना। जो डच लोग है जी ये हॉलैंड देश के निवासी है। जो हॉलैंड देश है जी इसनूं नीदरलैंड भी कहा जाता है। इसके दो नाम आ जाते हैं जी, हॉलैंड तो नीदरलैंड, इक्को देश ही है। उत्थे जो लोग रहिंदे आ जी उन्होंने डच कहा जाता है। तो ये आया जी भारत के 1595 ईस्वी के, किते किते जी इन्हों 1596 ईस्वी भी लिखा जाता है। 95 96 दोनों ठीक हो सकते हैं जी, बस ऑप्शन देखना तुसी कि प्रश्न के किहड़ा ऑप्शन दिता गया। ओके है जी, जे 95 या 96 है तो उस 95 नूं ही क्लिक करना है, 95 ते ही टिक करना। ठीक है जी, ज़्यादा 95 नूं सही समझा जाता है। जो डच लोग जी भारत दे विच आए आ, ये आए तो 1595 ईस्वी दे विच सी, पर इन्होंने भारत दे विच जो अपनी कंपनी की शुरुआत की है जी, जिसनों आपां डच ईस्ट इंडिया कंपनी कहने आ, उसकी स्थापना की है जी 1602 ईस्वी दे विच। इन्ना गैप किवें रह गया जी, ये 7 साल का गैप क्यों रह गया, इस दे बारे गल कर लैने आ। जो डच लोग सी जी इन्होंने भारत दे विच एक बार 1595 दे विच एंट्री तो की, पर उदों इन्होंने जी भारत दे विच अपना बिजनेस नूं ज़्यादा चलाउण बारे या ज़्यादा अपने पैर लगाउण बारे इत्थे कोई सोच विचार नहीं की। उन्होंने किया जी भारत दे विच आए, भारत नूं देखिया तो उस तो बाद की है जी वो जो इंडोनेशिया खेतर सी जी, इंडोनेशिया के नाल दे जो होर खेतर सी उन्हां वल चले गए, उन्हां दा ज़्यादा मेन फोकस उधर सी। पर बाद दे विच जी ये फिर 7 साल बाद 1602 ईस्वी दे विच फिर तो भारत दे विच एंट्री करते हैं तो फिर इत्थे अपनी जो ये कंपनी है जी उसकी स्थापना करते हैं। इस तो बाद गल कर लैंदे जी हुण कि इन्होंने अपनी कंपनी तो बना ही लई भारत दे विच, हुण कोई ना कोई फैक्ट्री भी इन्होंने बनाउणी ही सी। तो डच लोग जी इस तो 3 साल बाद पहली अपनी फैक्ट्री लगाउंदे आ, जिहड़ी लगाउंदे आ जी 1605 ईस्वी दे विच मसूलीपट्टम दे विच। जिमें कि अंग्रेज़ों के द्वारा भी अपनी पहली फैक्ट्री मसूलीपट्टम दे विच लगाई गई है, तो इन्होंने भी अपनी पहली फैक्ट्री मसूलीपट्टम दे विच ही लगाई सी। अते इन्हां दे द्वारा जो दूजी फैक्ट्री लगाई गई है जी वो लगाई गई है सूरत प्रदेश के विच, जो गुजरात का खेतर रह जाता है जी सूरत, उस दे विच जो डच लोग आ वो अपनी दूजी फैक्ट्री लगाउंदे आ। जो डच लोग है जी इन्हां दा मुख उद्देश भारत दे नाल वपार करना नहीं सी। जिमें कि जो पुर्तगाली लोग जी भारत दे विच आए हैं, जिस दे विच पहला वास्को डी गामा आया, उसने भारत दे नाल वपार किया, उसने भारत दे नाल जो वपार किया जी उस दे विचों प्रॉफिट होया, उसनूं बहुत ज़्यादा लाभ होया, जिस दे करके की है जी कि पुर्तगाली लोगों का मेन फोकस सी कि वो भारत दे नाल वपार करन, भारत दे विच अपने जो पैर है जी उन्होंने वधिया तरीके जमा लैण। पर जो डच लोग सी जी, डच ईस्ट इंडिया कंपनी सी, इसका ध्यान भारत वाल नहीं सी, इन्हां दा ध्यान जी इंडोनेशिया खेतर वाल सी। ये भारत तो सिर्फ इन्हां दे रस्ते विच आउंदा सी, उत्थे कुछ टाइम रुकते सी, इसलिए इन्हां ने सोचा कि भारत दे विच भी थोड़ा बहुता अपना बेस बना लैने आ, इस टाइप दी इन्हां दी सोच सी। जो पुर्तगाली लोग है जी इन्होंने भारत के नाल मसालिਆਂ का व्यापार किया सी। जिवें कि आपां पढ़िया है कि जो वास्को डी गामा सी वो भारत के विचों मसाले खरीद के ले गया, उसने यूरोप के विच वेचे। आपां नूं पता है कि उन्होंने जी यूरोप के विच भारत के जो मसालिਆਂ का इन्हां दा काम चलाता सी, उन्होंने ज़्यादा फेमस करता सी। पर जो डच लोग है जी इन्होंने भारत के विचों मसालिਆਂ की जगह तो सूती कपड़े नूं लिजा के यूरोप के विच वेचा। इन्होंने भारत का जो सूती कपड़ा उद्योग सी जी उसनूं ज़्यादा विकसित किया, उसकी ज़्यादा डिमांड वधाई यूरोप के विच। ਅਤੇ जो ये मसाले लैके जाते सी ये वो लैंदे सी जी इंडोनेशिया खेतर तो, इसलिए ही जी उन्हों का जो मेन फोकस सी वो पहला इंडोनेशिया वाल सी, पर बाद दे विच वो हौली हौली जी भारत के विच शिफ्ट हो गए सी। इदां नहीं है कि भारत के वाल उन्होंने ज़्यादा ध्यान नहीं दिता, पहला उन्होंने ध्यान जी इंडोनेशिया खेतर वाल सी, पर बाद दे विच जो डच ईस्ट इंडिया कंपनी सी वो उन्ना ही फोकस जी भारत के उपर भी करन लग गई सी। जो डच ईस्ट इंडिया कंपनी है जी इन्हां दे द्वारा एक किला बनवाया गया सी जी, जिस दे बारे अपने तो कई बार प्रश्न पूछ ले जाते हैं। ये बनाया गया सी जी भारत के विच कोची खेतर दे विच, जिसनों आपां फोर्ट विलियम के नाम नाल जानते हैं। ये किला है जी फोर्ट विलियम, ठीक है जी, ये डच लोगों के द्वारा बनाया गया सी।
ਜਦੋਂ ਤੱਕ ਕਿ ਡੱਚ ਈਸਟ ਇੰਡੀਆ ਕੰਪਨੀ ਜੀ ਭਾਰਤ ਦੇ ਵਿੱਚ ਆਪਣਾ ਕਿਲਾ ਬਣਾ ਰਹੀ ਸੀ, ਆਪਣੇ ਬਿਜ਼ਨਸ ਨੂੰ ਇਸਟੈਬਲਿਸ਼ ਕਰ ਰਹੀ ਸੀ, ਉਦੋਂ ਤੱਕ ਭਾਰਤ ਦੇ ਵਿੱਚ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਜੀ, ਉਹ ਵੀ ਇੱਕ ਆਪਣੇ ਆਪ ਨੂੰ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਥਾਪਿਤ ਕਰ ਚੁੱਕੀ ਸੀ। ਤੇ ਫਿਰ ਕੀ ਸੀ ਜੀ ਕਿ ਦੋ ਜਦੋਂ ਕੰਪੀਟੀਟਰ ਆ ਜਾਂਦੇ ਆ ਜੀ ਇੱਕ ਮੈਦਾਨ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਜੋ ਮੁਕਾਬਲਾ ਹੁੰਦਾ ਜੀ, ਉਹਨਾਂ ਦੇ ਵਿੱਚ ਜੋ ਯੁੱਧ ਹੋਣਾ ਉਹ ਤੈਅ ਹੋ ਜਾਂਦਾ ਹੈ। ਅਤੇ ਇੱਥੇ ਕੀ ਜੋ ਅੰਗਰੇਜ਼ ਆ ਉਹ ਚਾਹੁੰਦੇ ਸੀ ਕਿ ਭਾਰਤ ਦੇ ਉੱਪਰ ਉਹਨਾਂ ਦਾ ਹੀ ਕਬਜ਼ਾ ਹੋਵੇ ਅਤੇ ਕੋਈ ਹੋਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਨਾ ਹੋਵੇ। ਇਸ ਲਈ ਕੀ ਹੁੰਦਾ ਹੈ ਜੀ ਕਿ ਜੋ ਡੱਚ ਈਸਟ ਇੰਡੀਆ ਕੰਪਨੀ ਹੈ ਅਤੇ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜੀ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਯੁੱਧ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੇ ਵਿੱਚ ਜੀ ਇੱਕ ਫੇਮਸ ਯੁੱਧ ਹੈ ਜਿਹੜਾ ਹੋਇਆ ਜੀ 1559 ਈਸਵੀ ਦੇ ਵਿੱਚ। ਇਸ ਨੂੰ ਕਿਹਾ ਜਾਂਦਾ ਹੈ ਜੀ ਬੇਦਰਾ ਦਾ ਯੁੱਧ, ਕਈ ਥਾਂ 'ਤੇ ਇਹਨੂੰ ਜੀ ਬੇਡਰਾ ਦਾ ਯੁੱਧ ਵੀ ਲਿਖ ਦਿੱਤਾ ਜਾਂਦਾ ਹੈ। ਇਹ ਜੋ ਬੇਦਰਾ ਦਾ ਯੁੱਧ ਹੋਇਆ ਜੀ, ਇਹ ਡੱਚਾਂ ਅਤੇ ਅੰਗਰੇਜ਼ਾਂ ਦੀ ਜੋ ਕੰਪਨੀ ਹੈ ਜੀ, ਇਹਨਾਂ ਦੇ ਵਿਚਕਾਰ ਹੋਇਆ। ਇਸ ਦੇ ਵਿੱਚ ਕੀ ਹੈ ਜੀ ਕਿ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਸ ਦੀ ਜਿੱਤ ਹੋਈ ਅਤੇ ਜੋ ਡੱਚ ਈਸਟ ਇੰਡੀਆ ਕੰਪਨੀ ਹੈ ਉਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ। ਇਸ ਤੋਂ ਬਾਅਦ ਹੀ ਜੋ ਡੱਚ ਈਸਟ ਇੰਡੀਆ ਕੰਪਨੀ ਹੈ ਜੀ, ਇਸ ਦੇ ਭਾਰਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੈਰ ਉਖੜ ਗਏ, ਉਹਨਾਂ ਦੀ ਸਥਿਤੀ ਭਾਰਤ ਦੇ ਵਿੱਚ ਕਮਜ਼ੋਰ ਹੋ ਗਈ ਸੀ। ਇਸ ਤੋਂ ਬਾਅਦ ਜੀ ਅੰਗਰੇਜ਼ਾਂ ਨੂੰ ਓਵਰਕਮ ਨਹੀਂ ਕਰ ਸਕੇ ਅਤੇ ਇਹ ਅੰਗਰੇਜ਼ਾਂ ਤੋਂ ਨੀਚੇ ਹੀ ਰਹੇ। ਇਹ ਇੱਕ ਛੋਟੇ ਖੇਤਰਾਂ ਦੇ ਉੱਪਰ ਹੀ ਇਹ ਰਾਜ ਕਰਦੇ ਰਹੇ, ਜ਼ਿਆਦਾ ਵੱਡੇ ਲੈਵਲ ਦੇ ਉੱਪਰ ਜੀ ਇਹਨਾਂ ਨੇ ਭਾਰਤ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਫਿਰ ਨਹੀਂ ਕਰ ਸਕੇ। ਇਸ ਤਰ੍ਹਾਂ ਆਪਾਂ ਵੇਖਿਆ ਜੀ ਕਿ ਜੋ ਡੱਚ ਈਸਟ ਇੰਡੀਆ ਕੰਪਨੀਆਂ ਨੇ ਕਿਵੇਂ ਭਾਰਤ ਦੇ ਵਿੱਚ ਸ਼ੁਰੂਆਤ ਕੀਤੀ, ਕਿਵੇਂ ਇਹਨਾਂ ਨੇ ਕਿਹੜੀ ਚੀਜ਼ ਨੂੰ ਭਾਰਤ ਦੇ ਵਿੱਚੋਂ ਲਿਜਾ ਕੇ ਯੂਰਪ ਦੇ ਵਿੱਚ ਵੇਚਿਆ ਅਤੇ ਕਿਸ ਤਰ੍ਹਾਂ ਇਹਨਾਂ ਦਾ ਜੋ ਅੰਤ ਹੈ ਜੀ ਉਹ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਨੈਕਸਟ ਯੂਰਪੀਅਨ ਕੰਪਨੀ ਕਿਹੜੀ ਭਾਰਤ ਦੇ ਵਿੱਚ ਆਈ ਸੀ। ਡੱਚ ਈਸਟ ਇੰਡੀਆ ਕੰਪਨੀ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਜੋ ਕਿ ਅੰਗਰੇਜ਼ਾਂ ਦੀ ਬਣਾਈ ਹੋਈ ਕੰਪਨੀ ਸੀ। ਅੰਗਰੇਜ਼ ਭਾਰਤ ਵਿੱਚ ਆਉਣ ਵਾਲੀਆਂ ਜੋ ਯੂਰਪੀ ਸ਼ਕਤੀਆਂ ਸੀ ਜੀ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਇਹਨਾਂ ਦਾ ਕਿਉਂ ਆਪਾਂ ਨੂੰ ਇਹ ਪਤਾ ਲੱਗਦਾ ਜੀ, ਕਿਉਂ ਆਪਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕਹਿੰਦੇ ਹਾਂ, ਕਿਉਂਕਿ ਇਹਨਾਂ ਨੇ ਹੀ ਜੀ ਲਗਭਗ ਸਾਰੇ ਭਾਰਤ ਦੇ ਉੱਪਰ ਰਾਜ ਕੀਤਾ ਹੈ ਅਤੇ ਭਾਰਤ ਦੇ ਉੱਪਰ ਜੀ ਇਹਨਾਂ ਨੇ 200 ਸਾਲ ਤੋਂ ਵੱਧ ਰਾਜ ਕੀਤਾ ਹੈ। ਇਸ ਲਈ ਆਪਾਂ ਕਹਿੰਦੇ ਹਾਂ ਜੀ ਕਿ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜਾਂ ਜੋ ਅੰਗਰੇਜ਼ ਆ, ਇਹ ਯੂਰਪੀ ਸ਼ਕਤੀਆਂ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਖਤਰਨਾਕ ਸੀ ਭਾਰਤੀਆਂ ਦੇ ਲਈ, ਅਤੇ ਸਭ ਤੋਂ ਜ਼ਿਆਦਾ ਇਹ ਸ਼ਕਤੀਸ਼ਾਲੀ ਸੀ। ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜੀ, ਇਸ ਦੀ ਸਥਾਪਨਾ ਹੋਈ ਸੀ 31 ਦਸੰਬਰ 1600 ਈਸਵੀ ਨੂੰ, ਜੋ ਕਿ ਕੀਤੀ ਗਈ ਸੀ ਜੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਪਹਿਲੀ ਦੇ ਦੁਆਰਾ। ਜੋ ਐਲਿਜ਼ਾਬੈਥ ਪਹਿਲੀ ਸੀ ਜੀ, ਇਸ ਨੇ ਜੀ 1600 ਈਸਵੀ ਨੂੰ 31 ਦਸੰਬਰ 1600 ਈਸਵੀ ਨੂੰ ਇਸ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜੀ, ਇਸ ਦੀ ਸ਼ੁਰੂਆਤ ਕੀਤੀ। ਅਤੇ ਇਸ ਨੇ ਕੀ ਕੀਤਾ ਜੀ ਕਿ ਇਸ ਨੇ 15 ਸਾਲ ਦੇ ਲਈ ਇੱਕ ਅਧਿਕਾਰ ਪੱਤਰ ਦਿੱਤਾ ਜੀ ਇਸ ਕੰਪਨੀ ਨੂੰ ਕਿ ਉਹ ਭਾਰਤ ਦੇ ਵਿੱਚ ਜਾ ਕੇ ਵਪਾਰ ਕਰਨ। ਈਸਟ ਇੰਡੀਆ ਕੰਪਨੀ ਜੋ ਸਮੁੰਦਰ ਦੇ ਰਾਹੀਂ ਜੀ ਭਾਰਤ ਦੇ ਵਿੱਚ ਆਉਣ ਵਾਲੀ ਪਹਿਲੀ ਕੰਪਨੀ ਸੀ। ਇੱਕ ਹੋਰ ਕੰਪਨੀ ਵੀ ਸੀ ਜੋ ਕਿ ਜੀ ਸਥਲ ਮਾਰਗ ਦੇ ਰਾਹੀਂ, ਜਾਂ ਕਹਿ ਸਕਦੇ ਹਾਂ ਆਪਾਂ ਕਿ ਉਹ ਬਿਨਾਂ ਸਮੁੰਦਰ ਤੋਂ ਜੋ ਥਲੀ ਖੇਤਰ ਸੀ ਉੱਧਰ ਦੀ ਹੁੰਦੀ ਹੋਈ ਉਹ ਭਾਰਤ ਦੇ ਵਿੱਚ ਐਂਟਰ ਹੋਈ ਸੀ। ਪਰ ਜੋ ਈਸਟ ਇੰਡੀਆ ਕੰਪਨੀ ਸੀ, ਇਹ ਪਹਿਲੀ ਬ੍ਰਿਟਿਸ਼ ਕੰਪਨੀ ਸੀ ਜੋ ਭਾਰਤ ਦੇ ਵਿੱਚ ਜੀ ਸਮੁੰਦਰੀ ਮਾਰਗ ਦੇ ਰਾਹੀਂ ਐਂਟਰ ਹੋਈ ਸੀ। ਇੱਥੇ ਜੀ ਇੱਕ ਆਪਾਂ ਸ਼ੁਰੂ ਦੇ ਵਿੱਚ ਪੜ੍ਹਿਆ ਸੀ ਕਿ ਜੋ ਭਾਰਤ ਦੇ ਵਿੱਚ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ੁਰੂਆਤ ਹੋਈ ਆ, ਇਹ 1600 ਈਸਵੀ 'ਚ ਹੋ ਗਈ ਸੀ। ਪਰ ਇੱਥੇ ਆਪਾਂ ਪੜ੍ਹ ਰਹੇ ਹਾਂ ਜੀ ਕਿ 31 ਦਸੰਬਰ 1600 ਨੂੰ ਇਸ ਦੀ ਜੋ ਸਥਾਪਨਾ ਉਹੀ ਹੋਈ ਹੈ। ਜੇਕਰ 31 ਦਸੰਬਰ ਨੂੰ ਜੀ ਇਹ ਬ੍ਰਿਟੇਨ ਦੇ ਵਿੱਚ ਬਣਾਈ ਗਈ ਹੈ ਤਾਂ ਇੱਥੇ 1600 ਈਸਵੀ 'ਚ ਕਿਵੇਂ ਆ ਸਕਦੇ ਆ ਅੰਗਰੇਜ਼, ਕਿਉਂਕਿ 31 ਦਸੰਬਰ ਤਾਂ ਲਾਸਟ ਦਿਨ ਹੁੰਦਾ ਜੀ ਸਾਲ ਦਾ। ਇੱਥੇ ਇਹ ਹੋ ਸਕਦਾ ਜੀ, ਵੈਸੇ ਪੋਸੀਬਿਲਿਟੀ ਹੈ, ਪਰ ਆਪਾਂ ਨੂੰ ਇਸ ਦੇ ਬਾਰੇ ਕੁਝ ਵੀ ਹਾਲੇ ਸ਼ੋਰ ਨਹੀਂ ਆ। ਇਸ ਨੂੰ ਤੁਸੀਂ ਮੰਨ ਕੇ ਚੱਲੋ ਕਿ ਉਸ ਸਮੇਂ ਤੱਕ ਜੋ ਕੁਝ ਅੰਗਰੇਜ਼ ਲੋਕ ਸੀ, ਕੁਝ ਬ੍ਰਿਟੇਨ ਦੇ ਲੋਕ ਸੀ, ਉਹ ਭਾਰਤ ਦੇ ਵਿੱਚ ਆਲਰੇਡੀ ਐਂਟਰ ਹੋਣਗੇ, ਉਹ ਵਪਾਰ ਕਰਨ ਲਈ ਭਾਰਤ ਦੇ ਵਿੱਚ ਆ ਗਏ ਹੋਣਗੇ। ਪਰ ਕੀ ਹੈ, ਜੋ ਕੰਪਨੀ ਰਜਿਸਟਰ ਹੋਈ ਆ ਜਾਂ ਕੰਪਨੀ ਨੂੰ ਜੋ ਮਾਨਤਾ ਮਿਲੀ ਆ, ਉਹ 31 ਦਸੰਬਰ 1600 ਨੂੰ ਮਿਲੀ ਆ। ਠੀਕ ਹੈ ਜੀ, ਇਸੇ ਲਈ 1600 ਈਸਵੀ ਦੇ ਵਿੱਚ ਆ ਕੇ ਜੋ ਅੰਗਰੇਜ਼ ਆ ਉਹ ਭਾਰਤ ਦੇ ਵਿੱਚ ਆਪਣੀ ਕੰਪਨੀ ਦੀ ਸਥਾਪਨਾ ਕਰ ਲੈਂਦੇ ਆ। ਜੇਕਰ ਮੰਨ ਕੇ ਚੱਲੋ ਕਿ ਯੂਕੇ ਦੇ ਵਿੱਚ 31 ਦਸੰਬਰ 1600 ਨੂੰ ਹੀ ਬ੍ਰਿਟੇਨ ਦੀ ਜੋ ਮਹਾਰਾਣੀ ਉਹ ਕੰਪਨੀ ਨੂੰ ਰਜਿਸਟਰ ਕਰਦੀ ਆ, ਉਹਨਾਂ ਨੂੰ ਅਧਿਕਾਰ ਪੱਤਰ ਲੈਂਦੀ ਹੈ, ਤਾਂ ਉਹ ਉਸੇ ਦਿਨ ਹੀ ਕਿਵੇਂ ਉਸ ਇੰਨੇ ਪੁਰਾਣੇ ਸਮੇਂ ਦੇ ਵਿੱਚ ਆਪਣੇ ਪੁਰਾਣੇ ਸਮੁੰਦਰੀ ਬੇੜਿਆਂ ਦੇ ਨਾਲ ਉਹ ਭਾਰਤ ਦੇ ਵਿੱਚ ਆ ਸਕਦੇ ਸੀ। ਠੀਕ ਹੈ ਜੀ, ਇੱਥੇ ਇਹ ਡਾਊਟ ਨੂੰ ਤੁਸੀਂ ਕਲੀਅਰ ਕਰ ਲੈਣਾ ਜੇਕਰ ਕਿਸੇ ਦੇ ਮਾਈਂਡ 'ਚ ਇਹ ਡਾਊਟ ਆਇਆ ਸੀ ਤਾਂ। ਇਹ ਜੋ ਕਲੀਅਰੀਫਿਕੇਸ਼ਨ ਹੈ ਜੀ, ਇਹ ਮੇਰੇ ਵਰਗੇ ਸਟੂਡੈਂਟਸ ਲਈ ਆ ਜੋ ਤਾਂ ਜ਼ਿਆਦਾਤਰ ਪੜ੍ਹਦੇ ਨਹੀਂ, ਅਤੇ ਜੇਕਰ ਪੜ੍ਹਨਾ ਤਾਂ ਫਿਰ ਵਿਚਾਰੇ ਕੁਛ ਜ਼ਿਆਦਾ ਹੀ ਡੀਪ ਚਲੇ ਜਾਂਦੇ ਆ। ਇਹ ਉਹਨਾਂ ਸਟੂਡੈਂਟਸ ਨੂੰ ਸੀ ਕਿ ਤਾਂ ਕਿ ਤੁਸੀਂ ਇਹਦੇ 'ਤੇ ਦਿਮਾਗ ਨਾ ਖਪਾਓ, ਤੁਸੀਂ ਇਸ ਗੱਲ ਨੂੰ ਸਮਝ ਲਓ ਕਿ 1600 ਵਿੱਚ ਬਸ ਭਾਰਤ ਦੇ ਵਿੱਚ ਕੰਪਨੀ ਬਣ ਗਈ। ਇਸ ਤੋਂ ਬਾਅਦ ਆਪਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਵੜਨ ਦੀ ਲੋੜ ਨਹੀਂ ਹੈਗੀ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਕਿ ਜੋ ਮਹਾਰਾਣੀ ਐਲਿਜ਼ਾਬੈਥ ਪਹਿਲੀ ਸੀ, ਇਸ ਦੀ ਮੌਤ ਹੋ ਜਾਂਦੀ ਹੈ ਜੀ 1603 ਈਸਵੀ ਦੇ ਵਿੱਚ, ਲਗਭਗ ਕੰਪਨੀ ਦੇ ਬਣਾਉਣ ਤੋਂ 3 ਸਾਲ ਦੇ ਬਾਅਦ। ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਜੇਮਜ਼ ਪਹਿਲਾ ਉਹ ਬ੍ਰਿਟਿਸ਼ ਦਾ ਸ਼ਾਸਕ ਬਣ ਜਾਂਦਾ, ਉਹ ਯੂਕੇ ਦਾ ਅਗਲਾ ਸ਼ਾਸਕ ਬਣ ਜਾਂਦਾ ਹੈ। ਤਾਂ ਉਸਨੇ ਕੀ ਕੀਤਾ ਜੀ ਕਿ ਉਸਨੇ ਜੋ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ, ਇਸ ਨੂੰ ਭਾਰਤ ਦੇ ਵਿੱਚ ਜੋ ਵਪਾਰ ਕਰਨ ਦਾ ਅਧਿਕਾਰ ਸੀ ਇਹ ਅਨਿਸ਼ਚਿਤ ਕਾਲ ਤੱਕ ਵਧਾ ਦਿੱਤਾ, ਯਾਨੀ ਕਿ ਅਨਲਿਮਿਟਿਡ ਕਰਤਾ ਕਿ ਤੁਸੀਂ ਕਿੰਨਾ ਵੀ ਟਾਈਮ ਭਾਰਤ ਦੇ ਵਿੱਚ ਜੋ ਵਪਾਰ ਆ ਉਹ
ਕਰ ਸਕਦੇ ਹੋ। ਜਦੋਂ ਕਿ ਜੋ ਮਹਾਰਾਣੀ ਐਲਿਜ਼ਾਬੈਥ ਪਹਿਲੀ ਸੀ ਜੀ, ਉਸਨੇ ਕਿਹਾ ਸੀ ਕਿ 15 ਸਾਲ ਦੇ ਲਈ ਜੋ ਕੰਪਨੀ ਆ ਉਹ ਭਾਰਤ ਦੇ ਵਿੱਚ ਵਪਾਰ ਕਰ ਸਕਦੀ ਹੈ। ਪਰ ਜੋ ਜੇਮਜ਼ ਪਹਿਲਾ ਇਸਨੇ ਅਨਲਿਮਿਟਡ ਕਰਤਾ ਹੈ। ਵੀ ਤੁਸੀਂ ਯਾਦ ਰੱਖ ਲੈਣਾ, ਕਈ ਵਾਰੀ ਪ੍ਰਸ਼ਨ ਇਹ ਪੁੱਛ ਲਏ ਜਾਂਦੇ ਆ। ਇਹ ਜੋ ਆਪਾਂ ਮੇਨ ਨਾਮ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਹਾਂ ਜੀ, ਜੋ ਡੇਟਸ ਨੂੰ ਜ਼ਿਆਦਾ ਪੜ੍ਹਦੇ ਆ, ਇਹੀ ਪੁੱਛੇ ਜਾਂਦੇ ਆ MCQs ਦੇ ਵਿੱਚ। ਇਹਨਾਂ ਨੂੰ ਆਪਾਂ ਇੱਦਾਂ ਹੀ ਨਹੀਂ ਟਪਾਉਣਾ, ਇਹਨਾਂ ਨੂੰ ਵਾਰ-ਵਾਰ ਤਾਂ ਹੀ ਦੁਬਾਰਾ ਬੋਲਿਆ ਜਾਂਦਾ ਕਿ ਤੁਸੀਂ ਇਹਨੂੰ ਚੰਗੇ ਤਰੀਕੇ ਯਾਦ ਰੱਖ ਲਓ। ਜੋ ਜੇਮਜ਼ ਪਹਿਲਾ ਜੀ, ਇਸ ਦੇ ਦੁਆਰਾ ਕੈਪਟਨ ਹੌਕਿੰਸ ਨੂੰ 1608 ਈਸਵੀ ਦੇ ਵਿੱਚ ਮੁਗਲ ਦਰਬਾਰ ਦੇ ਵਿੱਚ ਭੇਜਿਆ ਜਾਂਦਾ ਹੈ ਜੀ, ਆਪਣੇ ਰਾਜਦੂਤ ਦੇ ਰੂਪ ਦੇ ਵਿੱਚ। ਯਾਨੀ ਕਿ ਆਪਣਾ ਅੰਬੈਸਡਰ ਬਣਾ ਕੇ ਭੇਜਦਾ ਹੈ ਜੇਮਜ਼ ਪਹਿਲਾ ਕੈਪਟਨ ਹੌਕਿੰਸ ਨੂੰ, ਜੋ ਕਿ ਆਉਂਦਾ ਹੈ ਜੀ ਮੁਗਲ ਦਰਬਾਰ ਦੇ ਵਿੱਚ 1608 ਈਸਵੀ ਦੇ ਵਿੱਚ। ਮੁਗਲ ਦਰਬਾਰ ਦੇ ਵਿੱਚ ਜੀ ਉਸ ਸਮੇਂ ਅਕਬਰ ਆ ਜੋ ਉਸ ਦਾ ਰਾਜ ਖਤਮ ਹੋ ਗਿਆ ਸੀ, ਉਸ ਸਮੇਂ ਜੋ ਜਹਾਂਗੀਰ ਆ ਉਹ ਸ਼ਾਸਕ ਬਣ ਗਿਆ ਸੀ। ਪਰ ਉਸ ਸਮੇਂ ਤੱਕ ਜੋ ਅੰਗਰੇਜ਼ ਆ ਜੀ, ਇਹਨਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ, ਇੰਨੇ ਅਪਡੇਟ ਨਹੀਂ ਸੀ। ਇਸ ਲਈ ਕੀ ਹੈ ਜੀ ਕਿ ਇਹਨਾਂ ਨੇ ਅਕਬਰ ਦੇ ਨਾਮ 'ਤੇ ਹੀ ਪੱਤਰ ਲਿਖਤਾ ਸੀ, ਜੋ ਕਿ ਕੈਪਟਨ ਹੌਕਿੰਸ ਜੋ ਰਾਜਦੂਤ ਬਣ ਕੇ ਆਉਂਦਾ ਹੈ ਜੀ, ਉਹ ਆ ਜਾਂਦਾ ਹੈ ਜਹਾਂਗੀਰ ਦੇ ਦਰਬਾਰ ਦੇ ਵਿੱਚ ਲੈ ਕੇ। ਜਿਵੇਂ ਕਿ ਹੁਣ ਆਪਾਂ ਜੀ ਇਹ ਲਾਸਟ ਲਾਈਨ ਪੜ੍ਹੀ ਆ, ਇਸ ਦੇ ਵਿੱਚੋਂ ਹੀ ਜੀ ਘੱਟੋ ਘੱਟ 4 MCQ ਬਣ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਆ ਜਾਂਦਾ ਹੈ ਕਿ ਕਿਹੜਾ ਅੰਬੈਸਡਰ ਭਾਰਤ ਦੇ ਵਿੱਚ ਜੋ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਦੁਆਰਾ ਭੇਜਿਆ ਗਿਆ, ਤਾਂ ਉਹ ਹੈ ਕੈਪਟਨ ਹੌਕਿੰਸ। ਕੈਪਟਨ ਹੌਕਿੰਸ ਦੇ ਸਮੇਂ ਕਿਹੜਾ ਸ਼ਾਸਕ ਸੀ ਬ੍ਰਿਟੇਨ ਦਾ, ਉਹ ਸੀ ਜੇਮਜ਼ ਪਹਿਲਾ। ਦੂਸਰਾ ਆ ਜਾਂਦਾ ਹੈ ਜੀ ਕੈਪਟਨ ਹੌਕਿੰਸ ਕਿਸ ਦੇ ਦਰਬਾਰ ਦੇ ਵਿੱਚ ਪੱਤਰ ਲੈ ਕੇ ਆਇਆ, ਉਹ ਆਇਆ ਜੀ ਜਹਾਂਗੀਰ ਦੇ ਦਰਬਾਰ ਵਿੱਚ। ਪਰ ਉਹਨਾਂ ਨੇ ਪੱਤਰ ਕਿਸ ਦੇ ਨਾਮ ਦਾ ਲਿਖਿਆ ਸੀ, ਇਹ ਸੀ ਅਕਬਰ ਦੇ ਨਾਮ ਦਾ। ਇਸ ਤਰ੍ਹਾਂ ਜੀ ਹਰ ਲਾਈਨ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ, ਵਧੀਆ ਤਰੀਕੇ 2-3 ਵਾਰ ਦੇਖਿਆ ਕਰੋ, ਨੋਟਸ ਬਣਾਇਆ ਕਰੋ, ਅਤੇ ਜੋ PDF ਆ ਜੀ ਫਾਈਲ ਉਹਨੂੰ ਡਾਊਨਲੋਡ ਕਰਕੇ ਰੱਖਿਆ ਕਰੋ। ਇਸ ਟਾਈਪ ਨਾਲ ਹੀ ਤੁਸੀਂ ਯਾਦ ਰੱਖ ਕੇ ਵਧੀਆ ਤਰੀਕੇ ਜੋ MCQs ਆ ਉਹਨਾਂ ਨੂੰ ਪੇਪਰ ਦੇ ਵਿੱਚ ਕਰ ਸਕਦੇ ਹੋ। ਜੋ ਕੈਪਟਨ ਹੌਕਿੰਸ ਹੈ ਜੀ, ਜਦੋਂ ਇਹ ਇੱਕ ਅੰਬੈਸਡਰ ਦੇ ਰੂਪ ਵਿੱਚ ਜਹਾਂਗੀਰ ਦੇ ਦਰਬਾਰ ਦੇ ਵਿੱਚ ਐਂਟਰ ਕਰਦਾ ਹੈ, ਅਤੇ ਜਹਾਂਗੀਰ ਦੇ ਲਈ ਜੀ ਇਹ ਕੁਝ ਜੋ ਤੋਹਫੇ ਲੈ ਕੇ ਆਉਂਦਾ ਹੈ, ਇਹ ਉਸ ਨੂੰ ਦਿੰਦਾ ਹੈ, ਜਿਸ ਦੇ ਵਿੱਚ ਪਹਿਲਾ ਹੁੰਦਾ ਹੈ ਜੀ ਦਸਤਾਨੇ ਜਾਂ ਹੈਂਡ ਗਲਵਜ਼ ਕਹਿ ਸਕਦੇ ਹਾਂ। ਦੂਸਰਾ ਹੁੰਦਾ ਹੈ ਜੀ ਕਿ ਇੰਗਲੈਂਡ ਦੇ ਵਿੱਚ ਉਸ ਸਮੇਂ ਜੋ ਚੱਲਣ ਦੇ ਵਿੱਚ ਇੱਕ ਬੱਗੀ ਸੀ, ਜੋ ਉਸ ਸਮੇਂ ਉੱਥੇ ਇੰਗਲੈਂਡ ਦੇ ਵਿੱਚ ਚੱਲਦੀ ਸੀ, ਭਾਰਤ ਦੇ ਵਿੱਚ ਅਜੇ ਨਹੀਂ ਸੀ, ਉਹ ਬੱਗੀ ਲਿਆ ਕੇ ਦਿੰਦਾ ਹੈ ਜੀ ਉਹ ਜਹਾਂਗੀਰ ਨੂੰ। ਜਹਾਂਗੀਰ ਇਹਨਾਂ ਤੋਹਫਿਆਂ ਨੂੰ ਦੇਖ ਕੇ ਜੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ, ਅਤੇ ਜਹਾਂਗੀਰ ਇਸ ਖੁਸ਼ੀ ਦੇ ਮੌਕੇ 'ਤੇ ਜੋ ਕੈਪਟਨ ਹੌਕਿੰਸ ਹੈ ਜੀ ਉਸ ਨੂੰ ਇੱਕ ਉਪਾਧੀ ਦਿੰਦਾ ਹੈ, ਉਹ ਉਸ ਨੂੰ ਇੱਕ ਨਾਮ ਦਿੰਦਾ ਹੈ। ਉਹ ਇਨਾਮ ਹੁੰਦਾ ਹੈ ਜੀ ਇੰਗਲਿਸ਼ ਖਾਂ। ਇਹ ਇੰਗਲਿਸ਼ ਖਾਂ ਦੀ ਉਪਾਧੀ ਦਿੱਤੀ ਜਾਂਦੀ ਹੈ ਜੀ ਕੈਪਟਨ ਹੌਕਿੰਸ ਨੂੰ, ਜੋ ਕਿ ਦਿੱਤੀ ਜਾਂਦੀ ਹੈ ਜੀ ਜਹਾਂਗੀਰ ਦੇ ਦੁਆਰਾ। ਠੀਕ ਹੈ ਜੀ। ਇੱਥੇ ਕੀ ਹੁੰਦਾ ਹੈ, ਜਦੋਂ ਕੈਪਟਨ ਹੌਕਿੰਸ ਅਤੇ ਜਹਾਂਗੀਰ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਹੈ, ਅਤੇ ਜੋ ਜਹਾਂਗੀਰ ਨੂੰ ਜੀ ਕੈਪਟਨ ਹੌਕਿੰਸ ਕਹਿੰਦਾ ਹੈ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਫੈਕਟਰੀ ਬਣਾਉਣ ਲਈ ਅਤੇ ਵਪਾਰ ਕਰਨ ਦੇ ਲਈ ਅਧਿਕਾਰ ਚਾਹੀਦਾ ਹੈ। ਇਸ ਗੱਲ ਨੂੰ ਸੁਣਨ ਤੋਂ ਬਾਅਦ ਜੋ ਜਹਾਂਗੀਰ ਹੁੰਦਾ ਹੈ ਜੀ, ਉਹ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਵਪਾਰ ਕਰਨ ਅਤੇ ਫੈਕਟਰੀ ਬਣਾਉਣ ਦਾ ਅਧਿਕਾਰ ਜੋ ਹੈ ਦੇ ਦਿੰਦਾ ਹੈ, ਉਹਨਾਂ ਨੂੰ ਇਜਾਜ਼ਤ ਦੇ ਦਿੰਦਾ ਹੈ। ਜਿਸ ਦੇ ਬਾਅਦ ਕੀ ਹੁੰਦਾ ਹੈ ਜੀ ਕਿ 1608 ਈਸਵੀ ਦੇ ਵਿੱਚ ਉਹ ਸੂਰਤ ਦੇ ਵਿੱਚ ਆਪਣੀ ਜੋ ਪਹਿਲੀ ਫੈਕਟਰੀ ਹੈ ਜੀ, ਉਸ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਨੇ। ਪਰ ਬਾਅਦ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਪੁਰਤਗਾਲੀ ਕੰਪਨੀ ਉਸ ਸਮੇਂ ਭਾਰਤ ਦੇ ਵਿੱਚ ਇੱਕ ਚੰਗੀ ਸਥਿਤੀ ਦੇ ਵਿੱਚ ਸੀ, ਅਤੇ ਜੋ ਭਾਰਤੀ ਵਪਾਰੀ ਨੇ ਉਹ ਦੋਨੇ ਹੀ ਜਹਾਂਗੀਰ ਦੇ ਉੱਪਰ ਜੀ ਦਬਾਅ ਪਾਉਂਦੇ ਨੇ ਕਿ ਉਹ ਅੰਗਰੇਜ਼ਾਂ ਤੋਂ ਇਹ ਅਧਿਕਾਰ ਖੋਹ ਲੈਣ। ਅਤੇ ਇਸ ਤੋਂ ਬਾਅਦ ਕੀ ਹੁੰਦਾ ਜੀ ਕਿ ਜੋ ਇਹ ਜਹਾਂਗੀਰ ਆ ਉਹ ਅੰਗਰੇਜ਼ਾਂ ਤੋਂ ਇਹ ਅਧਿਕਾਰ ਵਾਪਸ ਲੈ ਲੈਂਦਾ ਹੈ ਕਿ ਉਹ ਭਾਰਤ ਦੇ ਵਿੱਚ ਵਪਾਰ ਕਰਨ ਜਾਂ ਆਪਣੀ ਫੈਕਟਰੀ ਬਣਾਉਣ। ਪਰ ਬਾਅਦ ਦੇ ਵਿੱਚ ਜਿਵੇਂ ਹੀ ਕੁਝ ਸਾਲ ਨਿਕਲਦੇ ਆ ਜੀ ਕਿ ਹੌਲੀ ਹੌਲੀ ਅੰਗਰੇਜ਼ ਆਪਣੀ ਸਥਿਤੀ ਨੂੰ ਭਾਰਤ ਦੇ ਵਿੱਚ ਮਜ਼ਬੂਤ ਕਰਦੇ ਆ। ਉਸ ਤੋਂ ਬਾਅਦ ਕੀ ਹੁੰਦੇ ਆ ਜੀ ਕਿ ਉਹ ਇਸ ਚੀਜ਼ ਦਾ ਬਦਲਾ ਲੈਂਦੇ ਆ ਪੁਰਤਗਾਲੀਆਂ ਤੋਂ। ਉਹ ਪੁਰਤਗਾਲੀਆਂ ਨੂੰ ਜੀ ਕਈ ਵਾਰ ਹਰਾ ਦਿੰਦੇ ਆ, ਉਹਨਾਂ ਨੂੰ ਬਹੁਤ ਜਗ੍ਹਾ 'ਤੇ ਜਲੀਲ ਵੀ ਕਰਦੇ ਆ, ਉਹਨਾਂ ਨੂੰ ਹਰਾ ਕੇ ਭਜਾ ਦਿੰਦੇ ਆ। ਇਸ ਸਮੇਂ ਕੀ ਹੁੰਦਾ ਜੀ ਕਿ ਅੰਗਰੇਜ਼ਾਂ ਦੀ ਸਥਿਤੀ ਹੁਣ ਸ਼ਕਤੀਸ਼ਾਲੀ ਹੋ ਜਾਂਦੀ ਹੈ, ਪੁਰਤਗਾਲੀ ਉਹਨਾਂ ਦੇ ਸਾਹਮਣੇ ਕਮਜ਼ੋਰ ਹੋ ਜਾਂਦੇ ਆ। ਤਾਂ ਫਿਰ ਉਹ ਵਾਪਸ ਤੋਂ ਜੋ ਜਹਾਂਗੀਰ ਆ ਜੀ ਉਸ ਦੇ ਤੱਕ ਅਪਰੋਚ ਕਰਦੇ ਨੇ, ਅਤੇ ਜਹਾਂਗੀਰ ਉਹਨਾਂ ਨੂੰ ਜੀ ਵਾਪਸ ਤੋਂ ਫਿਰ ਕੀ ਹੈ ਜੋ ਵਪਾਰ ਕਰਨ ਦਾ ਫਰਮਾਨ ਹੈ ਜੀ, ਜੋ ਵਪਾਰ ਕਰਨ ਦਾ ਅਧਿਕਾਰ ਹੈ ਜੀ ਉਹ ਦੇ ਦਿੰਦਾ ਹੈ। ਇਸ ਤਰ੍ਹਾਂ ਜੋ ਅੰਗਰੇਜ਼ ਹੈ ਜੀ ਇਸ ਤੋਂ ਬਾਅਦ ਉਹ ਆਪਣੀ ਪਹਿਲੀ ਫੈਕਟਰੀ 1611 ਈਸਵੀ ਦੇ ਵਿੱਚ ਮਸੂਲੀਪਟਨਮ 'ਚ ਲਗਾਉਂਦੇ ਆ, ਅਤੇ ਜੋ ਸੂਰਤ ਵਾਲੀ ਫੈਕਟਰੀ ਜੀ 1608 ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ 1613 ਈਸਵੀ ਦੇ ਵਿੱਚ ਬਣ ਕੇ ਜੀ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਦੂਜੀ ਫੈਕਟਰੀ ਬਣ ਜਾਂਦੀ ਹੈ। ਕੈਪਟਨ ਹੌਕਿੰਸ ਦੇ ਇਲਾਵਾ ਜੀ ਜਹਾਂਗੀਰ ਦੇ ਦਰਬਾਰ ਦੇ ਵਿੱਚ ਇੱਕ ਹੋਰ ਰਾਜਦੂਤ ਵੀ ਆਇਆ ਸੀ, ਜੋ ਕਿ ਆਇਆ ਸੀ ਜੀ ਸਰ ਟਾਮਸ ਰੋ, ਜੋ ਆਇਆ ਸੀ 1615 ਈਸਵੀ ਦੇ ਵਿੱਚ। ਇਹ ਵੀ ਬ੍ਰਿਟੇਨ ਦੇ ਦੁਆਰਾ ਭੇਜਿਆ ਜਾਣ ਵਾਲਾ ਰਾਜਦੂਤ ਸੀ। ਇਹ ਦੋ ਰਾਜਦੂਤ ਹੀ ਹੈ ਜੀ ਜੋ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ ਸੀ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਸਮਝ ਲਿਆ ਹੈ ਜੀ ਕਿਸ ਤਰ੍ਹਾਂ ਕਿ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ, ਇਸ ਨੇ ਭਾਰਤ ਦੇ ਵਿੱਚ ਆਪਣਾ ਵਪਾਰ ਕਰਨ ਦਾ ਅਧਿਕਾਰ ਲਿਆ, ਕਿਵੇਂ ਇਹਨਾਂ ਨੇ ਆਪਣੀ ਭਾਰਤ ਦੇ ਵਿੱਚ ਜੋ ਫੈਕਟਰੀਜ਼ ਆ ਜੀ ਉਹਨਾਂ ਨੂੰ ਬਣਾਇਆ ਆ। ਹੁਣ ਆਪਾਂ ਵੇਖਦੇ ਹਾਂ ਜੀ ਕਿ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ, ਇਸ ਨੇ ਆਪਣੀ ਸ਼ਕਤੀ ਨੂੰ ਭਾਰਤ ਦੇ ਵਿੱਚ ਵਧਾਉਣ ਲਈ ਕੀ ਕੰਮ ਕੀਤੇ ਨੇ, ਕਿਹੜੇ ਕਦਮ ਇਹਨਾਂ ਦੇ ਦੁਆਰਾ ਚੱਕੇ ਗਏ ਨੇ। ਸਭ ਤੋਂ ਪਹਿਲਾਂ ਇਸ ਦੇ ਵਿੱਚ ਆ ਜਾਂਦਾ ਹੈ ਜੀ ਕਿ ਅੰਗਰੇਜ਼ਾਂ ਨੂੰ ਗੋਲਕੁੰਡਾ ਦੇ ਸ਼ਾਸਕ ਦੇ ਦੁਆਰਾ 1632 ਈਸਵੀ ਦੇ ਵਿੱਚ ਜੀ ਇੱਕ ਸੁਨਹਿਰੀ ਫਰਮਾਨ ਦਿੱਤਾ ਜਾਂਦਾ ਹੈ। ਇੱਕ ਜੀ ਉਹਨਾਂ ਨੂੰ ਅਧਿਕਾਰ ਦਿੱਤਾ ਜਾਂਦਾ ਹੈ ਜਿਸ ਨੂੰ ਸੁਨਹਿਰੀ ਫਰਮਾਨ ਦੇ ਨਾਮ ਨਾਲ ਜਾਣਦੇ ਆ, ਜੋ ਦਿੱਤਾ ਜਾਂਦਾ ਹੈ ਜੀ ਗੋਲਕੁੰਡਾ ਦੇ ਸ਼ਾਸਕ ਦੇ ਦੁਆਰਾ 1632 ਈਸਵੀ ਦੇ ਵਿੱਚ। ਇਸ ਫਰਮਾਨ ਦੇ ਵਿੱਚ ਲਿਖਿਆ ਜਾਂਦਾ ਹੈ ਜੀ ਕਿ ਜੋ ਅੰਗਰੇਜ਼ ਆ
ਇਹ 3000 ਰੁਪਏ ਸਾਲਾਨਾ ਰਕਮ ਪੇ ਕਰਨ ਤੋਂ ਬਾਅਦ ਜੋ ਗੋਲਕੁੰਡਾ ਪ੍ਰਦੇਸ਼ ਹੈ ਜੀ ਉਸ ਦੇ ਵਿੱਚ ਮੁਫਤ ਵਪਾਰ ਕਰ ਸਕਣਗੇ। ਇੱਕ ਵਾਰੀ ਉਹ ਉੱਕਾ ਪੁੱਕਾ ਜੋ 3000 ਰੁਪਈਆ ਜੀ ਵਜਮਾ ਉਹ ਦੇ ਦੇਣਗੇ ਗੋਲਕੁੰਡਾ ਦੇ ਸ਼ਾਸਕ ਨੂੰ, ਅਤੇ ਉਸ ਤੋਂ ਬਾਅਦ ਉਹ ਕਿੰਨਾ ਵੀ ਚਾਹੇ ਵਪਾਰ ਜੀ ਆਪਣਾ ਲਿਆਉਣ ਜਾਂ ਵੇਚਣ ਕੁਛ ਵੀ ਕਰਨ, ਉਸ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਹੋਏਗਾ, ਉਹ ਸਾਰਾ ਟੈਕਸ ਫਰੀ ਹੋ ਜਾਏਗਾ। ਇਸ ਤਰ੍ਹਾਂ ਦਾ ਜੋ ਸੁਨਹਿਰੀ ਫਰਮਾਨ ਹੈ ਜੀ ਉਹ 1632 ਈਸਵੀ ਦੇ ਵਿੱਚ ਅੰਗਰੇਜ਼ਾਂ ਨੂੰ ਦਿੱਤਾ ਜਾਂਦਾ ਹੈ, ਜੋ ਕਿ ਜੀ ਅੰਗਰੇਜ਼ਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਜੋ ਅੰਗਰੇਜ਼ ਹੈ ਜੀ, ਜੋ ਇਹ ਕੰਪਨੀ ਆ, ਇਹ ਭਾਰਤ ਦੇ ਵਿੱਚ ਵੀ ਇੱਕ ਕਿਲ੍ਹਾ ਬਣਾਉਂਦੀ ਹੈ। ਜਿਸ ਤਰ੍ਹਾਂ ਆਪਾਂ ਵੇਖਿਆ ਕਿ ਜੋ ਇਹ ਡੱਚ ਲੋਕ ਸੀ ਉਹਨਾਂ ਨੇ ਭਾਰਤ ਦੇ ਵਿੱਚ ਜੀ ਕੋਚੀ ਦੇ ਵਿੱਚ ਆਪਣਾ ਇੱਕ ਕਿਲ੍ਹਾ ਬਣਾਇਆ ਸੀ, ਜਿਸ ਨੂੰ ਆਪਾਂ ਫੋਰਟ ਵਿਲੀਅਮ ਕਰਕੇ ਪੜ੍ਹਿਆ ਸੀ। ਉਸੇ ਤਰ੍ਹਾਂ ਜੀ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜੀ, ਇਸ ਨੇ ਵੀ ਮਦਰਾਸ ਦੇ ਵਿੱਚ ਇੱਕ ਕਿਲ੍ਹਾ ਬਣਾਇਆ। ਇਹ ਜੋ ਮਦਰਾਸ ਹੈ ਜੀ, ਇਸ ਨੂੰ ਵਰਤਮਾਨ ਸਮੇਂ ਦੇ ਵਿੱਚ ਚੇਨਈ ਕਿਹਾ ਜਾਂਦਾ ਹੈ। ਇਹ ਚੇਨਈ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਮਦਰਾਸ ਹੈ ਜੀ ਉਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ। 1639 ਈਸਵੀ ਦੇ ਵਿੱਚ ਜੋ ਇਹ ਕੰਪਨੀ ਹੈ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ, ਇਹ ਮਦਰਾਸ ਦੇ ਵਿੱਚ ਜੀ ਇੱਕ ਕਿਲ੍ਹਾ ਬਣਾਉਂਦੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਜੀ ਫੋਰਟ ਸੈਂਟ ਜਾਰਜ। ਜੋ ਫੋਰਟ ਸੈਂਟ ਜਾਰਜ ਹੈ ਜੀ ਇਹ ਕੰਪਨੀ ਦੁਆਰਾ ਬਣਾਇਆ ਜਾਂਦਾ ਹੈ, ਅੰਗਰੇਜ਼ਾਂ ਦੇ ਦੁਆਰਾ ਬਣਾਇਆ ਜਾਂਦਾ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਕਿ ਕਿਹੜੀ ਕੰਪਨੀ ਨੇ ਕਿਹੜਾ ਕਿਲ੍ਹਾ ਬਣਾਇਆ ਸੀ, ਇਸ ਦੇ ਬਾਰੇ ਵੀ ਪ੍ਰਸ਼ਨ ਕਈ ਵਾਰ ਆਪਾਂ ਨੂੰ ਆ ਜਾਂਦੇ ਨੇ। ਇਸ ਤੋਂ ਬਾਅਦ ਜੀ ਇੱਕ ਮੁੱਖ ਘਟਨਾ ਹੁੰਦੀ ਹੈ, ਇਹ ਹੈ ਜੀ 1661 ਈਸਵੀ ਦੇ ਵਿੱਚ। ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਬ੍ਰਿਟੇਨ ਦਾ ਰਾਜਾ ਹੁੰਦਾ ਹੈ ਜੀ ਚਾਰਲਸ ਦੂਜਾ, 1661 ਸਮੇਂ ਜੋ ਰਾਜਾ ਸੀ ਜੀ ਉਸ ਦਾ ਨਾਮ ਸੀ ਚਾਰਲਸ ਦੂਜਾ। ਇਸ ਦਾ ਵਿਆਹ ਹੁੰਦਾ ਹੈ ਜੀ ਪੁਰਤਗਾਲ ਦੀ ਰਾਣੀ ਕੈਥਰੀਨ ਦੇ ਨਾਲ। ਕੈਥਰੀਨ ਦੇ ਨਾਲ ਵਿਆਹ ਹੁੰਦਾ ਹੈ ਜੀ ਬ੍ਰਿਟੇਨ ਦੇ ਰਾਜਾ ਚਾਰਲਸ ਦੂਜੇ ਦਾ। ਅਤੇ ਇਸ ਦੇ ਨਾਲ ਕੀ ਹੁੰਦਾ ਹੈ ਜੀ ਕਿ ਜੋ ਪੁਰਤਗਾਲ ਹੁੰਦਾ ਹੈ ਉਹ ਆਪਣੇ ਅਧਿਕਾਰ ਦੇ ਜੋ ਅੰਡਰ ਆਉਂਦਾ ਹੈ ਜੀ ਖੇਤਰ ਮੁੰਬਈ ਦਾ ਖੇਤਰ, ਜਿਸ ਨੂੰ ਉਸ ਸਮੇਂ ਬੰਬਈ ਕਿਹਾ ਜਾਂਦਾ ਸੀ। ਭਾਰਤ ਦਾ ਜੋ ਬੰਬਈ ਖੇਤਰ ਸੀ ਉਸ ਸਮੇਂ ਉਹ ਪੁਰਤਗਾਲੀਆਂ ਦੇ ਅੰਡਰ ਸੀ। ਉਹ ਪੁਰਤਗਾਲੀ ਜੀ ਜਦੋਂ ਉਹਨਾਂ ਦੀ ਰਾਣੀ ਦਾ ਵਿਆਹ ਬ੍ਰਿਟੇਨ ਦੇ ਰਾਜੇ ਨਾਲ ਹੋ ਜਾਂਦਾ ਹੈ ਤਾਂ ਉਹ ਅੰਗਰੇਜ਼ਾਂ ਨੂੰ ਜੀ ਯਾਨੀ ਕਿ ਬ੍ਰਿਟੇਨ ਦੇ ਰਾਜੇ ਨੂੰ ਜੋ ਮੁੰਬਈ ਦਾ ਖੇਤਰ ਆ ਜੀ ਉਹ ਦਹੇਜ ਦੇ ਵਿੱਚ ਦੇ ਦਿੰਦੇ ਨੇ। ਵੈਸੇ ਇੱਥੇ ਜੀ ਇੱਕ ਕਮਾਲ ਦੀ ਗੱਲ ਆ ਜਾਂਦੀ ਹੈ ਕਿ ਖੇਤਰ ਤਾਂ ਜੋ ਮੁੰਬਈ ਹੈ ਇਹ ਭਾਰਤ ਦਾ ਹੈ, ਅਤੇ ਪਰ ਇਹਨੂੰ ਬ੍ਰਿਟੇਨ ਅਤੇ ਜੋ ਪੁਰਤਗਾਲ ਹੈ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਇਹਦਾ ਲੈਣ ਦੇਣ ਕਰੀ ਜਾਂਦੇ ਆ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜਦੋਂ 1661 ਈਸਵੀ ਦੇ ਵਿੱਚ ਇਹ ਖੇਤਰ ਜਦੋਂ ਰਾਜਾ ਚਾਰਲਸ ਦੂਜੇ ਨੂੰ ਮਿਲ ਜਾਂਦਾ ਹੈ ਤਾਂ ਉਸ ਤੋਂ ਜੀ ਲਗਭਗ 7 ਸਾਲ ਬਾਅਦ ਯਾਨੀ ਕਿ 1668 ਈਸਵੀ ਦੇ ਵਿੱਚ ਜੋ ਇਹ ਚਾਰਲਸ ਦੂਜਾ ਜੀ ਇਹ ਮੁੰਬਈ ਖੇਤਰ ਨੂੰ ਈਸਟ ਇੰਡੀਆ ਕੰਪਨੀ ਨੂੰ ਦੇ ਦਿੰਦਾ ਹੈ ਸਾਲਾਨਾ 10 ਪਾਉਂਡ ਕਿਰਾਏ ਦੇ ਉੱਪਰ, ਤਾਂ ਕਿ ਜੋ ਇਹ ਈਸਟ ਇੰਡੀਆ ਕੰਪਨੀ ਹੈ ਜੀ ਹੁਣ ਇਹ ਮੁੰਬਈ ਦੇ ਵਿੱਚ ਵੀ ਆਪਣਾ ਵਪਾਰ ਕਰ ਸਕਣ। ਇੱਕ ਵਾਰੀ 10 ਪਾਉਂਡ ਪੇ ਕਰਨ ਤੋਂ ਬਾਅਦ ਸਾਲਾਨਾ ਉਹ ਵੀ, ਉਸ ਤੋਂ ਬਾਅਦ ਜੋ ਈਸਟ ਇੰਡੀਆ ਕੰਪਨੀ ਹੈ ਜੀ ਉਹ ਭਾਰਤ ਦੇ ਮੁੰਬਈ ਖੇਤਰ ਦੇ ਵਿੱਚ ਆਪਣਾ ਵਪਾਰ ਕਰ ਸਕਦੀ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ ਕਿ ਇੱਕ ਬਹੁਤ ਜ਼ਿਆਦਾ ਜੋ ਫੇਮਸ ਜਗ੍ਹਾ ਸੀ ਜਾਂ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਖੇਤਰ ਸੀ, ਉਹ ਵੀ ਹੁਣ ਜੀ ਜੋ ਮੁੰਬਈ ਦਾ ਖੇਤਰ ਸੀ ਉਹ ਬ੍ਰਿਟੇਨ ਦੇ ਅੰਡਰ ਆ ਗਿਆ ਸੀ, ਯਾਨੀ ਕਿ ਉਹ ਈਸਟ ਇੰਡੀਆ ਕੰਪਨੀ ਦੇ ਕੋਲ ਹੁਣ ਆ ਗਿਆ ਸੀ। ਆਪਾਂ ਨੂੰ ਪਤਾ ਹੈ ਕਿ ਜੋ ਮੁੰਬਈ ਖੇਤਰ ਹੈ ਜੀ ਇਹ ਸਮੁੰਦਰੀ ਤੱਟ ਇਸ ਨੂੰ ਲੱਗਦੇ ਨੇ, ਇੱਥੇ ਪੋਰਟ ਨੇ, ਤਾਂ ਇੱਥੋਂ ਜੀ ਬਹੁਤ ਹੀ ਜ਼ਿਆਦਾ ਵਪਾਰ ਉਸ ਸਮੇਂ ਵੀ ਹੁੰਦਾ ਸੀ। ਇਸ ਲਈ ਇਹ ਜੋ ਇਹਨਾਂ ਨੂੰ ਅਧਿਕਾਰ ਮਿਲਿਆ ਜੀ ਬ੍ਰਿਟੇਨ ਨੂੰ ਮੁੰਬਈ ਦੇ ਉੱਪਰ, ਇਹ ਅੰਗਰੇਜ਼ਾਂ ਦੇ ਲਈ ਯਾਨੀ ਕਿ ਇਹ ਬ੍ਰਿਟਿਸ਼ ਕੰਪਨੀ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੱਕ ਮਹੱਤਵਪੂਰਨ ਘਟਨਾ ਸੀ, ਬਹੁਤ ਹੀ ਜ਼ਿਆਦਾ ਇਸ ਦਾ ਉਹਨਾਂ ਨੂੰ ਲਾਭ ਵੀ ਹੋਇਆ। ਜਿਵੇਂ ਜਿਵੇਂ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਭਾਰਤ ਦੇ ਵਿੱਚ ਸ਼ਕਤੀ ਵੱਧ ਰਹੀ ਸੀ, ਕਈ ਵਾਰ ਜੀ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਜਿਵੇਂ ਕਿ ਜੋ ਮੁਗਲ ਸ਼ਾਸਕ ਹੈ ਜੀ ਔਰੰਗਜ਼ੇਬ 1638 ਈਸਵੀ ਦੇ ਵਿੱਚ ਜੀ ਉਸ ਦਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਾਲ ਕੁਝ ਵਾਦ ਵਿਵਾਦ ਹੋ ਜਾਂਦਾ ਹੈ, ਜਿਸ ਤੋਂ ਬਾਅਦ ਜੋ ਔਰੰਗਜ਼ੇਬ ਆ ਅਤੇ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਅਧਿਕਾਰੀ ਹੁੰਦਾ ਹੈ ਜੀ ਸਰ ਜੌਨ ਚਾਈਲਡ, ਇਹਨਾਂ ਦੇ ਵਿੱਚ ਜੀ ਯੁੱਧ ਹੋ ਜਾਂਦਾ ਹੈ, ਜਿਸ ਦੇ ਵਿੱਚ ਜੋ ਸਰ ਜੌਨ ਚਾਈਲਡ ਹੈ ਜੀ ਉਸ ਨੂੰ ਜੋ ਔਰੰਗਜ਼ੇਬ ਆ ਉਹ ਹਰਾ ਦਿੰਦਾ ਹੈ ਅਤੇ ਉਸ ਨੂੰ ਹਰਾ ਕੇ ਉੱਥੋਂ ਭਜਾ ਦਿੰਦਾ ਹੈ। ਇਸ ਤਰ੍ਹਾਂ ਜੀ ਕਈ ਵਾਰ ਜੋ ਮੁਗਲ ਹੈ ਉਹ ਅੰਗਰੇਜ਼ਾਂ ਦੇ ਖਿਲਾਫ ਵੀ ਹੋ ਗਏ ਸੀ। ਪਰ ਜੋ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਜਿਸ ਮੁਗਲ ਸ਼ਾਸਕ ਬਾਰੇ, ਉਸ ਨੇ ਜੀ ਅੰਗਰੇਜ਼ਾਂ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਹੀ ਵੱਡਾ ਉਹਨਾਂ ਨੂੰ ਇੱਕ ਵਰਦਾਨ ਟਾਈਪ ਇੱਕ ਕੰਮ ਕਰਤਾ ਸੀ ਉਹਨਾਂ ਦੇ ਲਈ। ਇਹ ਕੀ ਸੀ ਜੀ, ਇਹ ਕਿਉਂ ਇੰਨਾ ਇੰਪੋਰਟੈਂਟ ਆ, ਕਿਉਂ ਆਪਾਂ ਇਸ ਨੂੰ ਇੱਕ ਵਰਦਾਨ ਕਹਿ ਰਹੇ ਹਾਂ, ਇਹ ਹੁਣ ਆਪਾਂ ਦੇਖਦੇ ਹਾਂ। ਜੋ ਮੁਗਲ ਸ਼ਾਸਕ ਫ਼ੁਰਖ਼ਸ਼ੀਰ ਆ ਜੀ, ਇਸ ਦੇ ਦੁਆਰਾ 1717 ਈਸਵੀ ਦੇ ਵਿੱਚ ਅੰਗਰੇਜ਼ਾਂ ਨੂੰ ਜੀ ਇੱਕ ਸ਼ਾਹੀ ਫਰਮਾਨ ਦਿੱਤਾ ਗਿਆ ਸੀ, ਇੱਕ ਅੰਗਰੇਜ਼ਾਂ ਨੂੰ ਅਧਿਕਾਰ ਦਿੱਤਾ ਗਿਆ ਸੀ। ਇਸ ਫਰਮਾਨ ਨੂੰ ਜੇ ਅੰਗਰੇਜ਼ਾਂ ਦਾ ਮੈਗਨਾ ਕਾਰਟਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਕਿਹਾ ਜਾਵੇ ਕਿ ਅੰਗਰੇਜ਼ਾਂ ਦਾ ਮੈਗਨਾ ਕਾਰਟਾ ਕੀ ਹੈ, ਤਾਂ ਉਹ ਫ਼ੁਰਖ਼ਸ਼ੀਰ ਦੇ ਦੁਆਰਾ 1717 ਈਸਵੀ ਦੇ ਵਿੱਚ ਜੋ ਸ਼ਾਹੀ ਫਰਮਾਨ ਦਿੱਤਾ ਗਿਆ ਸੀ ਜੀ ਅੰਗਰੇਜ਼ਾਂ ਨੂੰ, ਉਸੇ ਨੂੰ ਹੀ ਕਿਹਾ ਜਾਂਦਾ ਹੈ। ਇਸ ਨੂੰ ਪ੍ਰਾਪਤ ਕਰਨ ਦੇ ਨਾਲ ਜੋ ਅੰਗਰੇਜ਼ ਆ ਜੀ ਇਹਨਾਂ ਦੀ ਭਾਰਤ ਦੇ ਵਿੱਚ ਜੋ ਸਥਿਤੀ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਸੀ। ਇਹ ਕਿਉਂ ਹੋ ਗਈ ਸੀ ਜੀ, ਕੀ ਇਹ ਸ਼ਾਹੀ ਫਰਮਾਨ ਸੀ, ਕੀ ਇਸ ਦੇ ਵਿੱਚ ਲਿਖਿਆ ਹੋਇਆ ਸੀ, ਕੀ ਵਿਸ਼ੇਸ਼ਤਾਵਾਂ ਸੀ ਇਹਦੀਆਂ, ਹੁਣ ਆਪਾਂ ਉਹਨਾਂ ਵੱਲ ਗੌਰ ਕਰਦੇ ਹਾਂ। ਇਸ ਦੇ ਵਿੱਚ ਜੀ 3 ਮੁੱਖ ਗੱਲਾਂ ਲਿਖੀਆਂ ਹੋਈਆਂ ਸੀ। ਸਭ ਤੋਂ ਪਹਿਲਾ ਜੋ ਆ ਜਾਂਦਾ ਹੈ ਜੀ ਪੁਆਇੰਟ, ਉਸ ਦੇ ਵਿੱਚ ਹੈ ਕਿ ਜੋ 3000 ਰੁਪਇਆ ਜੇਕਰ ਸਾਲਾਨਾ ਕਰ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਉਹ ਪੇ ਕਰੇਗੀ ਜੀ ਫ਼ੁਰਖ਼ਸ਼ੀਰ ਨੂੰ, ਤਾਂ ਉਹ ਬੰਗਾਲ ਦੇ ਵਿੱਚ ਮੁਕਤ ਵਪਾਰ ਕਰ ਸਕੇਗੀ।
यानी कि एक वारी साल का 3000 रुपया दो तो बंगाल दे विच जिन्ना चाहे मर्जी तुसी वपार करो, तुहाडे उपर किसी टाइप का भी टैक्स नहीं लगेगा। पहली गल ये सी। दूसरा पॉइंट सी जी कि जेकर ब्रिटिश ईस्ट इंडिया कंपनी 10,000 रुपये सालाना कर दे देंदी है एक बार, तो वह सूरत दे विच मुक्त वपार कर सकूगी। जिस तरह जी बंगाल दे विच 3,000 देना सी, उस तरह जो सूरत आ उस दे विच 10,000 रुपये दे के जो ब्रिटिश ईस्ट इंडिया कंपनी है वो अनलिमिटेड अपना वपार जो है कर सकती है, वो भी बिना किसी होर टैक्स दे। ठीक है जी। इस तरह जो अंग्रेज़ है इन्हां दे लई बहुत ज़्यादा है जो ये दोनों गल्लां लाभदायक होईयां सी। इस तो भी एक सोने ते सुहागे वाली गल एक होर हो जाती है जी, जो अपना तीसरा पॉइंट आ जाता है वो है जी कि जो अंग्रेज़ आ ये मुंबई दे विच कुछ सिक्के बनाउंदे सी। ये सिक्के जी पहलां केवल मुंबई दे विच ही चलदे सी। बाद दे विच की है जी कि जदों ये शाही फरमान लागू हुंदा है 1717 ईस्वी दे विच, तो इस दे विच ये गल भी मैंशन कर दी जाती है जी फुर्कशीयर के द्वारा कि जो अंग्रेज़ अपने सिक्के बना रहे हैं वो हुण सारे मुगल अधिकार खेतर दे विच, यानी कि जिस खेतर के उपर भारत दे विच मुगलों का अधिकार है वो सारे खेतर दे विच जो हुण अंग्रेज़ों के बनाए हुए सिक्के आ वो चलणगे। इस तरह जी उन्होंने कोल अपनी करंसी भी आ जाती है, उन्होंने टैक्स फ्री बहुत ज़्यादा जो खेतर आ इंपोर्टेड खेतर आ जी वो भी मिल जाते हैं वपार अपना वधाउण दे लई। इस तरह जो ब्रिटिश ईस्ट इंडिया कंपनी है जी उन्होंने लिए एक बहुत वड्डे वरदान वर्गा ही होंदा है जो ये उन्होंने ये अधिकार मिलता है जिसनों आपां शाही फरमान 1717 ईस्वी के नाम नाल जानते हैं। इस अंग्रेज़ों का मैगना कार्टा कहा जाता है जी, ये जरूर याद रखना। मैगना कार्टा तो भाव होंदा है जी कुछ विशेष अधिकार मिलने जो कानूनी रूप दे किसी को दिते जाते हैं। ठीक है जी, ये भी तुसी याद रख लो। जिमें कि हुण तक वीडियो के विच आपां ये तो जान लिया है जी कि अंग्रेज़ों को 1717 ईस्वी दे विच जो उन्होंने मैगना कार्टा मिलता है उसका जी उन्होंने की लाभ सी। हुण आपां देखदे हां जी कि जो ब्रिटिश ईस्ट इंडिया कंपनी आ इस दे द्वारा भारत दे विच कुछ युद्ध भी लड़े गए सी, जो कि ब्रिटिश ईस्ट इंडिया कंपनी नूं जी भारत दे विच एक शक्तिशाली रूप दे विच स्थापित करन लई बहुत ही ज़्यादा महत्वपूर्ण सिद्ध होए सी। वैसे जो ये युद्धां दी हुण आपां गल करन जा रहे हैं जी, इत्थे केवल आपां इन्हां दा एक दो लाइन दे विच इन्हां दी आपां सार नूं समझांगे, आपां मोटा मोटा समझांगे कि ये लड़ाइयां की सी। आने वाली वीडियोज़ दे विच आपां इन्हां लड़ाइयां नूं जी बहुत डिटेल दे नाल पढ़ांगे, उदों आपां इन्हां नूं काफ़ी वधिया तरीके डिस्कस करांगे। हुण आपां एक जी मोटा मोटा जिहा देख लैंदे कि लड़ाइयां कदों होईयां, किन्हां दे विचकार होईयां ते इन्हां दा की नतीजे निकले। सब तो पहला आ जांदा है जी 23 जून 1757 ईस्वी की लड़ाई, जिसनों आपां प्लासी के युद्ध के नाम नाल जानते हैं। ये युद्ध दे विच की हुंदा है जी कि अंग्रेज़ों की जिੱਤ हुंदी है, तो इस जिੱਤ के कारण जो अंग्रेज़ों की स्थिति है जी बहुत ही ज़्यादा मजबूत हो जाती है। ये युद्ध होया सी जी अंग्रेज़ों के विचकार अते बंगाल के नवाब सिराजुद्दौला के विचकार। इस समय जो अंग्रेज़ों की अगवाई कर रहा सी जी वो अधिकारी सी रॉबर्ट क्लाइव। ये कई बार पूछा जाता है जी कि किस अधिकारी ने अगवाई की सी अंग्रेज़ों की, तो वो की गई सी रॉबर्ट क्लाइव के द्वारा। अते युद्ध होया सी जी बंगाल के नवाब सिराजुद्दौला के नाल। जो सिराजुद्दौला जी वो इस युद्ध के विच हार जाता है तो इस युद्ध के विच मारिया जाता है। जो ये प्लासी की लड़ाई से इस दे नाल की है जी कि बंगाल के उपर जो अंग्रेज़ है उन्हों का अधिकार हो गया सी। इस तो बाद हुंदा है जी 22 अक्तूबर 1764 ईस्वी के विच युद्ध, जिसनों आपां बक्सर के युद्ध के नाम नाल जानते हैं। जो बक्सर के युद्ध विच जी अंग्रेज़ों की अगवाई कर रहा सी उस अधिकारी का नाम सी जी हैक्टर मुनरो। प्लासी के युद्ध विच जो अगवाई करदा वो सी रॉबर्ट क्लाइव, तो जो बक्सर के युद्ध विच अंग्रेज़ों की अगवाई करदा उसका नाम सी जी हैक्टर मुनरो। इस बक्सर के युद्ध विच जी 3 संयुक्त सेनावां जो अंग्रेज़ों के खिलाफ लड़दियां ने, जिस दे विच पहला हुंदा है जी बंगाल का नवाब मीर कासम, दूसरा हुंदा है जी अवध का नवाब सजाउद्दौला अते तीसरा हुंदा है जी मुगल शासक शाह आलम दूजा। ये जो शाह आलम दूजा जी नवाब सजाउद्दौला ते जो मीर कासम आ ये तिन्ने जी अपनियां जो सेनावां इन्हां संयुक्त रूप दे विच लैके जांदे आ ते अंग्रेज़ों के नाल जी 1764 नूं बक्सर के युद्ध के विच ये लड़दे आ। पर इत्थे की हुंदा है जी कि जो अंग्रेज़ हैक्टर मुनरो की अगवाई के विच युद्ध लड़ते हैं वो अंग्रेज़ इस युद्ध नूं जित जाते हैं अते ये तिन्ने सेनावां हार जांदियां ने। इस तरह जो भारत के विच है जी वो अंग्रेज़ सब तो वड्डी शक्ति के रूप में सामने आ जाते हैं, जो उस समय दियां जी 3 शक्तियां नूं इकट्ठे ही इकट्ठियां नूं उन्हां तिन्नां नूं हरा दिंदे ने। इस तरह हुण सारे जो अंग्रेज़ों तो जो बाकी शक्तियां होंदियां जी भारत के विच वो खौफ खाण लग जांदियां ने। इस तरह जो ये दोनों युद्ध सी जी प्लासी का युद्ध तो बक्सर का युद्ध, ये अंग्रेज़ों की भारत के विच शक्ति नूं स्थापित करने लई बहुत ही ज़्यादा महत्वपूर्ण ये सिद्ध हुंदे ने। अंग्रेज़ों ने अपनी शक्ति और दूरअंदेशी के कारण ही जी लगभग 200 साल भारत के उपर राज किया है। 1947 ईस्वी तक जो अंग्रेज़ है जी इन्होंने भारत के उपर अपना जो राज है वो जारी रखा। अंग्रेज़ भारत के विचों जी गन्ना, अफीम, चाह, कॉफ़ी, पटसन
ਅਜਿਹੀਆਂ ਜੋ ਚੀਜ਼ਾਂ ਸੀ ਜੀ ਉਹਨਾਂ ਨੂੰ ਸਸਤੇ ਰੇਟਾਂ ਦੇ ਵਿੱਚ ਲੈ ਜਾਂਦੇ ਸੀ ਅਤੇ ਯੂਰਪ ਦੇ ਵਿੱਚ ਜਾ ਕੇ ਜੀ ਇਹਨਾਂ ਨੂੰ ਬਹੁਤ ਮਹਿੰਗੇ ਰੇਟਾਂ ਦੇ ਉੱਪਰ ਇਹਨਾਂ ਨੂੰ ਵੇਚਦੇ ਸੀ। ਜੋ ਅੰਗਰੇਜ਼ ਹੈ ਜੀ ਇਹ ਬ੍ਰਿਟੇਨ ਦੇ ਵਿੱਚ ਜੋ ਤਿਆਰ ਕੱਪੜਾ ਹੁੰਦਾ ਸੀ ਉਸ ਨੂੰ ਵੀ ਭਾਰਤ ਦੇ ਵਿੱਚ ਲਿਆ ਕੇ ਮਹਿੰਗੇ ਮੁੱਲ ਦੇ ਵਿੱਚ ਵੇਚਦੇ ਸੀ। ਇਸੇ ਲਈ ਹੀ ਜੋ ਅੰਗਰੇਜ਼ ਹੈ ਜੀ ਇਹਨਾਂ ਨੇ ਭਾਰਤ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਸੜਕਾਂ ਦਾ ਜੋ ਜਾਲ ਆ ਉਹ ਵਿਛਾਇਆ ਅਤੇ ਰੇਲ ਲਾਈਨਾਂ ਨੂੰ ਵਿਛਾਉਣ ਦਾ ਕੰਮ ਆ ਜੋ ਉਹ ਵੀ ਅੰਗਰੇਜ਼ਾਂ ਦੇ ਦੁਆਰਾ ਕੀਤਾ ਜਾਂਦਾ ਸੀ, ਕਿਉਂਕਿ ਇਸ ਦੇ ਨਾਲ ਜੀ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਜੋ ਕੱਚਾ ਮਾਲ ਲਿਜਾਣਾ ਜਾਂ ਤਿਆਰ ਮਾਲ ਨੂੰ ਲਿਆਉਣਾ ਇੱਦਾਂ ਦੀਆਂ ਜੋ ਚੀਜ਼ਾਂ ਹੁੰਦੀਆਂ ਸੀ, ਜੋ ਇਹ ਕਿਰਿਆਵਾਂ ਹੁੰਦੀਆਂ ਸੀ, ਇਹਨਾਂ ਨੂੰ ਕਰਨਾ ਸੌਖਾ ਹੋ ਜਾਂਦਾ ਸੀ। ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਜੀ ਇਸ ਨੇ ਭਾਰਤ ਨੂੰ ਇੱਕ ਆਪਣੀ ਮੰਡੀ ਦੇ ਰੂਪ ਵਿੱਚ ਜਾਂ ਇੱਕ ਬਾਜ਼ਾਰ ਦੇ ਰੂਪ ਵਿੱਚ ਬਣਾ ਲਿਆ ਸੀ। ਇਹ ਕੀ ਆ ਜੀ ਕਿ ਜੋ ਹੋਰ ਤਿਆਰ ਮਾਲ ਕਰਦਾ ਸੀ ਇੱਥੋਂ ਸਸਤੇ ਮੁੱਲ 'ਤੇ ਚੀਜ਼ਾਂ ਲੈ ਜਾਂਦਾ ਸੀ, ਉੱਧਰੋਂ ਮਹਿੰਗੇ ਮੁੱਲ ਦੀਆਂ ਚੀਜ਼ਾਂ ਬਣਾ ਕੇ ਲਿਆ ਕੇ ਹੀ ਭਾਰਤ ਦੇ ਵਿੱਚ ਵੇਚ ਦਿੰਦਾ ਸੀ। ਇਸ ਤਰ੍ਹਾਂ ਜੀ ਇਹ ਦੋਨੇ ਤਰੀਕੇ ਹੀ ਜੋ ਭਾਰਤੀ ਹੈ ਜੀ ਉਹਨਾਂ ਦਾ ਇਹ ਸ਼ੋਸ਼ਣ ਕਰਦੇ ਰਹਿੰਦੇ ਸੀ। ਇਸ ਤਰ੍ਹਾਂ ਆਪਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਜੀ ਹੁਣ ਬਹੁਤ ਹੀ ਡਿਟੇਲ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਮਝ ਲਿਆ ਹੈ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਜੀ ਬਹੁਤ ਡਿਟੇਲ ਨਾਲ ਪੜ੍ਹਨ ਅਤੇ ਸਮਝਣ ਤੋਂ ਬਾਅਦ ਹੁਣ ਆਪਾਂ ਅੱਗੇ ਵਧਦੇ ਹਾਂ ਜੀ ਫਰਾਂਸੀਸੀ ਕੰਪਨੀ ਵੱਲ, ਜੋ ਕਿ ਚੌਥੇ ਨੰਬਰ 'ਤੇ ਭਾਰਤ ਦੇ ਵਿੱਚ ਐਂਟਰ ਹੁੰਦੀ ਹੈ। ਜੋ ਫਰਾਂਸੀਸੀ ਈਸਟ ਇੰਡੀਆ ਕੰਪਨੀ ਹੈ ਜੀ ਇਹ 1664 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਉਂਦੀ ਹੈ, ਯਾਨੀ ਕਿ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ 64 ਸਾਲ ਬਾਅਦ। ਉਸ ਸਮੇਂ ਜੋ ਫਰਾਂਸ ਦਾ ਸ਼ਾਸਕ ਸੀ ਜੀ ਉਸ ਦਾ ਨਾਮ ਸੀ ਲੂਈ 14ਵਾਂ। ਇਹ ਜ਼ਰੂਰ ਯਾਦ ਰੱਖਣਾ ਜੀ ਕਿ ਕਈ ਵਾਰ ਇਹ ਪੁੱਛ ਲਿਆ ਜਾਂਦਾ ਹੈ ਕਿ ਕਿਹੜੀ ਕੰਪਨੀ ਜਦੋਂ ਐਂਟਰ ਹੁੰਦੀ ਹੈ ਤਾਂ ਉਸ ਸਮੇਂ ਉਸ ਦਾ ਜੋ ਸ਼ਾਸਕ ਆ ਉਸ ਦੇ ਦੇਸ਼ ਦਾ ਜੋ ਸ਼ਾਸਕ ਆ ਉਹ ਕੌਣ ਸੀ। ਤਾਂ ਫਰਾਂਸ ਦਾ ਉਸ ਸਮੇਂ ਸ਼ਾਸਕ ਸੀ ਜੀ 1665 ਸਮੇਂ ਲੂਈ 14ਵਾਂ। ਜੋ ਫਰਾਂਸੀਸੀ ਹੈ ਜੀ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਲਗਾਈ ਆ ਸੂਰਤ ਦੇ ਵਿੱਚ, ਜੋ ਲਗਾਈ ਗਈ ਹੈ ਜੀ 1668 ਈਸਵੀ ਦੇ ਵਿੱਚ। ਜੋ ਅੰਗਰੇਜ਼ ਹੈ ਜੀ ਉਹਨਾਂ ਨੇ 1608 ਈਸਵੀ ਦੇ ਵਿੱਚ ਜੋ ਆਪਣੀ ਪਹਿਲੀ ਫੈਕਟਰੀ ਸੂਰਤ ਦੇ ਵਿੱਚ ਲਗਾਉਣੀ ਸ਼ੁਰੂ ਕੀਤੀ ਸੀ, ਇਹਨਾਂ ਨੇ ਲਗਾਈ ਹੈ ਜੀ 1668 ਈਸਵੀ ਦੇ ਵਿੱਚ। ਜੋ ਦੂਸਰੀ ਫੈਕਟਰੀ ਜੀ ਫਰਾਂਸੀਸੀਆਂ ਦੇ ਦੁਆਰਾ ਲਗਾਈ ਗਈ ਸੀ ਉਹ ਲਗਾਈ ਗਈ ਸੀ ਜੀ ਮਸੂਲੀਪਟਮ ਦੇ ਵਿੱਚ, ਜੋ ਲਗਾਈ ਗਈ ਹੈ ਜੀ 1669 ਈਸਵੀ ਦੇ ਵਿੱਚ। ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਤੇ ਜੋ ਫਰਾਂਸੀਸੀ ਈਸਟ ਇੰਡੀਆ ਕੰਪਨੀ ਹੈ ਜੀ, ਯਾਨੀ ਕਿ ਜੋ ਅੰਗਰੇਜ਼ ਅਤੇ ਜੋ ਫਰਾਂਸੀਸੀ ਸੀ, ਇਹਨਾਂ ਦੇ ਵਿਚਕਾਰ ਜੀ ਕੁੱਲ 3 ਯੁੱਧ ਹੋਏ ਆ, ਜਿਨ੍ਹਾਂ ਯੁੱਧਾਂ ਨੂੰ ਜੀ ਅਸੀਂ ਕਰਨਾਟਕ ਯੁੱਧ ਦੇ ਨਾਮ ਨਾਲ ਜਾਣਦੇ ਆ। ਇਹਨਾਂ 3 ਯੁੱਧਾਂ ਨੂੰ ਜੀ ਕਰਨਾਟਕ ਯੁੱਧ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜਦੋਂ ਤੀਜਾ ਯੁੱਧ ਚੱਲ ਰਿਹਾ ਹੁੰਦਾ ਹੈ, ਜਦੋਂ ਤੀਜਾ ਕਰਨਾਟਕ ਯੁੱਧ ਚੱਲ ਰਿਹਾ ਹੁੰਦਾ ਹੈ ਤਾਂ ਇਸ ਦੇ ਵਿੱਚ ਜੀ 1760 ਈਸਵੀ ਦੇ ਵਿੱਚ ਇੱਕ ਯੁੱਧ ਹੁੰਦਾ ਹੈ ਜਿਸ ਨੂੰ ਵਾਂਡੀਵਾਸ ਦੇ ਯੁੱਧ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਉਹ ਜਦੋਂ ਵਾਂਡੀਵਾਸ ਦਾ ਯੁੱਧ ਹੁੰਦਾ ਹੈ ਜੀ ਤਾਂ ਉਸ ਦੇ ਵਿੱਚ ਜੋ ਫਰਾਂਸੀਸੀ ਆ ਉਹ ਬਹੁਤ ਬੁਰੀ ਤਰ੍ਹਾਂ ਹਾਰ ਜਾਂਦੇ ਆ ਅਤੇ ਅੰਗਰੇਜ਼ਾਂ ਦੀ ਉਸ ਦੇ ਵਿੱਚ ਜੀ ਜਿੱਤ ਹੁੰਦੀ ਹੈ। ਇਸ ਯੁੱਧ ਦੇ ਨਾਲ ਜੀ ਯਾਨੀ ਕਿ 1760 ਈਸਵੀ ਦੇ ਵਿੱਚ ਵਾਂਡੀਵਾਸ ਦੇ ਯੁੱਧ ਦੇ ਨਾਲ ਹੀ ਜੋ ਫਰਾਂਸੀਸੀ ਕੰਪਨੀ ਸੀ ਇਸ ਦਾ ਭਾਰਤ ਦੇ ਵਿੱਚੋਂ ਜੀ ਲਗਭਗ ਖਾਤਮਾ ਹੋ ਗਿਆ ਸੀ। ਜੋ ਫਰਾਂਸੀਸੀ ਸੀ ਹੁਣ ਉਹ ਭਾਰਤ ਦੇ ਵਿੱਚ ਜੀ ਇੱਕ ਛੋਟੇ-ਮੋਟੇ ਖੇਤਰਾਂ ਦੇ ਉੱਪਰ ਹੀ ਉਹਨਾਂ ਦਾ ਰਾਜ ਰਹਿ ਗਿਆ ਸੀ, ਉਹ ਵੱਡੇ ਮੁਕਾਬਲੇ ਦੇ ਵਿੱਚ ਕਿਤੇ ਵੀ ਨਹੀਂ ਸੀ। ਹੁਣ ਜੋ ਅੰਗਰੇਜ਼ ਆ ਉਹਨਾਂ ਦੇ ਹੀ ਏਕਾਧਿਕਾਰ ਹੋ ਗਿਆ ਸੀ ਜੀ ਪੂਰੇ ਭਾਰਤ ਦੇ ਉੱਪਰ। ਠੀਕ ਆ ਜੀ, ਇਹਨਾਂ ਦੇ ਇਸ ਯੁੱਧ ਦੇ ਨਾਲ ਜੋ ਅੰਗਰੇਜ਼ਾਂ ਦੀ ਸਥਿਤੀ ਆ ਉਹ ਬਹੁਤ ਹੀ ਜ਼ਿਆਦਾ ਇੱਕ ਮਜ਼ਬੂਤ ਆਪਾਂ ਕਹਿ ਸਕਦੇ ਹਾਂ ਕਿ ਰੂਪ ਦੇ ਵਿੱਚ ਭਾਰਤ ਦੇ ਵਿੱਚ ਸਥਾਪਿਤ ਹੋ ਗਈ ਸੀ। ਜੋ ਇਹ 3 ਕਰਨਾਟਕ ਯੁੱਧ ਹੈ ਜੀ ਇਹਨਾਂ ਨੂੰ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਦੇ ਹਾਂ, ਇਹਨਾਂ ਨੂੰ ਵੇਖਦੇ ਹਾਂ, ਇਹਨਾਂ ਦੇ ਕਾਰਨ ਕੀ ਘਟਨਾਵਾਂ ਸੀ ਉਹਨਾਂ ਨੂੰ ਡਿਟੇਲ ਦੇ ਨਾਲ ਹੁਣ ਆਪਾਂ ਸਮਝਦੇ ਹਾਂ। ਜੋ ਫਰਾਂਸੀਸੀ ਕੰਪਨੀ ਦੇ ਬਾਰੇ ਆਪਾਂ ਇਹ ਕੁਝ ਪੁਆਇੰਟ ਪੜ੍ਹਿਆ ਜੀ, ਇਹਨਾਂ ਤੋਂ ਜ਼ਿਆਦਾ ਆਪਣੇ ਤੋਂ ਕੋਈ ਪ੍ਰਸ਼ਨ ਨਹੀਂ ਪੁੱਛੇ ਜਾਂਦੇ। ਬੇਸਿਕਲੀ ਇਹੀ ਕੁਐਸਚਨ ਹੁੰਦੇ ਆ ਜੋ ਇਹ ਆਪਾਂ ਲਾਈਨਾਂ ਪੜ੍ਹ ਚੁੱਕੇ ਹਾਂ, ਇਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਫਰਾਂਸੀਸੀ ਕੰਪਨੀ 'ਚੋਂ ਆਪਣੇ ਤੋਂ ਪੁੱਛੇ ਜਾਂਦੇ ਨੇ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਜੋ ਇਹ ਫਰਾਂਸੀਸੀ ਈਸਟ ਇੰਡੀਆ ਕੰਪਨੀ ਅਤੇ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਇਹ 3 ਕਰਨਾਟਕ ਯੁੱਧ ਹੋਏ ਨੇ, ਇਹ ਕਦੋਂ ਹੋਏ ਨੇ, ਇਹਨਾਂ ਦਾ ਸਮਾਂ ਕੀ ਸੀ, ਇਹਨਾਂ ਦੇ ਪਿੱਛੇ ਕਾਰਨ ਕੀ ਸੀ, ਜਦੋਂ ਇਹ ਯੁੱਧ ਖਤਮ ਹੁੰਦੇ ਨੇ ਤੇ ਕਿਸ ਸੰਧੀ ਦੇ ਨਾਲ ਹੁੰਦੇ ਨੇ, ਅਤੇ ਇਹਨਾਂ ਯੁੱਧਾਂ ਦੇ ਵਿੱਚੋਂ ਕਿਹੜੇ-ਕਿਹੜੇ ਮੁੱਖ ਬਿੰਦੂ ਨੇ ਜੋ ਆਪਾਂ ਨੇ ਯਾਦ ਰੱਖਣੇ ਨੇ, ਜਿਨ੍ਹਾਂ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਇਹਨਾਂ ਸਭ ਨੂੰ ਜੀ ਹੁਣ ਆਪਾਂ ਇਸ ਟੇਬਲ ਦੀ ਮਦਦ ਦੇ ਨਾਲ ਸਮਝਣ ਦੀ ਅਤੇ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੀ ਆਪਾਂ ਟੇਬਲ ਨੂੰ ਉੱਪਰ ਤੋਂ ਨੀਚੇ ਵੱਲ ਪੜ੍ਹਦੇ ਹਾਂ, ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਸਮਾਂ ਵੇਖਦੇ ਹਾਂ ਕਿ ਕਿਹੜਾ ਯੁੱਧ ਕਦੋਂ ਹੋਇਆ। ਜੋ ਸਭ ਤੋਂ ਪਹਿਲਾ ਯੁੱਧ ਹੋਇਆ ਜੀ ਕਰਨਾਟਕ ਦਾ, ਇਹ ਹੋਇਆ 1746 ਤੋਂ ਲੈ ਕੇ 1748 ਈਸਵੀ ਤੱਕ, ਯਾਨੀ ਕਿ ਇਹ ਜੋ ਯੁੱਧ ਸੀ ਇਹ 2 ਸਾਲ ਚੱਲਿਆ ਸੀ। ਇਸ ਤੋਂ ਜੋ ਅਗਲਾ ਯੁੱਧ ਹੁੰਦਾ ਹੈ ਜੀ, ਯਾਨੀ ਕਿ ਦੂਸਰਾ ਯੁੱਧ ਹੁੰਦਾ ਹੈ, ਉਹ 1749 ਈਸਵੀ ਦੇ ਵਿੱਚ ਚੱਲਦਾ ਹੈ। 1748 'ਚ ਪਹਿਲਾ ਖਤਮ ਹੁੰਦਾ ਹੈ ਜੀ, ਨੈਕਸਟ ਈਅਰ ਹੀ ਦੂਸਰਾ ਯੁੱਧ ਜੋ ਚੱਲ ਪੈਂਦਾ, ਉਹਦੇ ਵਿੱਚ ਚਾਹੇ ਤੁਸੀਂ 1 ਸਾਲ ਦਾ ਗੈਪ ਮੰਨ ਲਓ, ਇਹ ਨਹੀਂ ਤਾਂ ਵੈਸੇ ਇਹ ਨਾਲ ਦੀ ਨਾਲ ਹੀ ਅਗਲੇ ਸਾਲ ਹੀ ਚੱਲ ਪੈਂਦਾ ਹੈ। ਠੀਕ ਹੈ ਜੀ, ਜੋ ਦੂਸਰਾ ਯੁੱਧ ਹੈ ਉਹ ਚੱਲਦਾ ਹੈ 1749 ਤੋਂ ਲੈ ਕੇ 1754 ਈਸਵੀ ਤੱਕ। ਜੋ ਪਹਿਲਾ ਯੁੱਧ ਚੱਲਿਆ ਜੀ ਉਹ ਚੱਲਿਆ 2 ਸਾਲ ਲਈ, ਜੋ ਅਗਲਾ ਯੁੱਧ ਚੱਲਿਆ ਉਹ 49 ਤੋਂ ਚੱਲਿਆ 54 ਤੱਕ, ਯਾਨੀ ਕਿ ਉਹ ਯੁੱਧ ਚੱਲਿਆ 5 ਸਾਲ। ਅਤੇ ਜੋ ਤੀਸਰਾ ਯੁੱਧ ਚੱਲਦਾ ਹੈ ਜੀ ਇਹ ਚੱਲਦਾ ਹੈ 1756 ਈਸਵੀ ਤੋਂ ਲੈ ਕੇ 1763 ਈਸਵੀ ਤੱਕ। ਠੀਕ ਹੈ ਜੀ, ਪਹਿਲੇ ਯੁੱਧ ਦੇ ਵਿੱਚ
2 ਸਾਲ ਦਾ ਸਮਾਂ युद्ध लड़िया जाता जी, 1 साल का गैप हुंदा है, 49 ਦੇ ਵਿੱਚ अगला युद्ध चलता है, वो चलता है जी 5 साल। उस तो बाद की है जी कि 2 साल का गैप आता है, फिर युद्ध हुंदा है 1756 ਦੇ ਵਿੱਚ, जो कि 56 तो चल के चलता है जी 1763 ईस्वी तक, यानी कि ये युद्ध चलता है जी 7 साल। पहला 2 साल ਚੱਲਿਆ, दूजा 5 साल ਚੱਲਿਆ। जे इन्होंने दोनों युद्धों के ਆਪਾਂ ਸਮੇਂ ਨੂੰ ਮਿਲਾ ਦਈਏ तो जो लास्ट वाला युद्ध आ ਉਹ ਚੱਲਿਆ जी 7 साल, वो सेम ही आ जाता दोनों, पहले युद्ध का समा और लास्ट वाले युद्ध का समा। ठीक है जी, ये ਚੱਲਿਆ 1756 तो लैके 1763 ईस्वी तक। सब तो पहले तो आप समा ही क्लीयर करो। पहला है जी 1746 तो लैके 48, 2 साल ਚੱਲਿਆ। नैक्सट ईयर अगला युद्ध चल पैंदा, यानी कि 1 साल के गैप के बाद 1749 तो लैके 1754 ईस्वी तक वो चलता है जी 5 साल। 5 साल तो बाद की है जी 2 साल का गैप आता है, तो जो अगे वाला युद्ध चलता है वो चलता है 7 साल। 54 ਦੇ ਵਿੱਚ 2 ਆਪਾਂ ਜੇ ਗੈਪ ਛੱਡ ਦਿੰਦੇ ਹਾਂ ਤਾਂ ਅਗਲਾ युद्ध ਹੋਊਗਾ ਜੀ 1756 ਤੋਂ ਸਟਾਰਟਿੰਗ, ਉਸ ਦੇ ਵਿੱਚ 7 ਜੋੜਦੇ ਹਾਂ तो चलता जी 1763 ईस्वी तक। एक बारी पढ़े जी याद नहीं आना, ये कोई गल नहीं, इसनूं 2-3 दिन तुसीं देखियो आपे आप याद हो जाएगा। हुण आपां वेखदे हां कि सारे युद्धां दे की कारण सी। जो पहला युद्ध होया जी इसका कारण सी आस्ट्रेलिया कंट्री के उत्तराधिकारी लई युद्ध। जो आस्ट्रेलिया जी ये यूरोप के विच एक कंट्री आ जाती है और उस दे विच जी उत्तराधिकार के लिए युद्ध चल रहा सी, जिस दे विच जी एक साइड जो अंग्रेज़ सी, दूसरी साइड फ्रांसीसी सी। इसलिए जी जो ये युद्ध चलता है, ये चलता तो वैसे यूरोप के विच आ, पर इसका प्रभाव जी भारत के विच भी पैंदा है। तो भारत के विच भी जो अंग्रेज़ हुंदे ने तो जो फ्रांसीसी हुंदे ने, ये दोनों एक दूजे के खिलाफ जी युद्ध लड़ते हैं। पहले युद्ध का ये कारण हुंदा जी जो 2 साल चलिया सी। इस तो बाद जो अगला युद्ध हुंदा है जी, जो दूसरा युद्ध सी 1749 तो लैके 54 ईस्वी तक, यानी कि 5 साल चलण वाला, इसका कारण आ जाता है जी हैदराबाद और करनाटक के उत्तराधिकारी लई युद्ध। ये भारत के खेत्र दे विच लड़े जाते हैं जी, क्योंकि भारत दे विच हैदराबाद और करनाटक आउंदे आ, इस दे उत्तराधिकार के लिए जी युद्ध लड़े जाते हैं। इस दे विच की हुंदा है जी कि हैदराबाद और करनाटक के विच जो उत्तराधिकार के लिए युद्ध चल रहा हुंदा है, उस दे विच जी एक साइड नूं अंग्रेज़ गुट है जो वो सपोर्ट करता, तो दूसरी साइड नूं जो फ्रांसीसी लोग ने वो सपोर्ट करते हैं। दोनों ओपोजिट पार्टियां नूं सपोर्ट कर रहे होंदे ने जी। इसलिए जो अंग्रेज़ ते जो फ्रांसीसी है ये भी जी हैदराबाद ते करनाटक के उत्तराधिकारी युद्ध दे विच आपस दे विच लड़ते हैं, इन्हां दे विच युद्ध हुंदा है। अते जो तीसरा युद्ध सी जी वो लगभग 7 साल चलिया सी जी। इस युद्ध का कारण सी जी यूरोप दे विच 7 सालां दे लई वो युद्ध चलिया सी। पहले का कारण भी यूरोप दे विच आस्ट्रेलिया के उत्तराधिकारी का युद्ध सी, तीजे का कारण भी सी यूरोप दे विच चलण वाला 7 साला युद्ध। केवल जो दूसरा युद्ध सी जी करनाटक का, उसका कारण ही भारत के नाल जो रिलेट करता सी। ये ठीक है जी, ये तिन्नां दे हुण आपां कारणां नूं समझ लिया है। इस तो बाद हुण आपां वेखदे हां जी कि जदों युद्ध खत्म हुंदे ने तो वो ज़्यादातर किसी संधि दे नाल ही खत्म हुंदे ने। जिवें 3 युद्ध लड़े गए आ, इन्हां दे जदों ये युद्ध खत्म हुंदे ने जी, तो इन्हां दे युद्धां तो बाद भी एक संधि हुंदी है। 3 युद्धां तो बाद 3 संधियां हुंदियां ने। ये संधियां किस नाम नाल जाणीਆਂ ਜਾਂਦੀਆਂ ते इन्हां दा की समां हुण आपां उस नूं देख लैंदे आ। इत्थे जी ज़्यादा कन्फ्यूज़ नहीं होना आपां ने डेटां नूं देख के। जिस डेट नूं जी कोई भी युद्ध खत्म हुंदा उस डेट नूं ही उस दी संधि हुंदी है, ज़्यादातर यही हुंदा जी। जिवें कि आपां पहले या ते तीसरे दे केस विच देखदे हां। जो पहला युद्ध है जी 1748 ਦੇ ਵਿੱਚ ਖਤਮ ਹੁੰਦਾ ਹੈ ਅਤੇ ਇਸ ਦੀ ਸੰਧੀ ਵੀ 1748 ਦੇ ਵਿੱਚ ਹੀ ਹੁੰਦੀ ਹੈ, ਜਿਸ ਨੂੰ ਜੀ ਆਪਾਂ ਏਲਾ ਸਾਪਲ ਦੀ ਸੰਧੀ ਕਹਿੰਦੇ ਆ। ਇਹ ਥੋੜਾ ਜਿਹਾ ਨਾਮ ਕਨਫਿਊਜ਼ਨ ਵਾਲਾ ਹੋ ਜਾਂਦਾ, ਪਰ ਇਸ ਨੂੰ ਤੁਸੀਂ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਇਹ ਹੈ ਜੀ ਏਲਾ ਸਾਪਲ ਦੀ ਸੰਧੀ ਜੋ ਹੋਈ ਹੈ ਜੀ 1748 ਵਿੱਚ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਦੂਸਰਾ ਕਰਨਾਟਕ ਯੁੱਧ। इस युद्ध के विच जी हैदराबाद और करनाटक के उत्तराधिकारी लिए युद्ध हुंदा है। ये भारत की सरजमीन पर जो सारी ये लड़ाई है हुंदी है। ये हुंदा है जी 1749 तो लैके 1754 ईस्वी तक ये युद्ध। ये युद्ध जो 1754 में खत्म हो जाता है तो उस तो नैक्सट ईयर जी 1755 ईस्वी के विच इसकी संधि हुंदी है, जिसनों आपां पांडीचेरी की संधि के नाम नाल जानते हैं। सिर्फ ये एक युद्ध है जी जिसकी संधि 1 साल बाद हुंदी है। बाकियां दी संधि दोनों की उस टाइम हुंदी है जदों युद्ध खत्म होंदे हैं, यानी कि उस साल दे विच संधि हुंदी है। इस तो बाद आ जाता है जी तीसरा युद्ध जो 56 तो लैके 63 ईस्वी तक चलिया सी। 1756 तो लैके 1763 ईस्वी तक। ਅਤੇ जो इसकी संधि हुंदी है जी ये भी हुंदी है 1763 ईस्वी ਦੇ ਵਿੱਚ, ਜਿਸ ਨੂੰ ਆਪਾਂ ਪੈਰਿਸ ਦੀ ਸੰਧि ਕਹਿੰਦੇ ਆ। ਇਹ ਪੈਰਿਸ ਦੇ ਵਿੱਚ ਹੋਈ ਸੀ ਜੀ ਸੰਧि। ਜਿਹੜੀ ਦੂਸਰੀ ਸੰਧि ਸੀ ਪਾਂਡੀਚੇਰੀ ਦੀ ਉਹ ਭਾਰਤ ਦੇ ਵਿੱਚ ਹੋਈ ਸੀ, ਅਤੇ ਜੋ ਪਹਿਲੀ ਸੰਧि ਹੈ ਉਹ ਵੀ ਯੂਰਪ ਦੇ ਵਿੱਚ ਹੀ ਹੋਈ ਸੀ। ਠੀਕ ਹੈ ਜੀ, ਹੁਣ ਤੱਕ ਆਪਾਂ ਤਿੰਨੇ ਜੋ ਯੁੱਧ ਸੀ ਇਹਨਾਂ ਦੇ ਸਮੇਂ, ਇਹਨਾਂ ਦੇ ਕਾਰਨ ਅਤੇ ਇਹਨਾਂ ਦੀਆਂ ਸੰਧੀਆਂ ਨੂੰ ਸਮਝ ਲਿਆ। ਹੁਣ ਆਪਾਂ ਮੁੱਖ ਬਿੰਦੂ ਨੂੰ ਸਮਝਦੇ ਹਾਂ ਜੀ। ਹੁਣ ਆਪਾਂ ਪਹਿਲੇ ਪੁਆਇੰਟ ਨੂੰ ਸ਼ੁਰੂ ਤੋਂ ਸਟਾਰਟਿੰਗ ਕਰਦੇ ਹਾਂ ਜੀ। ਟਾਈਮ, ਕਾਰਨ, ਸਮਾਂ ਅਤੇ ਉਸਦੇ ਜੋ ਮੁੱਖ ਬਿੰਦੂ ਸੀ। ਪਹਿਲਾ युद्ध जी 1746 ਤੋਂ ਸਟਾਰਟਿੰਗ ਹੋਇਆ, 1748 ਤੱਕ 2 ਸਾਲ ਚੱਲਿਆ। ਕਾਰਨ ਕੀ ਸੀ? ਆਸਟ੍ਰੇਲੀਆ ਦੇ ਵਿੱਚ ਜੋ ਆਸਟ੍ਰੇਲੀਆ ਕੰਟਰੀ ਹੈ ਜੀ ਉਸਦੇ ਉੱਤਰਾਧਿਕਾਰੀ ਲਈ युद्ध ਹੋਇਆ। ਜਦੋਂ युद्ध 48 'ਚ ਖਤਮ ਹੋ ਜਾਂਦਾ ਜੀ 1748 'ਚ, ਤਾਂ ਉਦੋਂ ਇੱਕ ਸੰਧੀ ਹੁੰਦੀ ਹੈ ਜਿਹੜੀ ਕਿ ਹੈ ਜੀ ਏਲਾ ਸਾਪਲ ਦੀ ਸੰਧੀ।
ਅਤੇ ਇਸ ਯੁੱਧ ਦੇ ਜੋ ਮੁੱਖ ਬਿੰਦੂ ਆਪਾਂ ਨੇ ਯਾਦ ਰੱਖਣੇ ਆ ਉਹ ਹੈ ਜੀ ਇੱਕ ਤਾਂ ਸੈਂਟ ਥੋਮ ਦਾ ਯੁੱਧ ਇਸ ਕਰਨਾਟਕ ਯੁੱਧ ਦੇ ਸਮੇਂ ਹੋਇਆ ਸੀ। ਸੈਂਟ ਥੋਮ ਦਾ ਯੁੱਧ ਪਹਿਲਾਂ ਤਾਂ ਇਹ ਆ ਜਾਂਦਾ ਜੀ। ਉਸ ਤੋਂ ਬਾਅਦ ਕੀ ਹੈ ਜੀ ਕਿ ਜਦੋਂ ਇਹ ਯੁੱਧ ਖਤਮ ਹੋ ਜਾਂਦਾ ਤਾਂ ਜੋ ਸਥਾਨ ਅੰਗਰੇਜ਼ਾਂ ਕੋਲੇ ਹੁੰਦਾ ਹੈ ਜੀ ਪਹਿਲਾਂ ਯੂਐਸ ਦੇ ਵਿੱਚ ਜੋ ਖੇਤਰ ਹੁੰਦਾ ਹੈਗਾ ਅਮਰੀਕਾ ਦਾ ਜੋ ਖੇਤਰ ਹੁੰਦਾ ਜੀ ਅੰਗਰੇਜ਼ਾਂ ਦੇ ਅਧਿਕਾਰ ਦੇ ਵਿੱਚ ਇਸ ਯੁੱਧ ਨੂੰ ਹੋਣ ਤੋਂ ਪਹਿਲਾਂ ਉਹ ਹੁਣ ਫਰਾਂਸੀਸੀਆਂ ਕੋਲੇ ਚੱਲਿਆ ਜਾਂਦਾ ਅਤੇ ਜੋ ਮਦਰਾਸ ਦਾ ਖੇਤਰ ਹੈ ਜੀ ਜੋ ਪਹਿਲਾਂ ਫਰਾਂਸੀਸੀਆਂ ਕੋਲੇ ਹੁੰਦਾ ਉਹ ਭਾਰਤ ਦੇ ਵਿੱਚ ਹੁਣ ਅੰਗਰੇਜ਼ਾਂ ਨੂੰ ਮਿਲ ਜਾਂਦਾ। ਠੀਕ ਹੈ ਜੀ, ਦੋਨਾਂ ਨੂੰ ਇੱਕ ਦੂਸਰੇ ਦੀ ਜਗ੍ਹਾ ਬਸ ਬਦਲੀ ਜਾਂਦੀ ਹੈ, ਇੱਕ ਦੂਸਰੇ ਦੀ ਥਾਂ 'ਤੇ ਉਹ ਸ਼ਿਫਟ ਹੋ ਜਾਂਦੇ ਨੇ, ਬਸ ਇਹ ਹੁੰਦਾ ਜੀ। ਅਤੇ ਪਹਿਲਾਂ ਕੀ ਹੁੰਦਾ ਸੈਂਟ ਥੋਮ ਦਾ ਯੁੱਧ ਹੁੰਦਾ ਗਾ ਜੋ ਪਹਿਲੇ ਕਰਨਾਟਕ ਯੁੱਧ ਦੇ ਸਮੇਂ ਆਪਾਂ ਨੇ ਮੁੱਖ ਬਿੰਦੂ ਯਾਦ ਰੱਖਣੇ ਨੇ। ਹੁਣ ਆਪਾਂ ਕਰਦੇ ਹਾਂ ਜੀ ਦੂਸਰੇ ਕਰਨਾਟਕ ਯੁੱਧ ਦੀ ਗੱਲ। ਇਹ ਸ਼ੁਰੂ ਹੋਇਆ ਜੀ 1749 ਤੋਂ ਲੈ ਕੇ 1754 ਈਸਵੀ ਤੱਕ। ਹੈਦਰਾਬਾਦ ਅਤੇ ਕਰਨਾਟਕ ਦੇ ਉੱਤਰਾਧਿਕਾਰੀ ਲਈ ਇਹ ਯੁੱਧ ਹੁੰਦਾ ਹੈ। ਇਸ ਦੀ ਸੰਧੀ ਹੁੰਦੀ ਹੈ ਜੀ ਪਾਂਡੀਚੇਰੀ ਦੀ ਸੰਧੀ ਜੋ ਹੁੰਦੀ ਹੈ ਜੀ 1755 ਈਸਵੀ ਵਿੱਚ। ਹੁਣ ਦੇਖਦੇ ਹਾਂ ਜੀ ਇਸ ਦੇ ਮੁੱਖ ਬਿੰਦੂ। ਅਤੇ ਜੇਕਰ ਆਪਾਂ ਗੱਲ ਕਰੀਏ ਜੀ ਦੂਸਰੇ ਕਰਨਾਟਕ ਯੁੱਧ ਦੇ ਜੋ ਮੁੱਖ ਬਿੰਦੂ ਜੋ ਆਪਾਂ ਯਾਦ ਰੱਖਣੇ ਨੇ ਉਸ ਦੇ ਪਹਿਲਾਂ ਆ ਜਾਂਦਾ ਹੈ ਜੀ ਅੰਬੂਰ ਦਾ ਯੁੱਧ। ਇਹ ਹੋਇਆ ਸੀ ਜੀ 1749 ਵਿੱਚ। 1749 ਦਾ ਜੋ ਅੰਬੂਰ ਦਾ ਯੁੱਧ ਹੈ ਜੀ ਇਹ ਦੂਸਰੇ ਕਰਨਾਟਕ ਯੁੱਧ ਦੇ ਸਮੇਂ ਵਿੱਚ ਹੋਇਆ ਸੀ। ਇਸ ਸਮੇਂ ਕੀ ਸੀ ਜੀ ਇੱਕ ਅੰਗਰੇਜ਼ੀ ਗੁੱਟ ਸੀ ਅਤੇ ਇੱਕ ਫਰਾਂਸੀਸੀ ਗੁੱਟ ਸੀ ਜੋ ਹੈਦਰਾਬਾਦ ਅਤੇ ਕਰਨਾਟਕ ਦੇ ਜੋ ਉੱਤਰਾਧਿਕਾਰੀ ਸੀ ਜਿਨ੍ਹਾਂ ਦੇ ਵਿੱਚ ਯੁੱਧ ਹੋ ਰਿਹਾ ਸੀ ਉਹਨਾਂ ਨੂੰ ਸਪੋਰਟ ਕਰ ਰਹੇ ਸੀ, ਦੋਨੋਂ ਆਪੋਜ਼ਿਟ ਪਾਰਟੀਆਂ ਨੂੰ ਸਪੋਰਟ ਕਰ ਰਹੇ ਸੀ। ਇਹ ਮੁੱਖ ਬਿੰਦੂ ਬਸ ਆਪਾਂ ਇਸ ਦੇ ਵਿੱਚ ਯਾਦ ਰੱਖਣੇ ਨੇ। ਫਿਰ ਆ ਜਾਂਦਾ ਹੈ ਜੀ ਤੀਸਰਾ ਯੁੱਧ ਜੋ 1756 ਤੋਂ ਲੈ ਕੇ 1763 ਈਸਵੀ ਤੱਕ ਚੱਲਦਾ ਹੈ ਜੀ। ਇਹ ਕਿਉਂ ਚੱਲਦਾ ਹੈ ਕਿਉਂਕਿ ਯੂਰਪ ਦੇ ਵਿੱਚ 7 ਸਾਲ ਦਾ ਯੁੱਧ ਹੁੰਦਾ ਹੈ। ਉਸੇ 7 ਸਾਲਾਂ ਦੇ ਸਮੇਂ ਵਿੱਚ ਭਾਰਤ ਦੇ ਵਿੱਚ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ ਯੁੱਧ ਚੱਲਦਾ ਰਹਿੰਦਾ ਹੈ ਅਤੇ ਇਸ ਦਾ ਅੰਤ ਹੁੰਦਾ ਹੈ ਜੀ ਪੈਰਿਸ ਦੀ ਸੰਧੀ ਨਾਲ ਜੋ 1763 ਈਸਵੀ 'ਚ ਹੁੰਦੀ ਹੈ ਪੈਰਿਸ ਦੇ ਵਿੱਚ। ਠੀਕ ਹੈ ਜੀ, ਜੋ ਫਰਾਂਸ ਦੀ ਰਾਜਧਾਨੀ ਹੈ। ਇਸ ਯੁੱਧ ਦੇ ਵਿੱਚ ਜੀ ਇੱਕ ਬਹੁਤ ਮੁੱਖ ਗੱਲ ਹੈ ਜੋ ਆਪਾਂ ਨੇ ਯਾਦ ਰੱਖਣੀ ਹੈ ਅਤੇ ਜੋ ਬਹੁਤ ਹੀ ਮਹੱਤਵਪੂਰਨ ਹੈ ਜਿਸ ਦੇ ਬਾਰੇ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਆ। ਇਹ ਹੈ ਜੀ ਵਾਂਡੀਵਾਸ ਦਾ ਯੁੱਧ ਜੋ ਹੋਇਆ ਸੀ ਜੀ 1760 ਈਸਵੀ ਨੂੰ। ਜੋ 1760 ਈਸਵੀ ਵਿੱਚ ਇਹ ਵਾਂਡੀਵਾਸ ਦਾ ਯੁੱਧ ਹੋਇਆ ਜੀ ਇਹ ਭਾਰਤ ਦੇ ਵਿੱਚ ਲੜਿਆ ਗਿਆ। ਇਸ ਦੇ ਵਿੱਚ ਜੋ ਅੰਗਰੇਜ਼ ਸੀ ਉਹ ਜੇਤੂ ਰਹੇ ਹੈ ਅਤੇ ਜੋ ਫਰਾਂਸੀਸੀ ਹੈ ਜੀ ਉਹ ਇਸ ਯੁੱਧ ਦੇ ਵਿੱਚ ਹਾਰ ਕੇ ਲਗਭਗ ਭਾਰਤ ਦੇ ਵਿੱਚੋਂ ਆਪਣੀ ਸਾਰੀ ਸ਼ਕਤੀ ਨੂੰ ਖਤਮ ਕਰਾ ਲੈਂਦੇ ਨੇ। ਇਸ ਸਮੇਂ ਜੋ ਅੰਗਰੇਜ਼ਾਂ ਦਾ ਅਧਿਕਾਰੀ ਜੋ ਇਸ ਦੀ ਅਗਵਾਈ ਕਰ ਰਿਹਾ ਸੀ ਜੀ ਉਸ ਦਾ ਨਾਮ ਸੀ ਆਇਰਕੂਟ ਅਤੇ ਜੋ ਫਰਾਂਸੀਸੀਆਂ ਦਾ ਅਧਿਕਾਰੀ ਸੀ ਜੋ ਉਹਨਾਂ ਦੀ ਸੈਨਾ ਦਾ ਅਧਿਕਾਰੀ ਸੀ ਉਸ ਦਾ ਨਾਮ ਸੀ ਜੀ ਕਾਊਂਟ ਲਾਲੀ। ਇਹ ਸਾਰੇ ਪੁਆਇੰਟ ਨੇ ਜੋ ਤਿੰਨੋਂ ਯੁੱਧ ਦਾ ਸਮਾਂ ਕੀ ਸੀ, ਕਾਰਨ ਕੀ ਸੀ, ਸੰਧੀ ਕੀ ਸੀ, ਇਹ ਸਾਰਾ ਕੁਝ ਹੁਣ ਆਪਾਂ ਦੇਖ ਲਿਆ। ਇਸ ਨੂੰ ਜਦੋਂ ਤੁਸੀਂ 1-2 ਵਾਰ ਜੀ ਇਸ ਚਾਰਟ ਨੂੰ ਦੇਖੋਗੇ ਤਾਂ ਤੁਸੀਂ ਸਾਰਿਆਂ ਨੂੰ ਵਧੀਆ ਤਰੀਕੇ ਸਮਝ ਜਾਓਗੇ। ਇੱਥੇ ਹੀ ਆਪਣਾ ਜੋ ਅੱਜ ਦਾ ਇਹ ਟੌਪਿਕ ਆ ਜੀ ਇਹ ਸਾਰਾ ਖਤਮ ਹੁੰਦਾ ਹੈ। ਅੱਜ ਦੀ ਆਪਣੀ ਇਹ ਵੀਡੀਓ ਨਾਲ ਹੀ ਆਪਣੀ ਜੋ ਮਾਡਰਨ ਹਿਸਟਰੀ ਆਫ ਇੰਡੀਆ ਜੀ ਇਹ ਸਟਾਰਟ ਹੁੰਦੀ ਹੈ। ਇਸ ਦੇ ਵਿੱਚ ਜੀ ਆਪਾਂ ਜੋ ਸਾਰੀਆਂ ਕੰਪਨੀਆਂ ਦਾ ਆਗਮਨ ਉਹਨਾਂ ਦੇ ਬਾਰੇ ਬੇਸਿਕ ਗੱਲਾਂ ਜੋ ਆਪਾਂ ਨੇ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਆ ਉਹ ਸਭ ਆਪਾਂ ਬਹੁਤ ਡਿਟੇਲ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਕਵਰ ਕੀਤਾ। ਇਹ ਵੀਡੀਓ ਬਹੁਤ ਜ਼ਿਆਦਾ ਲੰਮੀ ਬਣ ਗਈ ਹੈ ਤਾਂ ਪਰ ਇਹ ਉਨੀ ਹੀ ਜ਼ਿਆਦਾ ਇੰਪੋਰਟੈਂਟ ਆ। ਜੇਕਰ ਤੁਸੀਂ ਇਹ ਸਿਰਫ ਇੱਕ ਵੀਡੀਓ ਨੂੰ ਜੀ ਧਿਆਨ ਨਾਲ ਦੇਖ ਲੈਂਦੇ ਹੋ ਤਾਂ ਤੁਸੀਂ ਇਹਨਾਂ ਟੌਪਿਕਸ 'ਚੋਂ ਕਦੇ ਵੀ ਮਾਰ ਨਹੀਂ ਖਾਓਗੇ। ਤੁਸੀਂ ਸਾਰੇ ਇਸ ਦੇ ਵਿੱਚੋਂ ਜਿੰਨੇ ਵੀ ਪ੍ਰਸ਼ਨ ਆਉਣਗੇ ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਅਟੈਂਪਟ ਕਰ ਸਕਦੇ ਹੋ, ਉਹਨਾਂ ਨੂੰ ਸਹੀ ਕਰ ਸਕਦੇ ਹੋ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਵੀਡੀਓ ਦੇ ਬਾਰੇ ਤੁਹਾਡੇ ਜੋ ਵੀ ਵਿਚਾਰ ਆ ਜੀ ਉਹ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ, ਚਾਹੇ ਗੁੱਡ ਬੈਡ ਜੋ ਵੀ ਤੁਸੀਂ ਲਿਖਣਾ ਜੀ ਪਰ ਕਮੈਂਟ ਜ਼ਰੂਰ ਕਰੋ। ਦੱਸੋ ਕਿ ਵੀਡੀਓ ਤੁਹਾਨੂੰ ਕਿਸ ਟਾਈਪ ਦੀ ਲੱਗੀ। ਜੇਕਰ ਕੋਈ ਇੰਪਰੂਵਮੈਂਟ ਚਾਹੀਦੀ ਹੈ ਜੀ ਵੀਡੀਓ ਦੇ ਵਿੱਚ ਉਹ ਦੱਸੋ। ਜੇਕਰ ਜਿਵੇਂ ਤੁਹਾਨੂੰ ਹੁਣ ਵੌਇਸ ਦਾ ਕੁਝ ਆ ਰਿਹਾ ਸੀ ਇਸ਼ੂ ਵੀ ਮੈਂ ਤੇਜ਼ ਬੋਲਦਾ ਉਸ ਟਾਈਪ ਨਾਲ ਵੀ ਤੁਸੀਂ ਦੱਸ ਸਕਦੇ ਹੋ ਆਪਣੇ ਵਿਚਾਰ, ਪਰ ਕਮੈਂਟ ਜ਼ਰੂਰ ਕਰਿਆ ਕਰੋ। ਇੱਕ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਜੇਕਰ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ। ਬੈਲ ਆਈਕਨ ਪ੍ਰੈਸ ਕਰਨ ਨਾਲ ਜੀ ਜਦੋਂ ਵੀ ਤੁਸੀਂ ਨਵੀਂ ਵੀਡੀਓ ਕੋਈ ਆਪਾਂ ਅਪਲੋਡ ਕਰਾਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਊਗਾ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਹੀਂ ਕਰੋਗੇ। ਅਤੇ ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਐਪ ਤੇ ਵੀ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਇਨ ਕੇਸ ਉਹ ਲਿੰਕ ਨਹੀਂ ਚੱਲਦਾ ਤਾਂ ਤੁਸੀਂ ਟੈਲੀਗ੍ਰਾਮ ਐਪ ਤੇ ਜਾ ਕੇ ਜੀ ਪੰਜਾਬ ਐਜੂਕੇਸ਼ਨ ਲਿਖ ਕੇ ਸਰਚ ਕਰਨਾ ਹੈ, ਸੇਮ ਬਲੂ ਕਲਰ ਦਾ ਲੋਗੋ ਹੋਏਗਾ ਜੀ, ਚੈਨਲ ਨੂੰ ਜੁਆਇਨ ਕਰੋ ਤੇ ਸਾਰੀਆਂ ਹੀ ਵੀਡੀਓਜ਼ ਦਾ ਜੋ PDF ਹੈ ਜੀ ਉਹ ਫ੍ਰੀ ਆਫ ਕਾਸਟ ਲਓ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।